हाँ जी। सो ਆਪਾਂ ਸਟਾਰਟ ਕਰਦੇ ਹਾਂ। ਆਪਣਾ ਅੱਜ ਦਾ ਟੌਪਿਕ ਆ ਐਡਵੈਂਟ ਆਫ ਯੂਰੋਪੀਅਨਸ। ਦੇਖੋ ਇੱਕ ਗੱਲ ਬੜੀ ਕਲੀਅਰ ਆ ਕਿ ਅਸੀਂ ਇਹਨੂੰ ਪ੍ਰੀ ਦੇ ਕੰਟੈਕਸਟ 'ਚ ਤਾਂ ਪੜ੍ਹਿਆ ਸੀਗਾ, ਠੀਕ ਆ। ਮੇਨ ਦੇ ਕੰਟੈਕਸਟ 'ਚ ਜਦੋਂ ਅਸੀਂ ਇਹਨੂੰ ਪੜ੍ਹਾਂਗੇ ਨਾ, ਦੋ ਗੱਲਾਂ ਨੇ। ਜਿਹੜੀ ਮਾਡਰਨ ਹਿਸਟਰੀ ਆ, ਇਹ ਸਬਜੈਕਟ ਨਾ ਐਵੇਂ ਲੱਗੂਗਾ ਪ੍ਰੀ ਮੇਨਸ 'ਚ ਕਿ ਅਸੀਂ ਰੈਪੀਟੀਸ਼ਨ ਕਰ ਰਹੇ ਹਾਂ, ਅਤੇ ਹੈ ਵੀ ਆ ਕਾਫੀ ਹੱਦ ਤੱਕ। ਬਹੁਤ ਕੁਛ ਜਿਨ੍ਹਾਂ ਨੇ ਪ੍ਰੀ ਦੇ ਲੈਕਚਰ ਲਾਏ ਹੋਏ ਆ ਉਹਨਾਂ ਦੀ ਇੱਕ ਚੰਗੀ ਰਿਵੀਜ਼ਨ ਹੋਊਗੀ। ਅਤੇ ਮੰਨ ਲਓ ਕਈ ਵਾਰੀ ਕੋਈ ਕਹਿ ਦਿੰਦਾ ਹੁੰਦਾ ਕਿ ਜੇ ਮੈਂ ਇਕੱਲੇ ਮੇਨਸ ਵਾਲੇ ਲੈਕਚਰ ਹੀ ਲਾਈ ਜਾਵਾਂ ਕਿ ਮੇਰੇ ਵਾਸਤੇ ਮੋਰ ਦੈਨ ਸਫੀਸ਼ੀਐਂਟ ਆ ਮਾਡਰਨ ਹਿਸਟਰੀ, ਤਾਂ ਉਹ ਵੀ ਇੱਕ ਸਫੀਸ਼ੀਐਂਟ ਹੋ ਸਕਦੀ ਆ ਅਤੇ ਹੈਗੀ ਵੀ ਆ। ਮੇਰੀ ਗੱਲ ਸਮਝ ਗਏ ਨਾ। ਸੋ ਇਸ ਕਰਕੇ ਕਿਤੇ ਵੀ ਇਹਦੇ 'ਚ ਕੋਈ ਅਧੂਰਾਪਣ ਨਹੀਂ। ਹਾਂ, ਜਿਵੇਂ ਪੋਲਿਟੀ ਆ, ਪੋਲਿਟੀ 'ਚ ਜ਼ਰੂਰ ਫਰਕ ਪਊਗਾ, ਬਿਕੋਜ਼ ਪੋਲਿਟੀ ਜਦੋਂ ਪ੍ਰੀ ਦੇ ਐਂਗਲ ਤੋਂ ਪੜ੍ਹੀ ਦੀ ਆ ਤਾਂ ਬੜੇ ਫੈਕਟ ਜੇ ਪੜ੍ਹੀ ਦੇ ਆ, ਅਤੇ ਮੇਨਸ ਦੇ ਐਂਗਲ ਤੋਂ ਜਿਹੜੀ ਮੈਂ ਪੋਲਿਟੀ ਪੜ੍ਹਾਉਣੀ ਆ ਨਾ, ਉਹ ਲਕਸ਼ਮੀ ਕਾਂਤ ਦੇ ਚੈਪਟਰਾਂ ਵਾਂਗ ਨਹੀਂ ਪੜ੍ਹਾਉਣੀ। ਉਹਦੇ 'ਚ ਮੈਂ ਇੱਕ ਚੀਜ਼ 'ਤੇ ਬਹੁਤ ਜ਼ੋਰ ਦੇਣਾ ਹੈ, ਕੌਨਸਟੀਟਿਊਸ਼ਨ ਦੇ ਆਰਟੀਕਲਸ 'ਤੇ, ਤਾਂ ਜੋ ਮੈਂ ਆਰਟੀਕਲਸ ਦੇ ਸ਼ਬਦ, ਇੰਗਲਿਸ਼ ਦੀ ਵਕੈਬਲਰੀ ਅਤੇ ਪੰਜਾਬੀ ਦੀ ਵਕੈਬਲਰੀ, ਉਹ ਤੁਹਾਨੂੰ ਜ਼ਰੂਰ ਦੱਸ ਸਕਾਂ। ਸੋ ਐਂਸ਼ੀਐਂਟ ਅਤੇ ਮਡੀਵਲ ਪ੍ਰੀ 'ਚ ਤਾਂ ਪੜ੍ਹਾਉਣੀ ਆ, ਮੇਨਸ 'ਚ ਨਹੀਂ ਪੜ੍ਹਾਉਣੀ। ਇਟ ਮੀਨਸ ਕਿ ਮੇਨਸ 'ਚ ਐਂਸ਼ੀਐਂਟ ਅਤੇ ਮਡੀਵਲ ਹਿਸਟਰੀ ਆਉਂਦੀ ਆ, ਪਰ ਸਿਰਫ ਕਲਚਰ ਆਉਂਦਾ ਹੈ। ਉੱਥੇ ਮੈਂ ਪੜ੍ਹਾਉਣਾ ਹੈ ਕਲਚਰ ਆਫ ਐਂਸ਼ੀਐਂਟ ਐਂਡ ਮਡੀਵਲ ਹਿਸਟਰੀ। ਪ੍ਰੀ 'ਚ ਮੈਂ ਪੜ੍ਹਾਉਣੀ ਆ ਐਂਸ਼ੀਐਂਟ ਅਤੇ ਮਡੀਵਲ ਹਿਸਟਰੀ ਦੀਆਂ ਕਹਾਣੀਆਂ। ਸੋ ਇਹ ਉੱਥੇ ਫਰਕ ਪੈ ਗਿਆ ਆਪਣਾ, ਮਤਲਬ ਇੱਕ ਡਿਸਟਿੰਗਵਿਸ਼ ਹੋ ਗਿਆ ਆਪਣੇ ਕੋਲ ਕਿ ਕਿਵੇਂ ਸਿਲੇਬਸ ਚੱਲੂਗਾ। ਇਨਵਾਇਰਮੈਂਟ ਜਦੋਂ ਮੈਂ ਪ੍ਰੀ 'ਚ ਪੜ੍ਹਾਉਣਾ ਹੈ ਤਾਂ ਪੜ੍ਹਾਊਂਗਾ ਕਿ ਈਕੋਸਿਸਟਮ ਕੀ ਆ, ਬਾਇਓਡਾਇਵਰਸਿਟੀ ਕੀ ਆ, ਆਹ ਕੀ ਆ। ਅਤੇ ਜਦੋਂ ਮੈਂ ਮੇਨਸ 'ਚ ਪੜ੍ਹਾਉਣਾ ਤਾਂ ਫਿਰ ਇਨਵਾਇਰਮੈਂਟ ਨਹੀਂ ਪੜ੍ਹੀਦਾ। ਮੇਨਸ ਦੇ ਵਿੱਚ ਆਉਂਦੇ ਆ ਇਨਵਾਇਰਮੈਂਟਲ ਇਸ਼ੂਜ਼। ਸੇਮ ਪੋਲਿਟੀ ਦੇ ਵਿੱਚ ਪ੍ਰੀ 'ਚ ਹੁੰਦੀ ਆ ਪੋਲਿਟੀ ਅਤੇ ਮੇਨ 'ਚ ਹੁੰਦੇ ਆ ਪੋਲੀਟੀਕਲ ਇਸ਼ੂਜ਼। ਕਿਹੜੇ ਪੋਲੀਟੀਕਲ ਇਸ਼ੂਜ਼ 'ਚੋਂ ਅੱਜ ਦੁਨੀਆ ਲੰਘ ਰਹੀ ਹੈ? ਗਵਰਨੈਂਸ, ਕਿ ਸ਼ਾਸਨ ਵਧੀਆ ਨਹੀਂ ਗਾ ਸਰਕਾਰਾਂ ਦੇ, ਜਾਂ ਟਰਾਂਸਪੇਰੈਂਸੀ, ਇਹ ਸਾਰੇ ਇਸ਼ੂਜ਼ ਹੁੰਦੇ ਆ, ਇਹ ਮੇਨਸ ਦੇ। ਸੋ ਕੱਲੀ ਮਾਡਰਨ ਹਿਸਟਰੀ ਨੂੰ ਛੱਡ ਦਈਏ ਅਤੇ ਬਾਕੀ ਸਾਰੇ ਸਬਜੈਕਟਾਂ ਦੀ ਪ੍ਰੀ ਅਤੇ ਮੇਨਸ ਇੱਕ ਦੂਜੇ ਨਾਲ ਓਵਰਲੈਪ ਨਹੀਂ ਕਰੂਗੀ, ਇਹਦੀ ਹੀ ਕਰੂਗੀ। ਇਹਦੇ 'ਚ ਭਾਵੇਂ ਤੁਸੀਂ ਪ੍ਰੀ ਵਾਲੇ ਲੈਕਚਰ ਲਾ ਲਓ, ਭਾਵੇਂ ਪ੍ਰੀ ਵਾਲੇ ਲਾ ਕੇ ਮੇਨਸ ਵਾਲੇ ਲਾ ਲਓ, ਰਿਵਾਈਜ਼ ਹੋ ਜਾਊਗਾ। ਅਦਰਵਾਈਜ਼ ਇਕੱਲੇ ਮੇਨਸ ਦੇ ਲੈਕਚਰ ਵੀ ਲਾਈ ਜਾਓਗੇ ਤਾਂ ਮੋਰ ਦੈਨ ਸਫੀਸ਼ੀਐਂਟ ਆ, ਠੀਕ ਆ। ਸੋ ਜ਼ਿਆਦਾ ਸਮਾਂ ਖਰਾਬ ਕਰੇ ਬਿਨਾਂ ਅਸੀਂ ਮਾਡਰਨ ਹਿਸਟਰੀ ਸਟਾਰਟ ਕਰਦੇ ਹਾਂ। ਇਸ ਤੋਂ ਬਿਨਾਂ ਜਿਹੜੀ ਮੈਂ ਵਾਰ-ਵਾਰ ਇੱਕ ਗੱਲ ਕਹਿੰਦਾ ਕਿ ਤੁਸੀਂ ਆਪਣੇ ਆਨਸਰ ਰਾਈਟਿੰਗ ਲਗਾਤਾਰ ਭੇਜਦੇ ਰਹੋ, ਤੁਹਾਨੂੰ ਬੜਾ ਕ੍ਰਿਟੀਕਲ ਆਨਸਰ ਰਿਪਲਾਈ ਵਾਪਸ ਜਾਊਗਾ ਤੁਹਾਡੇ ਆਨਸਰਸ ਨੂੰ ਲੈ ਕੇ, ਠੀਕ ਆ। ਬੇਸ਼ੱਕ ਕਈ ਵਾਰੀ ਕਿਸੇ ਦੇ ਆਨਸਰ 'ਚ ਡਿਲੇ ਹੋ ਸਕਦਾ ਹੋਊਗਾ, ਬਟ ਹਾਂ 24 ਆਵਰਸ ਤੋਂ ਪਹਿਲਾਂ ਤੁਹਾਡਾ ਆਨਸਰ ਤੁਹਾਡੇ ਕੋਲ ਚੈੱਕ ਹੋ ਕੇ, ਵੱਧ ਤੋਂ ਵੱਧ 24 ਆਵਰਸ ਤੋਂ ਪਹਿਲਾਂ ਤੁਹਾਡਾ ਆਨਸਰ ਤੁਹਾਡੇ ਕੋਲ ਚੈੱਕ ਹੋ ਕੇ ਜਾਊਗਾ, ਕ੍ਰਿਟੀਕਲੀ ਰਿਵਿਊ ਹੋਊਗਾ, ਅਤੇ ਤੁਹਾਨੂੰ ਬਕਾਇਦਾ ਨਾਲ ਦੀ ਨਾਲ ਹੀ ਦੱਸ ਦਿੱਤਾ ਜਾਊਗਾ ਕਿ ਤੁਹਾਡੇ ਆਨਸਰ 'ਚ ਕੀ ਗਲਤੀਆਂ ਪਾਈਆਂ ਗਈਆਂ ਅਤੇ ਤੁਸੀਂ ਉਹਨਾਂ ਨੂੰ ਕਿਵੇਂ ਠੀਕ ਕਰਨਾ ਹੈ, ਠੀਕ ਆ। ਈਵਨ ਕਿ ਮੈਂ ਮਾਡਲ ਆਨਸਰ ਵੀ ਨਾਲ ਗਰੁੱਪ ਦੇ ਵਿੱਚ ਵੀ ਸ਼ੇਅਰ ਕਰਨੇ ਸ਼ੁਰੂ ਕਰਦਾ ਨਾਲ। ਪਰ ਹਾਂ, ਉਹਦੇ ਤੋਂ ਬਿਨਾਂ ਵੀ ਮੈਂ ਇਹ ਗੱਲ ਜ਼ਰੂਰ ਦੱਸਦਾ ਕਿ ਜੇ ਮੈਨੂੰ ਕਿਸੇ ਦਾ ਆਨਸਰ ਬਹੁਤ ਸਹੀ ਲੱਗੂਗਾ, ਜਿਵੇਂ ਇੱਕ ਆਨਸਰ ਸੀਗਾ ਈਰਾਨ ਵਾਲਾ ਕੰਟਰੋਵਰਸੀ ਵਾਲਾ, ਉਹ ਮੈਨੂੰ ਇੱਕ ਆਨਸਰ ਲੱਗਿਆ ਕਿ ਇਹ ਬਿਲਕੁਲ ਸਹੀ ਆਨਸਰ ਆ, ਬਾਕੀ ਸਭ ਨੇ ਆਪਣੇ ਆਨਸਰ ਨੂੰ ਉਲਝਾਇਆ ਗਿਆ, ਤਾਂ ਉਸ ਆਨਸਰ ਨੂੰ ਦੇ ਕੇ ਬਸ ਉਹ ਇਹ ਸੀ ਕਿ ਜਿਹੜੇ ਸਟੂਡੈਂਟ ਨੇ ਲਿਖ ਕੇ ਭੇਜਿਆ ਸੀ ਉਹ ਪੰਜਾਬੀ ਮੀਡੀਅਮ 'ਚ ਸੀਗਾ, ਪਰ ਫਿਰ ਵੀ ਉਹਨੂੰ ਪੜ੍ਹਿਆ ਜਾ ਸਕਦਾ ਕਿ ਹਾਂ ਕਿਵੇਂ ਉਸ ਆਨਸਰ ਨੂੰ ਸਿੱਧਾ ਟਾਰਗੇਟ ਕੀਤਾ ਗਿਆ, ਜੋ ਐਗਜ਼ੈਕਟ ਪੁੱਛਿਆ ਸੀਗਾ ਕਿਵੇਂ ਉਹਦੇ ਤੱਕ ਪਹੁੰਚਿਆ ਗਿਆ, ਠੀਕ ਆ। ਤਾਂ ਲੈਂਗੁਏਜ ਤਾਂ ਚਲੋ ਸਾਰਿਆਂ ਦੀ ਆਪੋ ਆਪਣੀ ਹੁੰਦੀ ਹੈ ਕਰਨ ਦੀ। ਆ ਜੋ ਵੀ ਕਹਿੰਦੇ ਕਿ ਔਰੰਗਜ਼ੇਬ ਦੀ ਡੈਥ ਤੋਂ ਬਾਅਦ ਮੁਗਲਸ ਦਾ ਡਿਕਲਾਈਨ ਹੋਇਆ, ਪਤਨ ਹੋਇਆ। ਉਸ ਦਾ ਪਤਨ ਦਾ ਫਾਇਦਾ ਭਾਰਤ ਦੀਆਂ ਰੀਜਨਲ ਪਾਵਰਾਂ ਨੂੰ ਚੱਕਣਾ ਚਾਹੀਦਾ ਸੀ, ਪਰ ਭਾਰਤ ਦੀਆਂ ਖੇਤਰੀ ਤਾਕਤਾਂ, ਰੀਜਨਲ ਪਾਵਰਸ, ਉਹ ਫਾਇਦਾ ਨਹੀਂ ਚੱਕ ਸਕੀਆਂ। ਅਤੇ ਭਾਰਤ ਦੇ ਵਿੱਚ ਵਿਦੇਸ਼ੀ ਤਾਕਤਾਂ ਦੀ ਜਿਹੜੀ ਪਹਿਲਾਂ ਤੋਂ ਹੀ ਐਂਟਰੀ ਹੋਈ ਸੀਗੀ, 1500 ਦੇ ਅਰਾਊਂਡ ਪੁਰਤਗਾਲੀ ਆਏ ਸੀ, 1600 ਦੇ ਅਰਾਊਂਡ ਬ੍ਰਿਟਿਸ਼ ਆਏ ਸੀ, 1605 ਦੇ ਅਰਾਊਂਡ ਜਿਹੜੇ ਸੀਗੇ ਉਹ ਡੱਚ ਆਏ ਸੀ, 1620 ਦੇ ਅਰਾਊਂਡ ਡੇਨਸ ਆਏ ਸੀ, ਅਤੇ 1668 ਦੇ ਅਰਾਊਂਡ ਫਰੈਂਚ ਆਏ ਸੀ। 1707 'ਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਇਹ ਤਾਕਤਾਂ ਉੱਭਰਨੀਆਂ ਸ਼ੁਰੂ ਹੋ ਗਈਆਂ, ਇਹਨਾਂ ਨੇ ਰਾਈਜ਼ ਕਰਨਾ ਸ਼ੁਰੂ ਕਰਤਾ, ਕਿਉਂਕਿ ਜਿਹੜੇ ਖੇਤਰੀ ਤਾਕਤਾਂ ਸੀ, ਰੀਜਨਲ ਪਾਵਰ ਸੀ, ਉਹ ਆਪਣੇ ਆਪ 'ਚ ਸਫਲ ਨਹੀਂ ਹੋਏ। ਉਸੇ ਸਮੇਂ ਦੌਰਾਨ ਜੇ ਕੋਈ ਮੈਨੂੰ ਪੁੱਛੇ ਕਿ ਚਲੋ 200 ਸਾਲ ਪਿੱਛੇ ਚਲੋ, 15ਵੀਂ ਸੈਂਚਰੀ 'ਚ 1450 ਤੋਂ ਬਾਅਦ ਇਹ ਫੋਰਨ ਤਾਕਤਾਂ ਇੰਡੀਆ 'ਚ ਆਈਆਂ ਕਿਉਂ, ਜਾਂ ਕੀ ਕਾਰਨ ਸੀਗਾ, ਉਹਦੀ ਵਜ੍ਹਾ ਹੈ ਉਸ ਤੋਂ ਪਹਿਲਾਂ ਯੂਰਪ ਤੋਂ ਇੰਡੀਆ ਆਉਣ ਵਾਲੇ ਆਹ ਪਰਸ਼ੀਆ ਦੇ ਥਰੂ ਇੱਕ ਰੂਟ ਇੰਡੀਆ ਆਉਂਦਾ ਸੀਗਾ, ਲੈਂਡ ਰੂਟ ਜਿਹਨੂੰ ਕਹਿੰਦੇ ਆ। ਇੱਥੋਂ ਆਪਾਂ ਜਦੋਂ ਮੀਡੀਵਲ ਹਿਸਟਰੀ ਪੜ੍ਹਦੇ ਆ ਨਾ, ਤਾਂ ਆਪਾਂ ਨਿਕੋਟੀਨੀ ਵਰਗੇ ਕਈ ਟਰੈਵਲਰਸ ਨੂੰ ਦੇਖਦੇ ਹਾਂ ਕਿ ਉਹ ਇਸ ਰੂਟ ਥਾਣੀ ਇੰਡੀਆ ਆਏ ਸੀਗੇ, ਠੀਕ ਆ। ਇੱਕ ਅਬਦੁਲ ਰਜ਼ਾਕ ਨਾਮ ਦਾ ਪਰਸ਼ੀਆ ਦਾ ਟਰੈਵਲਰ, ਉਹ ਵੀ ਇੰਡੀਆ ਇਸੇ ਰੂਟ ਥਾਣੀ ਪਹੁੰਚਿਆ ਸੀ।
ਤੇ ਇਟਲੀ ਦੇ ਤੇ ਵੈਟੀਕਨ ਸਿਟੀ ਦੇ ਕਈ ਟਰੈਵਲਰ ਇਸ ਰੂਟ ਤੋਂ ਵੀ ਇੰਡੀਆ ਆਏ ਹੋਏ ਆ। ਫਿਰ ਪਰਸ਼ੀਅਨ ਗਲਫ ਚੋਂ, ਫਾਰਸ ਦੀ ਖਾੜੀ ਚੋਂ ਵੀ ਇੱਕ ਰਾਹ ਇੰਡੀਆ ਹੈ। ਫਿਰ ਆਹ ਰਾਹ ਜਿਹੜਾ ਸੀਗਾ ਇਹ ਵੀ ਆ ਰੈੱਡ ਸੀ ਤੋਂ ਬਾਅਦ ਆਪਾਂ ਇੱਥੇ ਆ ਗਏ, ਠੀਕ ਆ, ਇਹਨੂੰ ਕਹਿੰਦੇ ਆ ਗਲਫ ਆਫ ਐਡਨ, ਠੀਕ ਆ। ਫਿਰ ਆਹ ਚੀਜ਼ ਆ ਗਲਫ ਆਫ ਓਮਾਨ, ਠੀਕ ਆ। ਸੋ ਇੱਥੋਂ ਵੀ ਕਈ ਵਾਰੀ ਆਪਾਂ ਨਿਕਲ ਕੇ ਇੱਥੇ ਪਹੁੰਚੇ ਆ, ਇੰਡੀਆ ਪਹੁੰਚੇ ਆ। ਸੋ ਇੰਡੀਆ ਤੱਕ ਜਾਣ ਦੇ ਆਹ ਰੂਟ ਸੀਗੇ, ਪਰ ਕਹਿੰਦੇ ਆ ਕਿ ਇਸ ਇਲਾਕੇ ਦੇ ਦੁਨੀਆ ਦਾ ਆਹ ਇਲਾਕਾ ਜਿੱਥੋਂ ਇਹ ਤਿੰਨੇ ਰੂਟ ਖਿੰਡਦੇ ਸੀ, ਇਹ ਇਲਾਕਾ ਟਰਕ ਦਾ ਇਲਾਕਾ ਸੀ, ਟਰਕੀ ਲੋਕਾਂ ਦਾ ਇਲਾਕਾ ਸੀਗਾ। 14ਵੀਂ ਸੈਂਚਰੀ ਤੱਕ ਤਾਂ ਇਸ ਇਲਾਕੇ ਤੇ ਰੋਮਨਸ ਦਾ ਰਾਜ ਸੀ। ਰੋਮਨਸ ਇੱਕ ਈਸਾਈ ਮਤ ਨੂੰ ਮੰਨਣ ਵਾਲੇ ਲੋਕ ਨੇ। ਉਦੋਂ ਤੱਕ ਤਾਂ ਇਹ ਰੂਟ ਖੁੱਲ੍ਹਾ ਸੀਗਾ। 1450 ਤੋਂ ਬਾਅਦ ਇੱਥੋਂ ਦਾ ਇੱਕ ਸ਼ਹਿਰ ਹੈ ਕੰਸਟੈਂਟੀਨੋਪਲ, ਟਰਕ ਦਾ ਇੱਕ ਸ਼ਹਿਰ ਹੈ, ਕਿਹੜਾ ਭਲਾ? ਕੰਸਟੈਂਟੀਨੋਪਲ। ਉਸ ਸ਼ਹਿਰ ਤੇ ਆਟੋਮਨਸ ਦਾ ਕਬਜ਼ਾ ਹੋ ਗਿਆ। ਇਹ ਕੌਣ ਨੇ ਆਟੋਮਨ? ਆਟੋਮਨ ਇੱਕ ਮੁਸਲਮਾਨਾਂ ਦੀ ਬਰਾਦਰੀ ਸੀਗੀ, ਜਿਨੇ ਟਰਕ ਮੁਸਲਮ ਨੇ, ਉਹਨਾਂ ਨੇ ਇਸ ਇਲਾਕੇ ਤੇ ਕਬਜ਼ਾ ਕਰ ਲਿਆ ਤੇ ਇੱਥੇ ਆਪਣੀ ਸਭ ਤੋਂ ਉੱਚੀ ਧਾਰਮਿਕ ਪੋਜੀਸ਼ਨ ਤੇ ਬੈਠੇ ਹੋਏ ਬੰਦੇ ਖਲੀਫਾ ਨੂੰ ਇੱਥੇ ਇੰਸਟਾਲ ਕਰਤਾ ਕਿ ਤੂੰ ਸਾਂਭ ਇੱਥੋਂ ਸਾਰਾ ਸਿਸਟਮ। ਪੂਰੀ ਦੁਨੀਆ ਦਾ ਇਸਲਾਮ ਇਸ ਜਗ੍ਹਾ ਤੋਂ ਚੱਲਣ ਲੱਗ ਪਿਆ। ਇਹਨਾਂ ਨੇ ਇਹ ਰਾਹ ਬਲੌਕ ਕਰਤਾ। ਯੂਰਪ ਤੋਂ ਇੰਡੀਆ ਆਉਣ ਵਾਲੇ ਸਾਰੇ ਰੂਟ ਇਸ ਤੋਂ ਬਾਅਦ ਹੁਣ ਬੰਦ ਹੁੰਦੇ ਜਾ ਰਹੇ ਆ। ਇਸ ਤੋਂ ਬਾਅਦ ਇੰਡੀਆ ਆਉਣ ਵਾਲੇ ਸਾਰੇ ਰੂਟ ਜਿਹੜੇ ਆ ਜੀ ਉਹ ਬੰਦ ਹੁੰਦੇ ਜਾ ਰਹੇ ਆ। ਇਹਨਾਂ ਬੰਦ ਹੋ ਰਹੇ ਰੂਟਾਂ ਦਾ ਫਾਇਦਾ ਚੱਕਿਆ। ਇਸ ਦੇ ਬੰਦ ਹੁੰਦੇ ਰੂਟ ਜਿਹੜੇ ਸੀ ਉਹ ਕਾਰਨ ਬਣੇ ਯੂਰਪ ਅਫਰੀਕਾ ਦੇ ਉੱਪਰ ਦੀ ਘੁੰਮ ਕੇ ਇੰਡੀਆ ਪਹੁੰਚਣ ਵਾਸਤੇ ਕਿਸੇ ਰੂਟ ਨੂੰ ਲੱਭਣ ਲਈ ਮਜਬੂਰ ਹੋਣਾ, ਠੀਕ ਆ। ਪਰ ਇੱਕ ਗੱਲ ਯਾਦ ਰੱਖਿਓ, ਮਜਬੂਰੀ ਦਾ ਨਾਮ ਮਹਾਤਮਾ ਗਾਂਧੀ ਜਿਵੇਂ ਆਪਾਂ ਕਹਿ ਦਿੰਦੇ ਆ, ਤਾਂ ਮਜਬੂਰੀ ਦਾ ਨਾਮ ਹੀ ਨਵੀਂ ਖੋਜ ਆ। ਇਹ ਗੱਲ ਸੱਚ ਆ। ਪਰ ਜਿਹੜੀ ਇਹ ਮਜਬੂਰੀ ਸੀ, ਕੱਲੀ ਮਜਬੂਰੀ ਥੋੜਾ ਕਿਸੇ ਚੀਜ਼ ਦੀ ਖੋਜ ਕਰਾਉਂਦੀ ਆ। ਇੱਕ ਚੀਜ਼ ਹੋਰ ਵੀ ਚਾਹੀਦੀ ਆ ਖੋਜ ਕਰਨ ਵਾਸਤੇ, ਅਕਲ, ਠੀਕ ਆ। ਅਕਲ ਵੀ ਤਾਂ ਹੋਣੀ ਚਾਹੀਦੀ ਆ। ਹੁਣ ਮੰਨ ਲਓ ਮੈਨੂੰ ਮਜਬੂਰੀ ਆ ਕਿ ਯਾਰ ਮੈਂ ਘਰ ਦੀ ਹਾਲਤ ਠੀਕ ਨਹੀਂ, ਮੈਂ ਪੈਸਾ ਕਮਾਵਾਂ, ਤਾਂ ਫਿਰ ਅਕਲ ਨਾਂ ਦੀ ਵੀ ਇੱਕ ਚੀਜ਼ ਆ। ਤੀਜੀ ਚੀਜ਼ ਮਿਹਨਤ ਵੀ ਚਾਹੀਦੀ ਆ। ਸਾਰੀਆਂ ਚੀਜ਼ਾਂ ਹੀ ਮਿਲਣਗੀਆਂ ਤੇ ਮੈਂ ਅੱਗੇ ਕੁਝ ਬਣੂੰਗਾ। ਇਕੱਲੀ ਮਜਬੂਰੀ ਕੁਝ ਨਹੀਂ ਕਰ ਸਕਦੀ। ਸੋ ਉਸ ਤੋਂ ਪਹਿਲਾਂ ਇੱਕ ਤਾਂ ਲਾਲ ਸਮੁੰਦਰ, ਰੈੱਡ ਸੀ ਦੇ ਥਰੂ, ਇੱਕ ਬਾਲਟਿਕ ਸੀ, ਬਾਲਟਿਕ ਦਾ ਸਮੁੰਦਰ ਜਿਹੜਾ ਆਹ ਵਾਲਾ ਹੈ, ਇੱਥੋਂ ਦੀ ਯੂਰਪ ਤੋਂ ਆ ਬਾਲਟਿਕ ਸਮੁੰਦਰ ਦੇ ਵਿੱਚੋਂ ਦੀ ਹੁੰਦਾ ਹੋਇਆ ਆਹ ਭੂਮੱਧ ਸਾਗਰ ਆ, ਮੈਡੀਟੇਰੀਅਨ, ਇਹ ਬਾਲਟਿਕ ਸਾਗਰ ਆ, ਠੀਕ ਆ। ਇੱਥੋਂ ਵੀ ਇੱਕ ਰਾਹ ਇੰਡੀਆ ਆਉਂਦਾ ਸੀ। ਇੱਕ ਲਾਲ ਸਮੁੰਦਰ ਦੇ ਵਿੱਚੋਂ ਰਾਹ ਇੰਡੀਆ ਆਉਂਦਾ ਸੀ, ਆ ਰੈੱਡ ਸੀ ਆ ਰਿਹਾ ਲਾਲ ਸਮੁੰਦਰ। ਇੱਕ ਫਾਰਸ ਦੀ ਖਾੜੀ, ਪਰਸ਼ੀਅਨ ਗਲਫ ਆ ਰਹੀ, ਇੱਥੋਂ ਇੰਡੀਆ ਆਉਂਦਾ ਸੀ। ਇਹ ਸਾਰੇ ਰੂਟ ਜਿਹੜੇ ਸੀਗੇ ਇਹ ਪਹਿਲਾਂ ਰੈੱਡ ਸੀ, ਬਾਲਟਿਕ ਸੀ ਤੇ ਹੋਰ ਕੋਈ ਆ ਪਰਸ਼ੀਅਨ ਗਲਫ, ਫਾਰਸ ਦੀ ਖਾੜੀ। ਸੋ ਇਸ ਰੂਟ ਇੰਡੀਆ ਆਉਂਦੇ ਸੀ। ਪਰ ਹੋਇਆ ਕਿ ਆਟੋਮਨ ਟਰਕਾਂ ਦੁਆਰਾ 1453 ਚ ਕੰਸਟੈਂਟੀਨੋਪਲ, ਟਰਕ ਦਾ ਉਹ ਸ਼ਹਿਰ ਜਿਹਦੇ ਬਾਰੇ ਮੈਂ ਹੁਣੇ ਦੱਸ ਕੇ ਹਟਿਆ, ਇਹਦੇ ਤੇ ਕਬਜ਼ਾ ਕਰ ਲੈਣਾ, ਇਸ ਇਲਾਕੇ ਤੇ ਕਬਜ਼ਾ ਕਰ ਲੈਣਾ ਦੁਨੀਆ ਨੂੰ, ਯੂਰਪ ਦੇ ਦੁਨੀਆ ਨੂੰ ਮਜਬੂਰ ਕਰਦਾ ਹੈ ਕਿ ਬਈ ਅਸੀਂ ਮਤਲਬ ਕਿ ਹੋਰ ਰਾਹ ਲੱਭੀਏ। ਤੇ ਜਿਹੜੇ ਟਰਕ ਦੇ ਲੋਕ ਸੀ, ਆ ਜਾਓ ਹੁਣ, ਟਰਕ ਤੋਂ ਥੱਲੜਾ ਇਲਾਕਾ ਆਹ ਟਰਕ ਨੇ ਕਬਜ਼ਾ ਕਰ ਲਿਆ ਤੇ ਆਹ ਜਿਹੜਾ ਇਲਾਕਾ ਸੀ, ਜੇ ਇੱਥੇ ਕਬਜ਼ਾ ਹੋ ਗਿਆ ਤੇ ਇੱਕੋ ਹੀ ਰੂਟ ਬਚਦਾ ਸੀ ਆਹ ਵਾਲਾ, ਕਿਉਂਕਿ ਇਹ ਤਾਂ ਬਾਹਰੋਂ ਬਾਹਰ ਇੱਦਾਂ ਹੀ ਆ ਸਕਦੇ ਸੀ ਆਪਾਂ। ਇਸ ਲਾਲ ਸਮੁੰਦਰ ਤੇ ਅਰਬ ਦੇ ਲੋਕਾਂ ਨੇ ਕਬਜ਼ਾ ਕਰ ਲਿਆ। ਅਰਬ ਤੇ ਟਰਕ ਦੋਵੇਂ ਮੁਸਲਮਾਨ ਬਰਾਦਰੀਆਂ, ਪਰ ਇਹਨਾਂ ਦੀ ਆਪਸ 'ਚ ਬਣੀ ਨਹੀਂ ਕਦੀ। ਟਰਕ ਤੇ ਅਰਬ ਇਹ ਦੋ ਵੱਖ-ਵੱਖ ਬਰਾਦਰੀਆਂ ਨੇ ਇਸਲਾਮ ਦੇ ਅੰਦਰ। ਜਿਵੇਂ ਸ਼ੀਆ ਤੇ ਸੁੰਨੀ ਇਸਲਾਮ ਹੁੰਦੇ ਆ ਨਾ, ਉਹਦੇ ਧਰਮ ਦੇ ਆਧਾਰ ਤੇ ਆ। ਸ਼ੀਆ ਤੇ ਸੁੰਨੀ ਤਾਂ ਧਰਮ ਦੇ ਆਧਾਰ ਤੇ ਆ ਨਾ, ਕਿ ਸ਼ੀਆ ਦੀਆਂ ਧਾਰਮਿਕ ਪਰੰਪਰਾਵਾਂ ਹੋਰ ਨੇ ਤੇ ਸੁੰਨੀਆਂ ਦੀਆਂ ਧਾਰਮਿਕ ਪਰੰਪਰਾਵਾਂ ਹੋਰ ਨੇ। ਪਰ ਇੱਕ ਬੰਦਾ ਇਸਲਾਮ ਦੇ ਅੰਦਰ ਹੀ ਵੰਡਿਆ ਹੋਵੇ ਖੇਤਰਾਂ ਦੇ ਇਲਾਕੇ ਦੇ, ਕਿ ਤੂੰ ਕਿਹੜਾ ਮੁਸਲਮਾਨ ਆ, ਮੈਂ ਅਰਬੀ ਮੁਸਲਮਾਨ ਆ, ਤੂੰ ਕਿਹੜਾ ਮੁਸਲਮਾਨ ਆ, ਮੈਂ ਟਰਕੀ ਮੁਸਲਮਾਨ ਆ, ਤੂੰ ਮੈਂ ਇਰਾਨੀ ਮੁਸਲਮਾਨ ਆ, ਤੂੰ ਮੈਂ ਭਾਰਤੀ ਮੁਸਲਮਾਨ ਆ। ਹੁਣ ਭਾਵੇਂ ਸਾਰੇ ਹੀ ਸੁੰਨੀ, ਪਰ ਆਪਣੇ ਆਪਣੇ ਖੇਤਰ ਨੂੰ ਪ੍ਰਮੋਟ ਕਰਨ ਵਾਸਤੇ। ਹੁਣ ਇੱਕ ਗੱਲ ਦੱਸੋ, ਸਿੱਖਾਂ ਨੂੰ ਵੰਡਿਆ ਜਾਵੇ ਕਿ ਇਹ ਸਿੱਖ ਗੁਰੂਆਂ ਨੂੰ ਤਾਂ ਮੰਨਦੇ ਆ, ਉਹਦੇ ਨਾਲ ਇਸ ਬਾਬੇ ਦੇ ਵੀ ਜਾਂਦੇ ਆ। ਇਹ ਤਾਂ ਹੋ ਗਈ ਸਿੱਖਾਂ ਦੀ ਧਾਰਮਿਕ ਤੌਰ ਤੇ ਵੰਡ। ਪਰ ਜੇ ਕੋਈ ਕਵੇ ਕਿ ਹਾਂ ਸਿੱਖ ਹੋ, ਹਾਂਜੀ ਕਿੱਥੋਂ ਦੇ ਹੋ, ਅਸੀਂ ਤਾਂ ਮਾਝੇ ਵਾਲੇ ਸਿੱਖ ਹਾਂ, ਅਸੀਂ ਤਾਂ ਮਲਵਈ ਸਿੱਖ ਹਾਂ, ਅਸੀਂ ਤਾਂ ਦੁਆਬੀਏ ਸਿੱਖ ਹਾਂ, ਇਹ ਖੇਤਰਾਂ ਦੇ ਇਲਾਕੇ ਤੇ, ਇਹ ਖੇਤਰਾਂ ਦੇ ਆਧਾਰ ਤੇ ਅਰਬੀ ਤੇ ਟਰਕੀ ਮੁਸਲਮਾਨ ਵੰਡੇ ਸੀ, ਆਪਸ 'ਚ ਬਣਦੀ ਨਹੀਂ ਸੀ। ਇੱਥੋਂ ਤੱਕ ਕਿ ਖਲੀਫਾ ਦੀ ਕੁਰਸੀ ਨੂੰ ਲੈ ਕੇ ਕਿ ਧਰਮ ਦਾ ਗੁਰੂ ਤੁਹਾਡੇ ਵੱਲੋਂ ਹੋਊਗਾ ਕਿ ਸਾਡੇ ਵੱਲੋਂ ਹੋਊਗਾ, ਇੱਕ ਦੂਜੇ ਦਾ ਸਿਰ ਪਾੜਨਗੇ 1400 ਤੋਂ ਬਾਅਦ। ਤੇ ਇਸ ਇਲਾਕੇ ਦੇ ਟਰਕਾਂ ਦਾ ਕਬਜ਼ਾ, ਇਹਦੇ ਤੇ ਅਰਬਾਂ ਦਾ ਕਬਜ਼ਾ, ਆਹ ਤਾਂ ਰੂਟ ਹੀ ਬਲੌਕ ਹੋ ਗਏ ਸਾਰੇ। ਹੁਣ ਅਫਰੀਕਾ ਦੇ ਥੱਲਿਓਂ ਦੀ ਘੁੰਮ ਕੇ ਕੋਈ ਨਵਾਂ ਰੂਟ ਲੱਭੇ ਤਾਂ ਲੱਭੇ। ਸੋ ਇਹ ਕੁਝ ਕਾਰਨ ਸੀਗੇ। ਤਾਂ ਕਾਰਨਾਂ 'ਚ ਸਭ ਤੋਂ ਪਹਿਲਾ ਕਾਰਨ ਕਿ ਕੰਸਟੈਂਟੀਨੋਪਲ ਤੇ ਟਰਕਾਂ ਦਾ ਕਬਜ਼ਾ, ਥੋੜੀ ਜਿਹੀ ਥੱਲੇ ਲਾਲ ਸਾਗਰ ਦੇ ਨੇੜੇ, ਰੈੱਡ ਸੀ ਦੇ ਨੇੜੇ ਅਰਬਾਂ ਦਾ ਕਬਜ਼ਾ। ਉੱਥੇ ਅਰਬਾਂ ਦਾ ਏਕਾਧਿਕਾਰ, ਉਹਨਾਂ ਨੇ ਮਨੋਪਲੀ ਕਰ ਲਈ ਕਿ ਤੁਸੀਂ ਸਾਨੂੰ ਸਮਾਨ ਵੇਚੋ,
ਅਸੀਂ ਇੰਡੀਆ ਤੋਂ ਸਮਾਨ ਖਰੀਦਾਂਗੇ ਤੇ ਤੁਹਾਨੂੰ ਵੇਚਾਂਗੇ, ਹੁਣ ਤੁਹਾਨੂੰ ਇੱਥੋਂ ਦੀ ਅਸੀਂ ਲੰਘਣ ਨਹੀਂ ਦੇਣਾ। ਸੋ ਇਹ ਦੂਜਾ ਕਾਰਨ। ਤੀਸਰਾ ਕਾਰਨ ਸੀਗਾ ਕਿ ਜਿਹੜੇ ਲੋਕ ਯੂਰਪ ਦੇ ਇੱਧਰੋਂ ਆਉਂਦੇ ਸੀਗੇ, ਜਿਹੜੇ ਲੋਕ ਯੂਰਪ 'ਚ ਇੱਥੋਂ ਨਿਕਲਦੇ ਸੀਗੇ, ਇੱਥੇ ਇੱਕ ਦੇਸ਼ ਆ, ਆਹ ਵਾਲਾ ਦੇਸ਼, ਆਹ ਦੇਸ਼ ਆ ਜਿਹਨੂੰ ਮੈਂ ਸਰਕਲ ਕਰ ਰਿਹਾ, ਇਹ ਦੇਸ਼ ਆ ਇਟਲੀ। ਇਟਲੀ ਵੀ ਯੂਰਪ ਨੂੰ ਭੂ-ਮੱਧ ਸਾਗਰ ਮੈਡੀਟੇਰੀਅਨ ਸੀ 'ਚ ਉੱਤਰ ਨਹੀਂ ਸੀ ਦਿੰਦਾ। ਇਟਲੀ ਵੀ ਉੱਤਰ ਨਹੀਂ ਸੀ ਦਿੰਦਾ ਕਿ ਤੁਸੀਂ ਸਾਡੇ ਤੋਂ ਸਮਾਨ ਖਰੀਦੋ, ਨਾ ਕਿ ਭੂ-ਮੱਧ ਸਾਗਰ 'ਚ ਜਾਓ। ਇਹ ਗੱਲ ਸਮਝ ਆ ਗਈ? ਲਓ ਜੀ, ਤੀਸਰਾ ਕਾਰਨ ਇਟਲੀ ਵਾਲੇ ਭੂ-ਮੱਧ ਸਾਗਰ ਮੈਡੀਟੇਰੀਅਨ ਸੀ 'ਚ ਅੜ ਕੇ ਬਹਿ ਗਏ। ਚੌਥੀ ਗੱਲ, ਸਭ ਤੋਂ ਇੰਪੋਰਟੈਂਟ ਗੱਲ ਆ ਗਈ ਆਪਣੇ ਕੋਲ ਕਿ ਆ ਤਾਂ ਹੋ ਗਿਆ ਆਪਣੇ ਕੋਲ। ਸੋ ਇਹ ਸਾਰਾ ਕਾਰਨ ਸੀਗਾ ਜਿਹਦੇ ਕਰਕੇ ਯੂਰੋਪੀਅਨਸ ਦਾ ਜਾਂ ਯੂਰੋਪੀਅਨ ਲੋਕਾਂ ਦਾ ਭਾਰਤ ਵੱਲ ਅਸੈਸ ਜਿਹੜਾ ਸੀਗਾ ਉਹ ਘਟ ਗਿਆ। ਭਾਰਤ ਦੀਆਂ ਜਿਹੜੀਆਂ ਵੱਖੋ ਵੱਖ ਕੀਮਤੀ ਚੀਜ਼ਾਂ ਸੀ, ਜਿਨ੍ਹਾਂ 'ਚ ਮਸਾਲੇ ਆ ਗਏ, ਸਿਲਕ ਆ ਗਈ ਤੇ ਹੋਰ ਕੀਮਤੀ ਸਮਾਨ ਆ ਗਿਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹਨਾਂ ਦੀ ਮੰਗ ਯੂਰਪ 'ਚ ਵਧੀ। ਪ੍ਰੈਸ਼ਰ ਪਿਆ ਕਿ ਹਾਂ ਹੁਣ ਇੰਡੀਆ ਤੱਕ ਜਾਣ ਦਾ ਨਵਾਂ ਰਾਹ ਲੱਭਿਆ ਜਾਵੇ। ਠੀਕ ਆ, ਹੁਣ ਇੰਡੀਆ ਤੱਕ ਜਾਣ ਦਾ ਜਿਹੜਾ ਨਵਾਂ ਰਾਹ ਲੱਭਣ ਵਾਸਤੇ ਇਹੀ ਉਹ ਯੁੱਗ ਸੀਗਾ ਜਦੋਂ ਯੂਰਪ ਦੇ ਵਿੱਚ ਇੱਕ ਪੁਨਰ ਜਾਗਰਣ ਦੀ ਲਹਿਰ ਚੱਲੀ ਹੈ। ਪੁਨਰ ਜਾਗਰਣ ਕਿਸੇ ਵੀ ਇਲਾਕੇ 'ਚ, ਇੰਗਲਿਸ਼ 'ਚ ਕਹਿੰਦੇ ਰੈਨੀਸੈਂਸ ਕਿਸੇ ਵੀ ਇਲਾਕੇ ਦੇ ਵਿੱਚ ਉਸ ਘਟਨਾ ਨੂੰ ਕਿਹਾ ਜਾਂਦਾ ਹੈ ਜਦੋਂ ਆਪਾਂ ਕਹੀਏ ਨਾ ਕਿ ਰਿਵਾਈਵਲ ਆਫ ਕਲਚਰ, ਕਿ ਕਿਸੇ ਦੇਸ਼ 'ਚ ਸੱਭਿਅਤਾ ਨਵੇਂ ਸਿਰਿਓਂ ਖੜੀ ਹੋ ਗਈ। ਜੋ ਉਸ ਸੱਭਿਅਤਾ 'ਚ ਹੁਣ ਤੱਕ ਹੋ ਰਿਹਾ ਸੀ, ਅੰਧ ਵਿਸ਼ਵਾਸ, ਧਰਮ ਦੇ ਨਾਂ ਤੇ ਲੋਕਾਂ ਦੀ ਠੱਗੀ, ਲੁੱਟ ਖੋਹ, ਸਭ ਬੰਦ ਹੋ ਗਿਆ। ਇਹ ਕਦੋਂ ਬੰਦ ਹੁੰਦਾ ਹੈ? ਇਹ ਉਦੋਂ ਤੱਕ ਬੰਦ ਨਹੀਂ ਹੁੰਦਾ ਜਦੋਂ ਤੱਕ ਲੋਕ ਰੈਸ਼ਨਲ ਨਾ ਹੋਣ, ਲੋਕ ਉਹ ਨਾ ਹੋਣ, ਮਤਲਬ ਕਿ ਆਪਣੀ ਸੋਚ ਤੇ ਆਪ ਪੈਰਾ ਨਾ ਦੇਣ। ਠੀਕ ਆ, ਜਿਹਨੂੰ ਪੰਜਾਬੀ 'ਚ ਆਪਾਂ ਬਹੁਤੇ ਸ਼ਬਦਾਂ ਦੀ ਥਾਂ ਕਹਿ ਦਈਏ ਲੋਕਾਂ ਦਾ ਤਰਕਵਾਦੀ ਹੋਣਾ। ਪਹਿਲੀ ਵਾਰ ਯੂਰਪ ਦੇ ਵਿੱਚ ਲੋਕਾਂ 'ਚ ਰੈਸ਼ਨਲਿਜ਼ਮ ਦੀ ਫੀਲਿੰਗ ਆਈ, ਤਰਕਵਾਦ ਦੀ ਫੀਲਿੰਗ ਆਈ। ਤੇ ਜਦੋਂ ਲੋਕਾਂ 'ਚ ਤਰਕਵਾਦ ਦੀ ਫੀਲਿੰਗ ਆਉਂਦੀ ਹੈ ਨਾ, ਤਾਂ ਲੋਕ ਆਪਣੇ ਲੀਡਰਾਂ ਨੂੰ ਸਵਾਲ ਪੁੱਛਣਾ ਸ਼ੁਰੂ ਕਰ ਦਿੰਦੇ ਆ। ਜਿਸ ਦਿਨ ਸਵਾਲ ਪੁੱਛਣੇ ਸ਼ੁਰੂ ਹੋ ਗਏ ਲੀਡਰਾਂ ਨੂੰ, ਸਮਝੋ ਕਿ ਲੋਕਾਂ 'ਚ ਤਰਕ ਦੀ ਭਾਵਨਾ ਪੈਦਾ ਹੋ ਗਈ। ਤੇ ਯੂਰਪ ਦੇ ਵਿੱਚ ਕਹਿੰਦੇ ਆ ਕਿ 1450 ਦੇ ਨੇੜੇ ਨਾ ਇੱਕ ਜਰਮਨ ਦੇ ਵਿੱਚ ਇੱਕ ਨਾ ਸ਼ਖਸ ਹੋਇਆ, ਮਾਰਟਿਨ ਲੂਥਰ। ਇਸੇ ਨਾਂ ਦਾ ਇੱਕ ਸ਼ਖਸ 19ਵੀਂ ਸਦੀ 'ਚ ਬਲੈਕ ਹੋਇਆ ਹੈ ਅਮਰੀਕਾ 'ਚ, ਮਾਰਟਿਨ ਲੂਥਰ ਕਿੰਗ। ਉਹਨੂੰ ਮਾਰਟਿਨ ਲੂਥਰ ਜੂਨੀਅਰ ਵੀ ਕਹਿ ਦਿੰਦੇ ਆ, ਕਿਉਂਕਿ ਇੱਕ ਪਹਿਲਾਂ ਵੀ ਜਰਮਨ ਦਾ ਮਾਰਟਿਨ ਲੂਥਰ ਮਸ਼ਹੂਰ ਹੋਇਆ। ਉਹਨੇ ਪੌਪ ਦੇ ਖਿਲਾਫ, ਪੌਪ ਸਮਝਦੇ ਹੋ, ਪਾਦਰੀ, ਉਹਨੇ ਚਰਚ ਦੇ ਖਿਲਾਫ ਆਵਾਜ਼ ਉਠਾਤੀ ਕਿ ਚਰਚ ਲੋਕਾਂ ਨੂੰ ਠੱਗ ਰਹੀ ਹੈ। ਚਰਚ ਮਤਲਬ ਪਾਦਰੀ, ਧਾਰਮਿਕ ਲੋਕ ਜਿਹੜੇ ਆ ਉਹ ਲੋਕਾਂ ਨੂੰ ਠੱਗ ਰਹੇ ਆ। ਸੋ ਉਹਨੇ ਚਰਚ ਦੇ ਖਿਲਾਫ ਐਸੀ ਆਵਾਜ਼ ਉਠਾਈ ਕਿ ਉਹਦੇ ਕਰਕੇ ਹੀ ਲੋਕਾਂ 'ਚ ਪੁਨਰ ਜਾਗਰਣ ਦੀ ਪੈਦਾ ਹੋਇਆ। ਪੁਨਰ ਜਾਗਰਣ ਨੇ ਲੋਕਾਂ ਨੂੰ ਥੋੜ੍ਹਾ ਜਿਹਾ ਆਪਣੇ ਧਰਮ 'ਚ ਸੁਧਾਰ ਕਰਨ ਵਾਸਤੇ ਪ੍ਰੇਰਿਤ ਕੀਤਾ। ਮਤਲਬ ਰੀਫਾਰਮੇਸ਼ਨ ਲੈਡ ਟੂ ਰੈਨੀਸੈਂਸ ਲੈਡ ਟੂ ਰੀਫਾਰਮੇਸ਼ਨ। ਪੁਨਰ ਜਾਗਰਣ ਦੀ ਬਿਰਤੀ ਨੇ ਲੋਕਾਂ ਦੇ ਵਿੱਚ ਤਰਕ ਜਗਾਇਆ, ਲੋਕਾਂ ਨੂੰ ਆਪਣੇ ਹੀ ਧਰਮ ਦੇ ਵਿੱਚ ਨੁਕਸ ਲੱਭਿਆ ਤੇ ਲੋਕਾਂ ਨੇ ਆਪਣੇ ਹੀ ਧਰਮ ਨੂੰ ਦੁਬਾਰਾ ਸੁਧਾਰਿਆ। ਇਸੇ ਕਰਕੇ ਕਹਿੰਦੇ ਆ ਕਿ ਪੁਨਰ ਜਾਗਰਣ ਨੇ ਧਾਰਮਿਕ ਸੁਧਾਰਾਂ ਵੱਲ ਨੂੰ ਯੂਰਪ ਦਾ ਰਾਹ ਮੋੜ ਦਿੱਤਾ 15ਵੀਂ ਸਦੀ 'ਚ। ਠੀਕ ਆ, ਰੈਨੀਸੈਂਸ ਲੈਡ ਟੂ ਰੀਫਾਰਮੇਸ਼ਨ ਆਫ ਯੂਰਪ ਇਨ 15th ਸੈਂਚੁਰੀ। ਲਾਈਨ ਸਮਝ ਆ ਗਈ? ਆ ਜਾਓ ਮੇਨ ਮੁੱਦੇ ਤੇ। ਇਹ ਇੱਕ ਬੜਾ ਮਾਨ ਕਾਰਨ ਬਣਿਆ। ਜਦੋਂ ਲੋਕਾਂ 'ਚ ਤਰਕ ਆਇਆ ਤਾਂ ਪਹਿਲਾਂ ਪੁਰਾਣੇ ਅੰਧ ਵਿਸ਼ਵਾਸੀ ਕੀ ਕਹਿੰਦੇ ਸੀ, ਅੱਛਾ ਸਮੁੰਦਰ ਟੱਪੇਗਾ ਪਾਪ ਲੱਗੂਗਾ। ਉਹ ਪਾਪ, ਉਹ ਮਿੱਥ, ਉਹ ਵਹਿਮ ਸਭ ਖਤਮ ਹੋ ਗਏ। ਲੋਕ ਸਮੁੰਦਰ 'ਚ ਵੜੇ ਤੇ ਅਗਲੀਆਂ ਧਰਤੀਆਂ ਤੱਕ ਪਹੁੰਚੇ ਤੇ ਯੂਰਪ ਨੇ ਆਪਣੇ ਤੋਂ ਬਾਹਰ ਦੂਜੀਆਂ ਧਰਤੀਆਂ ਨੂੰ ਲੱਭਣ ਦਾ ਜਿਹੜਾ ਪ੍ਰਯਾਸ ਸੀਗਾ ਉਹ ਕੀਤਾ ਤੇ ਉਹ 'ਚ ਕਾਮਯਾਬ ਹੋਏ। ਇਟ ਲੈਡ ਟੂ ਨਿਊ ਜੋਗ੍ਰਾਫੀਕਲ ਡਿਸਕਵਰੀਜ਼। ਨਵੀਆਂ ਭੂਗੋਲਿਕ ਖੋਜਾਂ ਨੇ ਦੁਨੀਆ 'ਚ ਯੂਰਪ ਨੂੰ ਬਾਕੀ ਸਾਰੀ ਦੁਨੀਆ ਤੋਂ ਵੱਖ ਕਰਤਾ। ਜਿਹੜਾ ਯੂਰਪ, ਇਤਿਹਾਸ ਖੋਲ੍ਹ ਕੇ ਦੇਖ ਲਓ, ਪਹਿਲੀ ਸਦੀ ਤੋਂ ਲੈ ਕੇ 15ਵੀਂ ਸਦੀ ਤੱਕ ਜਿਹੜਾ ਯੂਰਪ ਪੂਰੀ ਦੁਨੀਆ 'ਚ ਪਿਛੜਿਆ ਹੋਇਆ ਹੈ, ਨਾ ਤਾਂ ਸਾਇੰਟੀਫਿਕ ਡਿਸਕਵਰੀਜ਼ ਚੱਗੇ ਆ, ਨਾ ਕਿਸੇ ਪ੍ਰਕਾਰ ਦੀਆਂ ਇਨਵੈਂਸ਼ਨਸ ਚੱਗੇ ਆ। ਉਹ ਵਾਲਾ ਯੂਰਪ 15ਵੀਂ ਸਦੀ ਤੋਂ ਬਾਅਦ ਇੰਨੀ ਰਫ਼ਤਾਰ ਨਾਲ ਵੱਧਦਾ ਹੈ ਕਿ ਜਿਹੜੇ 15ਵੀਂ ਸਦੀ ਤੱਕ ਦੇ ਲੀਡਰ ਸੀ ਸਾਇੰਸ ਦੇ, ਇੰਡੀਆ, ਚਾਈਨਾ, ਇਜਿਪਟ, ਤੁਸੀਂ ਕਹੋਗੇ ਬੜਾ ਚੁਣਵੇਂ ਜਿਹੇ ਨਾਮ ਲਏ ਆ, ਇੰਡੀਆ, ਚਾਈਨਾ, ਇਜਿਪਟ। ਇੰਡੀਆ ਦੇ ਚਰਕ ਆਰਿਆਭੱਟ ਨੂੰ ਜਾਣਦੇ ਹੋ? ਚਾਈਨਾ ਦੀ ਉਸ ਟਾਈਮ ਦੀ ਸਾਇੰਸ ਨੂੰ ਜਾਣਦੇ ਹੋ? ਚਾਈਨਾ ਦੀਆਂ ਅਬੈਕਸ ਵਗੈਰਾ, ਤੇ ਇਜਿਪਟ ਦੇ ਪਿਰਾਮਿਡਸ ਨੂੰ ਜਾਣਦੇ ਹੋ? ਇਹ ਸਾਰੀਆਂ ਇਹ ਪਹਿਲੀ ਸਦੀ ਤੋਂ ਦੇ ਨੇੜੇ ਤੇੜੇ ਦੀਆਂ ਖੋਜਾਂ ਹੀ ਆ। ਇਟ ਮੀਨਸ ਉਹਨਾਂ ਦੇਸ਼ਾਂ 'ਚ ਇਹਨਾਂ ਦੀ ਸਾਇੰਸ ਤਾਂ ਬਹੁਤ ਸੀ। ਆ ਜਿਹੜੀ ਯੂਰਪ ਦੀ ਸਾਇੰਸ ਸ਼ੁਰੂ ਹੋਈ ਹੈ ਤਾਂ 15ਵੀਂ ਸਦੀ ਤੋਂ ਬਾਅਦ ਹੋਈ ਹੈ ਜਾ ਕੇ। ਉਹ ਤਾਂ ਅਨਪੜ੍ਹਾਂ ਦਾ ਕੰਟੀਨੈਂਟ ਹੁੰਦਾ ਸੀਗਾ ਯੂਰਪ ਪਹਿਲਾਂ। ਸੋ ਉੱਥੇ ਨਵੀਆਂ ਭੂਗੋਲਿਕ ਖੋਜਾਂ ਨੇ ਯੂਰਪ ਦੇ ਦੇਸ਼ਾਂ ਨੂੰ ਤੇ ਯੂਰਪ ਦੇ ਦੇਸ਼ਾਂ ਦੇ ਰਾਜਿਆਂ ਨੂੰ ਮਜਬੂਰ ਕੀਤਾ ਕਿ ਜਾਓ ਪੂਰੀ ਦੁਨੀਆ ਲੱਭੋ। ਤੇ ਉਦੋਂ ਤੱਕ ਕਿਸਮਤ ਐਡੀ ਮਾੜੀ ਸੀ ਦੁਨੀਆ ਦੇ ਬਾਕੀ ਕੰਟੀਨੈਂਟਸ ਦੀ ਕਿ ਉੱਥੋਂ ਦੇ ਲੋਕ ਹੁਣ ਅਨਪੜ੍ਹਤਾ ਵੱਲ ਵੱਧ ਰਹੇ ਸੀਗੇ। 15ਵੀਂ ਸਦੀ ਦਾ 16ਵੀਂ ਸਦੀ ਦਾ ਭਾਰਤ ਅੰਧ ਵਿਸ਼ਵਾਸ ਦੀਆਂ ਲੀਕਾਂ 'ਤੇ ਸੀ।
ਸਾਇੰਸ ਇਹ 1000 ਸਾਲ ਪਿੱਛੇ ਛੱਡ ਆਏ ਸੀ। ਇਹੀ ਹਾਲ ਚਾਈਨਾ ਦਾ ਸੀ, ਇਹੀ ਹਾਲ ਇਜਿਪਟ ਦੇ ਇਜਿਪਸ਼ੀਅਨਸ ਦਾ ਸੀਗਾ। ਮੇਰੀ ਗੱਲ ਸਮਝ ਗਏ ਹੋ ਨਾ। ਸੋ ਭਾਰਤ ਵਰਗੇ ਉਹ ਲੇਖ ਜਿਹੜੇ ਕਿ ਦੂਜੀ ਤੀਜੀ ਸਦੀ ਤੱਕ ਸਾਇੰਸ ਦੇ ਪਿਤਾਮਾ ਮੰਨੇ ਜਾਂਦੇ ਸੀਗੇ, ਉਹ ਦੇਸ਼ਾਂ ਦਾ ਆਹ ਬੁਰਾ ਹਾਲ ਹੋ ਗਿਆ। ਐਨੀ ਡਾਊਟ? ਆ ਜਾਓ ਗੱਲ ਕਰਦੇ ਹਾਂ ਪੁਰਤਗਾਲੀਆਂ ਦੀ। ਠੀਕ ਆ ਕਿ ਉਹਨਾਂ ਸਮਿਆਂ ਦੇ ਵਿੱਚ ਹੁਣ ਭਾਰਤ ਦੇ ਵਿੱਚ ਯੂਰੋਪੀਅਨਸ ਦਾ ਆਗਮਨ ਸ਼ੁਰੂ ਹੋਇਆ। ਭਾਰਤ 'ਚ ਹੁਣ ਯੂਰੋਪੀਅਨਸ ਆਉਣਗੇ ਅਤੇ ਯੂਰੋਪੀਅਨਸ ਦੇ ਵਿੱਚ ਮੋਟੇ ਤੌਰ 'ਤੇ 4-5 ਤਾਕਤਾਂ ਆਈਆਂ। ਇੱਕ ਭਾਰਤ 'ਚ ਪੁਰਤਗਾਲੀ ਆਏ ਆ। ਕਹਿੰਦੇ ਪੁਰਤਗਾਲੀ ਭਾਰਤ ਦੇ ਵਿੱਚ 1450 ਤੋਂ ਬਾਅਦ ਹੀ ਆਉਣਾ ਸ਼ੁਰੂ ਹੁੰਦੇ ਆ। ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਕਿ 1450 ਤੋਂ ਬਾਅਦ ਹੋਇਆ ਕੀ ਆ। 1450 ਤੋਂ ਬਾਅਦ ਯੂਰਪ ਦੇ ਵਿੱਚ ਇੱਕ ਰੈਨੀਸੈਂਸ, ਇੱਕ ਨਵੇਂ ਪੁਨਰ ਜਾਗਰਣ ਦੀ ਭਾਵਨਾ ਪੈਦਾ ਹੋਈ ਆ। ਉਸੇ ਪੁਨਰ ਜਾਗਰਣ ਦੀ ਭਾਵਨਾ ਨੇ ਲੋਕਾਂ ਨੂੰ ਮਜਬੂਰ ਕੀਤਾ ਹੈ ਕਿ ਤੁਸੀਂ ਨਵੀਆਂ ਡਿਸਕਵਰੀਜ਼ ਕਰੋ। ਉਸੇ ਦੇ ਤਹਿਤ ਪੁਰਤਗਾਲੀ 1470 ਤੋਂ ਬਾਅਦ ਪੂਰੀ ਦੁਨੀਆ ਨੂੰ ਲੱਭਣ ਵਾਸਤੇ ਨਾ ਤਰਲੋ ਮੱਛੀ ਹੋ ਜਾਂਦੇ ਆ। ਅਤੇ ਇਹੀ ਕੰਮ ਸਪੇਨ ਦਾ ਵੀ ਸੀਗਾ। ਸਪੇਨ ਤੇ ਪੁਰਤਗਾਲੀ ਰਾਜੇ ਆਪਸ 'ਚ ਲੜ ਪਏ। ਪੋਪ ਲੀਓ ਨੇ ਬੈਠ ਕੇ ਸਮਝੌਤਾ ਕਰਾਇਆ ਕਿ ਬਈ ਲੜੋ ਨਾ ਯਾਰ, ਬਸ ਕਰੋ। ਇਸ ਪੋਪ ਲੀਓ ਨੇ ਜਿਹੜਾ ਬੈਠ ਕੇ ਸਮਝੌਤਾ ਕਰਾਇਆ, ਉਹ ਸਮਝੌਤਾ ਕੀ ਸੀਗਾ ਕਿ ਆਹ ਪੂਰੀ ਦੁਨੀਆ ਹੈ, ਆਹ ਯੂਰਪ ਆ, ਆਹ ਯੂਰਪ ਦੇ ਥੱਲੇ ਅਫਰੀਕਾ ਹੈ, ਆਹ ਨਾਰਥ ਅਮਰੀਕਾ ਹੈ, ਆਹ ਸਾਊਥ ਅਮਰੀਕਾ ਹੈ, ਆਹ ਯੂਰਪ ਦੇ ਨਾਲ ਏਸ਼ੀਆ ਹੈ, ਆਹ ਏਸ਼ੀਆ ਇਵੇਂ ਜਿਹਦਾ, ਆਹ ਇੰਡੀਅਨ ਓਸ਼ੀਅਨ ਆ, ਆਹ ਮੈਡੀਟੇਰੀਅਨ ਸੀ ਆ, ਆਹ ਐਟਲਾਂਟਿਕ ਓਸ਼ੀਅਨ ਆ। ਉਹਨੇ ਕੀ ਕੀਤਾ, ਕਹਿੰਦਾ ਕਲਪਨਾ ਕਰੋ ਆਹ ਯੂਰਪ ਆ, ਇੱਥੇ ਇੱਕ ਇਮੈਜਨਰੀ ਲਾਈਨ ਖਿੱਚ ਲਓ, ਕਾਲਪਨਿਕ ਲਾਈਨ। ਇੱਥੋਂ ਇੱਧਰ ਦੀ ਦੁਨੀਆ ਜਿਹੜੀ ਆ ਉਹਨੂੰ ਪੁਰਤਗਾਲੀ ਲੱਭਣਗੇ, ਇੱਧਰਲੀ ਦੁਨੀਆ ਨੂੰ ਕੌਣ ਲੱਭੂਗਾ? ਸਪੇਨੀ ਲੱਭਣਗੇ, ਸਪੈਨਿਸ਼ ਲੱਭਣਗੇ। ਆ ਗੱਲ ਸਮਝ ਆ ਗਈ? ਇਸ ਟ੍ਰੀਟੀ ਨੂੰ ਕੀ ਕਿਹਾ ਗਿਆ? ਇਸੇ ਟ੍ਰੀਟੀ ਨੂੰ ਟ੍ਰੀਟੀ ਆਫ ਟੋਰਡੋਲਿਸ ਕਿਹਾ ਗਿਆ। ਸੋ ਇਸ ਸੰਧੀ ਦੇ ਮੁਤਾਬਕ ਦੋਵਾਂ ਰਾਜਿਆਂ 'ਚ ਮੌਕੇ ਦੇ ਪੌਪ ਨੇ ਸਮਝੌਤਾ ਕਰਵਾਤਾ। ਅਤੇ ਫਿਰ ਜਿਹੜਾ ਉਹ ਸੀਗਾ, ਆ ਜਾਓ ਵੀ ਹੁਣ ਸਭ ਤੋਂ ਪਹਿਲਾਂ ਪੌਪ ਨਿਕੋਲਸ 5 ਨੇ ਕਿੰਗ ਹੈਨਰੀ ਜਿਹੜਾ ਸੀਗਾ, ਠੀਕ ਆ, ਉਹਨੂੰ ਕਹਿਤਾ, ਜਿਹੜਾ ਕਿ ਉਸ ਟਾਈਮ ਉੱਥੋਂ ਦਾ ਪੁਰਤਗਾਲ ਦਾ ਰਾਜਾ ਸੀਗਾ। ਇਹ ਆਪਣੇ ਆਪ ਨੂੰ ਹੈਨਰੀ ਨੈਵੀਗੇਟਰ ਵੀ ਕਹਿੰਦਾ ਸੀ, ਕਿਉਂਕਿ ਜਿੰਨਾ ਪੈਸਾ ਸਮੁੰਦਰ 'ਚ ਦੁਨੀਆ ਲੱਭਣ ਵਾਸਤੇ ਇਹਨੇ ਇਨਵੈਸਟ ਕੀਤਾ ਪੁਰਤਗਾਲ ਦੇ ਰਾਜੇ ਨੇ, ਉਹਨਾਂ ਕਰਿਆ ਨਹੀਂ ਕਿਸੇ ਨੇ। ਠੀਕ ਆ। ਸੋ ਉਹਨੇ 1494 'ਚ ਟ੍ਰੀਟੀ ਆਫ ਟੋਰਡੋਲਿਸ ਕਰਵਾਤੀ ਸੀ ਪੌਪ ਨੇ। ਕਿਹਦੇ 'ਚ? ਸਪੇਨ ਦੇ ਰਾਜੇ 'ਚ ਅਤੇ ਕਿਹਦੇ ਰਾਜੇ 'ਚ? ਪੁਰਤਗਾਲ ਦੇ ਰਾਜੇ 'ਚ। ਕਹਿੰਦੇ ਜਿਹੜੀ ਗੈਰ ਅਸਾਈਆਂ ਦੀ ਧਰਤੀ ਆ, ਵਟ ਇਜ਼ ਗੈਰ ਅਸਾਈਆਂ ਦੀ ਧਰਤੀ? ਗੈਰ ਅਸਾਈਆਂ ਦੀ ਧਰਤੀ ਮਤਲਬ ਯੂਰਪ ਦੀ ਧਰਤੀ ਨੂੰ ਛੱਡ ਕੇ ਬਾਕੀ ਸਾਰੀ ਦੁਨੀਆ। ਕਹਿੰਦਾ ਉਸ ਦੁਨੀਆ ਨੂੰ ਲੱਭਣ ਵਾਸਤੇ ਇੱਕ 1300 ਮਾਈਲ ਦੂਰ ਇੱਕ ਕੇਪ ਵੈਡੀਡਨ ਆਈਲੈਂਡ ਆ ਅਟਲਾਂਟਿਕ 'ਚ, ਉੱਤੋਂ 1300 ਮਾਈਲ ਦੂਰ, ਠੀਕ ਆ, ਉੱਥੇ ਇੱਕ ਲਾਈਨ ਡਰॉ ਕਰਾਂਗੇ ਇਮੈਜਨਰੀ। ਉੱਤੋਂ ਈਸਟ ਵਾਲੇ ਪਾਸੇ ਦੁਨੀਆ ਲੱਭੂਗਾ ਪੁਰਤਗਾਲ ਅਤੇ ਵੈਸਟ ਵਾਲੇ ਪਾਸੇ ਦੁਨੀਆ ਕੌਣ ਲੱਭੂਗਾ? ਸਪੇਨ। ਸੋ ਇਹ ਟ੍ਰੀਟੀ ਆਫ ਟੋਰਡੋਲਿਸ ਕਰਾ ਦਿੱਤੀ ਗਈ। ਠੀਕ ਆ। ਸੋ ਇਸ ਟ੍ਰੀਟੀ ਨੂੰ ਪੂਰੇ 1494 'ਚ ਹੋਈ। ਇਸ ਟ੍ਰੀਟੀ ਦੇ ਹੋਣ ਤੋਂ ਪਹਿਲਾਂ ਹੀ ਪੁਰਤਗਾਲ ਅਤੇ ਸਪੇਨ, ਤੁਸੀਂ ਨੋਟਿਸ ਕੀਤੀ ਇਹ ਗੱਲ ਕਿ ਯੂਰਪ ਦੇ ਦੇਸ਼ਾਂ 'ਚ 2 ਦੇਸ਼ ਹੀ ਆ ਜਿਹੜੇ ਇਸ ਟਾਈਮ ਪੈਸਾ ਇਨਵੈਸਟ ਕਰ ਰਹੇ ਆ। ਕਿਹੜੇ? ਇੱਕ ਪੁਰਤਗਾਲ ਅਤੇ ਇੱਕ ਕਿਹੜਾ? ਸਪੇਨ। ਇੰਗਲੈਂਡ ਦਾ ਵੀ ਰਾਜਾ ਸੀ ਉਦੋਂ, ਹੋਰ ਦੇਸ਼ਾਂ ਦੇ ਵੀ ਰਾਜੇ ਸੀ। ਇੰਗਲੈਂਡ ਦੇ ਰਾਜੇ ਨੇ ਇਨਵੈਸਟਮੈਂਟ ਸ਼ੁਰੂ ਕੀਤੀ ਆ 1500 ਤੋਂ ਬਾਅਦ। ਇੰਗਲੈਂਡ ਦਾ ਰਾਜਾ ਇਨਵੈਸਟਮੈਂਟ ਸ਼ੁਰੂ ਕਰਦਾ 1500 ਤੋਂ ਬਾਅਦ। ਉਸ ਤੋਂ ਪਹਿਲਾਂ ਵਾਲੇ ਰਾਜੇ ਜਿਹੜੇ ਇੰਗਲੈਂਡ ਦੇ ਆ, ਉਹ ਅਸਲ 'ਚ ਆਪਣੀ ਅਯਾਸ਼ੀ 'ਚ ਹੀ ਮਸਤ ਸੀਗੇ। ਉਹਦੀ ਵਜ੍ਹਾ ਹੈ ਇੰਗਲੈਂਡ ਦੇ ਵਿੱਚ ਬਹੁਤ ਸਾਰੀਆਂ ਚਰਚਾਂ ਹੁੰਦੀਆਂ ਸੀ, ਅਤੇ ਇੰਗਲੈਂਡ ਦਾ ਰਾਜਾ ਜਿਹੜਾ ਸੀਗਾ ਉਹ ਚਰਚ ਦਾ, ਉਹ ਇੰਗਲੈਂਡ ਦਾ ਜਿਹੜਾ ਰਾਜਾ ਹੁੰਦਾ ਸੀਗਾ, ਠੀਕ ਆ, ਉਹ ਪਾਦਰੀਆਂ ਨਾਲ ਮਿਲ ਕੇ ਬਹੁਤ ਪੈਸੇ ਖਾਂਦਾ ਸੀ ਚਰਚ ਤੋਂ। ਠੀਕ ਆ। 15ਵੀਂ ਸੈਂਚਰੀ 'ਚ 1450 ਤੋਂ ਬਾਅਦ ਯੂਰਪ ਦੇ ਵਿੱਚ ਇੱਕ ਲਹਿਰ ਚੱਲ ਗਈ, ਰੈਨੀਸੈਂਸ, ਪੁਨਰ ਜਾਗਰਣ। ਉਹਦੇ ਕਰਕੇ ਲੋਕਾਂ ਨੇ ਆਪਣੇ ਧਰਮ ਦੇ ਅੱਗੇ ਕਿੰਤੂ ਪਰੰਤੂ ਕਰਨੀ ਸ਼ੁਰੂ ਕਰਤੀ। ਲੋਕ ਸਿੱਧਾ ਚਰਚ ਨੂੰ ਮਾੜਾ ਚੰਗਾ ਬੋਲਣ ਲੱਗ ਪਏ। ਚਰਚ ਦੇ ਜਿਹੜੇ ਲੋਕ ਸੀਗੇ, ਜਿਹੜੇ ਚਰਚ ਨੂੰ ਮੰਨਦੇ ਸੀ, ਈਸਾਈ ਕੈਥਲਿਕ ਧਰਮ ਵਾਲੇ, ਉਹ ਹੁਣ ਕੈਥਲਿਕ ਧਰਮ ਛੱਡ ਕੇ ਇੱਕ ਨਵੇਂ ਧਰਮ 'ਚ ਤਬਦੀਲ ਹੋਣ ਲੱਗ ਪਏ, ਪ੍ਰੋਟੈਸਟੈਂਟ, ਵਿਰੋਧੀ ਅਭਾਸ ਵਾਲਾ ਜਿਹੜਾ ਧਰਮ ਸੀਗਾ। ਮੰਨਦੇ ਉਹ ਵੀ ਈਸਾ ਮਸੀਹ ਨੂੰ ਸੀ, ਪਰ ਕਹਿੰਦੇ ਜਿਹੋ ਜਿਹੀ ਚਰਚ ਤੁਹਾਡੀ ਹੈ ਨਾ, ਲੱਛਣਾਂ ਜੇ ਕਰਦੀ ਆ, ਇਸ ਚਰਚ ਨੂੰ ਅਸੀਂ ਨਹੀਂ ਮੰਨਣਾ। ਸਾਡੇ ਈਸਾ ਮਸੀਹ ਸਾਡੇ ਗੁਰੂ ਨੇ, ਪਰ ਉਹਨਾਂ ਦੀ ਚਰਚ ਅਸੀਂ ਅੱਡ ਬਣਾਵਾਂਗੇ, ਅੰਧ ਵਿਸ਼ਵਾਸਾਂ ਤੋਂ ਰਹਿਤ ਹੋਊਗੀ ਸਾਡੀ ਚਰਚ। ਇਸ ਕਰਕੇ ਇੰਗਲੈਂਡ ਦੇ ਰਾਜੇ ਨੂੰ ਲੱਗਿਆ ਕਿ ਮੇਰੀ ਤਾਂ ਜ਼ਮੀਨ ਖਿਸਕਣ ਲੱਗ ਪਈ ਹੁਣ, ਕਿਉਂਕਿ ਇੱਕ ਲੋਕ ਮੈਨੂੰ ਮੰਨਦੇ ਆ ਅਤੇ ਇੱਕ ਚਰਚ ਨੂੰ ਮੰਨਦੇ ਆ। ਅੱਜ ਚਰਚ ਅੱਗੇ ਕਿੰਤੂ ਪਰੰਤੂ, ਕੱਲ੍ਹ ਮੇਰਾ ਜਲੂਸ ਕੱਢ ਦੇਣਗੇ। ਸੋ ਰਾਜੇ ਨੇ ਕੀ ਕੀਤਾ, ਰਾਜਾ 100-150 ਸਾਲ ਤਾਂ ਕੈਥਲਿਕਾਂ ਅਤੇ ਪ੍ਰੋਟੈਸਟੈਂਟਾਂ ਦੀ ਲੜਾਈ 'ਚ ਉਲਝਦਾ ਰਿਹਾ। 2 ਰਾਜਿਆਂ ਨੇ ਘੱਟ ਇੰਟਰਸਟ ਸ਼ੋਅ ਕੀਤਾ। ਕਿਹੜੇ? ਇੱਕ ਹੈਨਰੀ ਨੇ ਅਤੇ ਇੱਕ ਸਪੇਨ ਦੇ ਰਾਜੇ ਨੇ। ਇਹ ਲਾਗੇ ਇਨਵੈਸਟਮੈਂਟ ਕਰਨ, ਦੁਨੀਆ ਲੱਭਣ। ਬਾਕੀ ਰਾਜੇ ਤਾਂ ਆਪਣੀ ਪ੍ਰਜਾ ਨਾਲ ਹੀ ਉਲਝ ਰਹੇ ਹਜੇ।
1500 1550 ਤੋਂ ਬਾਅਦ ਫਿਰ ਉਹਨਾਂ ਨੂੰ ਵੀ ਪਤਾ ਲੱਗ ਜੂਗਾ ਕਿ ਪ੍ਰਜਾ ਨਾਲ ਉਲਝਣ ਦਾ ਕੋਈ ਫਾਇਦਾ ਨਹੀਂ, ਆਪਣੇ ਕੰਮਕਾਰ 'ਚ ਚਲੋ ਆਪਾਂ ਵੀ ਇਨਵੈਸਟਮੈਂਟ ਕਰੀਏ ਤੇ ਦੁਨੀਆ ਦੇ ਉਹ ਦੇਸ਼ ਲੱਭੀਏ ਜਿਹੜੇ ਹਜੇ ਕਿਸੇ ਇਹਨਾਂ ਦੋਵਾਂ ਨੇ ਨਾ ਲੱਭੇ ਹੋਣ, ਫਿਰ ਆਪਾਂ ਵੀ ਉਹਨਾਂ 'ਤੇ ਕਬਜ਼ਾ ਕਰਾਂਗੇ। ਫਿਰ ਹੋੜ ਲੱਗੀ, ਪੂਰਾ ਨਾਰਥ ਅਮਰੀਕਾ, ਪੂਰਾ ਸਾਊਥ ਅਮਰੀਕਾ, ਪੂਰਾ ਅਫਰੀਕਾ, ਪੂਰਾ ਏਸ਼ੀਆ ਐਕਸਪਲੋਰ ਕਰਿਆ ਇਹਨਾਂ ਨੇ ਤੇ ਉੱਥੇ ਜਾ ਕੇ ਆਪੋ ਆਪਣੀਆਂ ਬਸਤੀਆਂ, ਇੰਗਲਿਸ਼ 'ਚ ਕਵਾਂਗੇ ਕਲੋਨੀਆਂ ਬਣਾਈਆਂ ਤੇ ਉੱਥੋਂ ਦੇ ਸੰਸਾਧਨਾਂ 'ਤੇ ਆਪਣਾ ਕਬਜ਼ਾ ਕਰ ਲਿਆ। ਕਿਸੇ ਦੇਸ਼ ਦੇ ਸੰਸਾਧਨਾਂ 'ਤੇ, ਕਿਸੇ ਦੇਸ਼ ਦੇ ਰਿਸੋਰਸਿਸ 'ਤੇ ਕਬਜ਼ਾ ਕਰਨ ਨੂੰ ਇੰਗਲਿਸ਼ 'ਚ ਕਹਿੰਦੇ ਆ ਇੰਪੀਰੀਅਲਿਜ਼ਮ ਤੇ ਪੰਜਾਬੀ 'ਚ ਕਹਿੰਦੇ ਆ ਸਮਰਾਜਵਾਦ, ਠੀਕ ਆ। ਤੇ ਕਿਸੇ ਦੇਸ਼ ਦੀ ਜ਼ਮੀਨ 'ਤੇ ਕਬਜ਼ਾ ਕਰ ਲੈਣਾ, ਇਹਨੂੰ ਇੰਗਲਿਸ਼ 'ਚ ਕਹਿੰਦੇ ਆ ਕਲੋਨਾਈਜੇਸ਼ਨ ਤੇ ਪੰਜਾਬੀ 'ਚ ਕਹਿੰਦੇ ਆ ਬਸਤੀਵਾਦ। ਸਮਝ ਆ ਰਹੀਆਂ ਗੱਲਾਂ? ਸੋ ਇੱਥੋਂ ਅੱਗੇ ਟ੍ਰੈਂਡ ਸ਼ੁਰੂ ਹੋਇਆ ਕਿ ਵਟ ਆਰ ਦੀ ਫੈਕਟਰਸ, ਕਿਹੜੇ ਕਾਰਕ ਸਨ ਦੈਟ ਲੈਡ ਟੂ, ਜਿਨ੍ਹਾਂ ਨੇ ਜਨਮ ਦਿੱਤਾ ਕਲੋਨਾਈਜੇਸ਼ਨ ਐਂਡ ਇੰਪੀਰੀਅਲਿਜ਼ਮ ਆਫ ਦੀ ਨਾਨ ਕ੍ਰਿਸਚਨ ਵਰਲਡ, ਕਿ ਕਿਹੜੇ ਉਹ ਕਾਰਕ ਸਨ ਜਿਨ੍ਹਾਂ ਕਰਕੇ ਦੁਨੀਆ ਬਸਤੀਵਾਦ ਅਤੇ ਸਮਰਾਜਵਾਦ ਦਾ ਸ਼ਿਕਾਰ ਹੋਈ। ਇਹ ਕੁਝ ਕਾਰਕ ਸਨ, ਇਹਨਾਂ ਦੇਸ਼ਾਂ ਦੀ ਮਾੜੀ ਸੋਚ ਤੇ ਇਹਨਾਂ ਦੇਸ਼ਾਂ ਦੇ ਵਿੱਚ। ਹਾਂ, ਹੁਣ ਇੱਕ ਗੱਲ ਹੋਰ, ਹਜੇ ਜਿੱਦਣ ਇਨਸਾਨ ਸੋਚਣ ਲੱਗ ਪਿਆ ਉਦੋਂ ਹੀ ਖੁਰਾਪਾਤੀ ਹੋ ਜਾਊਗਾ ਪੂਰਾ, ਠੀਕ ਆ। ਜਿੰਨਾ ਆਪਾਂ ਨਹੀਂ ਕਹਿ ਦਿੰਦੇ ਯਾਰ ਜਿੰਨਾ ਤੂੰ ਧਰਤੀ ਦੇ ਉੱਪਰ ਆਉਣਾ ਠਾਂ ਹੈ ਤੂੰ, ਇਹ ਸ਼ਬਦ ਕਿਹਦੇ ਵਾਸਤੇ ਵਰਤੇ ਜਾ ਸਕਦੇ ਆ? ਇਨਸਾਨ ਵਾਸਤੇ ਬੜਾ ਤੇਜ਼ ਹੁੰਦਾ ਹੈ। ਜਿੱਦਣ ਉਹਦਾ ਦਿਮਾਗ ਖੁੱਲਿਆ, ਜਿਸ ਦਿਨ ਉਹਨੂੰ ਅਕਲ ਆਈ, ਉਹਨੇ ਇਕੱਲਾ ਦੁਨੀਆ ਦੀਆਂ ਡਿਸਕਵਰੀਜ਼ ਥੋੜ੍ਹਾ ਸ਼ੁਰੂ ਕੀਤੀਆਂ। ਉਹਨੇ ਸੋਚਿਆ ਕਿ ਯਾਰ ਕੀ ਕਰੀ ਜਾਂਦੇ ਆਪਾਂ, ਮਤਲਬ ਕਿ ਆਪਾਂ ਹੱਥ ਨਾਲ ਕੋਲੇ ਦੇ ਨਾਲ ਲਾਈਟ ਜਗਾ ਰਹੇ ਹਾਂ, ਕੋਈ ਪਾਵਰ ਇੰਜਨ ਤਾਂ ਨਹੀਂ ਬਣ ਸਕਦਾ? ਕੀ ਕੋਈ ਕਾਟਨ ਨੂੰ ਉਣਨ ਵਾਸਤੇ ਕੋਈ ਪਾਵਰ ਲੂਮ ਬਣ ਸਕਦੀ ਹੈ? ਤਾਂ ਇੱਥੋਂ ਇੱਕ ਨਵੀਂ ਚਿਣਕ ਲੱਗੀ ਯੂਰਪ ਦੇ ਲੋਕਾਂ ਨੂੰ, ਕਿਹਦੀ ਭਲਾ? ਇੰਡਸਟਰੀਅਲ ਰੈਵੋਲੂਸ਼ਨ ਦੀ, ਉਦਯੋਗਿਕ ਕ੍ਰਾਂਤੀ ਦੀ। ਤਾਂ ਤੁਸੀਂ ਸੋਚ ਕੇ ਦੇਖੋ ਕਿ ਜੇ ਲੋਕ ਤਰਕਵਾਦੀ ਨਾ ਹੁੰਦੇ, ਜਿਹਨੂੰ ਮੈਂ ਪੰਜਾਬੀ 'ਚ ਕਹਿੰਦਾ ਕਿ ਰੈਨੀਸੈਂਸ ਦਾ ਦੌਰ ਨਾ ਆਉਂਦਾ, ਕੀ ਲੋਕਾਂ ਨੇ ਆਪਣੇ ਧਰਮ ਨੂੰ ਰੀਵਿਜ਼ਿਟ ਕਰਨਾ ਸੀ, ਨਵੇਂ ਸਿਰਿਓਂ ਆਪਣੇ ਧਰਮਾਂ ਦੀ ਪਹਿਚਾਣ ਕਰਨੀ ਸੀ? ਕੀ ਲੋਕਾਂ ਨੇ ਰੀਫੋਰਮੇਸ਼ਨ ਕਰਨੀ ਸੀ? ਨਹੀਂ ਸੀ ਕਰਨੀ। ਕੀ, ਦੂਜਾ ਸਵਾਲ ਦਾ ਜਵਾਬ ਦਿਓ, ਕੀ ਲੋਕਾਂ ਨੇ ਜੋਗ੍ਰਾਫੀਕਲ ਡਿਸਕਵਰੀਜ਼, ਭੂਗੋਲਿਕ ਯਾਤਰਾਵਾਂ ਕਰਕੇ ਭੂਗੋਲਿਕ ਖੋਜਾਂ ਕਰਨੀਆਂ ਸੀ? ਨਹੀਂ ਸੀ ਕਰਨੀਆਂ। ਕੀ ਇਹਨਾਂ ਨੇ ਇੰਡਸਟਰੀਅਲ ਰੈਵੋਲੂਸ਼ਨ ਵਰਗੀ ਚੀਜ਼ ਲੈ ਕੇ ਆਉਣੀ ਸੀ? ਨਹੀਂ ਸੀ ਲੈ ਕੇ ਆਉਣੀ। ਸੋ ਇਹ 3-4 ਚੀਜ਼ਾਂ ਦਾ ਜੜ ਜਿਹੜੀ ਆ ਉਹ ਰੈਨੀਸੈਂਸ ਆ। ਵਰਲਡ ਹਿਸਟਰੀ ਜਿਹੜੀ ਕਿ ਇੰਡੀਆ ਦੇ, ਪੰਜਾਬ ਦੇ PCS ਦੇ ਮੇਨਸ ਦੇ ਪੇਪਰ ਤੇ UPSC ਦੇ ਪੇਪਰ 'ਚ, ਉਹ ਕਿੱਥੋਂ ਸ਼ੁਰੂ ਹੁੰਦੀ ਆ? ਬੜੇ ਲੋਕ ਕਹਿੰਦੇ ਆ ਕਿ ਵਰਲਡ ਹਿਸਟਰੀ ਪੜ੍ਹਨੀ ਆ, ਵਰਲਡ ਹਿਸਟਰੀ ਪੜ੍ਹਨੀ ਆ। ਸਾਨੂੰ ਤਾਂ ਵਰਲਡ ਹਿਸਟਰੀ ਦਾ ਸਿਲੇਬਸ ਵੀ ਨਹੀਂ ਪਤਾ। ਵਰਲਡ ਹਿਸਟਰੀ ਸ਼ੁਰੂ ਹੁੰਦੀ ਆ PCS IAS ਦੀ ਐਂਡ ਆਫ ਡਾਰਕ ਏਜ, ਹਨੇਰ ਯੁੱਗ ਦਾ ਖਾਤਮਾ। ਹਨੇਰ ਯੁੱਗ ਦਾ ਖਾਤਮਾ ਕਦੋਂ ਹੋਇਆ ਭਲਾ? ਜਦੋਂ ਕੀ ਆਈ ਹੈ ਯੂਰਪ ਦੇ ਵਿੱਚ? ਰੈਨੀਸੈਂਸ। ਇਟ ਮੀਨਸ ਜੇ ਕੋਈ ਮੈਨੂੰ ਪੁੱਛੇ ਕਿ ਵੀ ਵਰਲਡ ਹਿਸਟਰੀ ਦੀ ਕਰਨੋਲੋਜੀ ਕਦੋਂ, ਪਹਿਲਾਂ ਕਿ ਵਰਲਡ ਹਿਸਟਰੀ ਵੀ ਤੁਸੀਂ ਪੜ੍ਹਾਉਣੀ ਆ, ਤਾਂ ਮੈਂ ਕਹੂੰਗਾ ਸਭ ਤੋਂ ਪਹਿਲਾਂ ਰੈਨੀਸੈਂਸ, ਫਿਰ ਪੜ੍ਹਾਉਂਗਾ ਰਿਫੋਰਮੇਸ਼ਨ, ਫਿਰ ਪੜ੍ਹਾਉਂਗਾ ਜੋਗ੍ਰਾਫੀਕਲ ਡਿਸਕਵਰੀਜ਼, ਫਿਰ ਪੜ੍ਹਾਉਂਗਾ ਇੰਡਸਟਰੀਅਲ ਰੈਵੋਲੂਸ਼ਨ। ਨਾ ਚਪੇੜ ਮਾਰਦਾ ਨਾ ਲੱਤ ਮਾਰਦਾ, ਜਦੋਂ ਰੱਬ ਮਾਰਦਾ ਮੱਤ ਮਾਰਦਾ। ਪੈਸਾ ਆਉਣ ਦੀ ਦੇਰ ਸੀ ਯੂਰੋਪੀਅਨਸ ਕੋਲ, ਮੱਤ ਵੱਜ ਗਈ, ਐਸੀ ਮੱਤ ਵੱਜੀ। ਫਿਰ ਇਹ ਇੱਕ ਦੂਜੇ ਦੇ ਦੁਨੀਆ ਦੇ ਦੂਜੇ ਦੇਸ਼ਾਂ ਦੇ ਕਬਜ਼ੇ ਕਰ ਲਏ। 19ਵੀਂ ਸਦੀ ਤੱਕ ਜਾ ਕੇ ਐਸੀ ਮੱਤ, 18ਵੀਂ ਸਦੀ ਤੱਕ ਇਹ ਇੱਕ ਦੂਜੇ ਨੂੰ ਖਾਣ ਲੱਗ ਪਏ। 1700 ਤੋਂ ਲੈ ਕੇ 1800 ਤੱਕ ਇਹਨਾਂ ਨੇ ਜੋ ਇੱਕ ਦੂਜੇ ਦਾ ਜਲੂਸ ਕੱਢਿਆ, ਠੀਕ ਆ। ਕਦੀ ਨਪੋਲੀਅਨ 1800 ਦੇ ਵਿੱਚ ਫਰਾਂਸ ਦਾ ਰਾਜਾ ਬਣ ਗਿਆ, ਉਹ ਦੂਜਿਆਂ ਨੂੰ ਖਤਮ। ਇੱਕ ਤਾਂ ਇਹ ਲੜਾਈ ਰਹੀ ਇਹਨਾਂ ਦੀ। ਇੱਕ ਹੋਰ ਸੁਣੋ ਵਿੱਚ ਜੇ ਇਹ 1600 ਤੋਂ 1700 ਦੇ ਵਿੱਚ ਇੱਕ ਚੀਜ਼ ਲਈ ਹੋਰ ਲਈ ਲੜਿਆ ਹੈ, ਪਤਾ ਕੀ? ਧਾਰਮਿਕ ਲੜਾਈਆਂ। ਇਹ ਧਰਮ ਦੀਆਂ ਲੜਾਈਆਂ ਕਿਹੜੇ ਧਰਮ ਨਾਲ ਹੋਈਆਂ ਹੈ? ਅੱਜ ਸਾਨੂੰ ਮੱਤਾਂ ਦਿੰਦੇ ਨਾ ਯੂਰੋਪੀਅਨਸ ਕਿ ਇਹ ਜਿਹੜੇ ਏਸ਼ੀਅਨ ਨੇ, ਅਫਰੀਕਾ ਦੇ ਲੋਕ ਨੇ, ਇਹ ਹਿੰਦੂ ਮੁਸਲਿਮ ਜਾਂ ਇਹ ਮੁਸਲਿਮ ਦੂਜੀ ਦੁਨੀਆ ਨੂੰ ਖਤਮ ਕਰ ਰਿਹਾ, ਮੁਸਲਮਾਨ ਅੱਤਵਾਦੀ ਹੁੰਦੇ ਆ, ਫਲਾਣਾ ਢਮਕਾਣਾ। ਇਹਨਾਂ ਦੇ 2 ਲਾਈਆਂ ਜਾਣ ਤੇ ਇਹਨਾਂ ਨੂੰ ਪੁੱਛਿਆ ਜਾਵੇ ਕਿ 1650 ਦੇ ਅਰਾਊਂਡ, 1600 ਦੇ ਅਰਾਊਂਡ ਤੁਸੀਂ ਕਿਹਦੇ ਨਾਲ ਲੜੇ ਹੋ? ਇਹ ਕਿਸੇ ਬਾਹਰਲੇ ਨਾਲ ਥੋੜ੍ਹਾ ਲੜੇ ਆ। ਇਹਨਾਂ ਦੇ ਪ੍ਰੋਟੈਸਟੈਂਟ ਤੇ ਇਹਨਾਂ ਦੇ ਕੈਥੋਲਿਕ ਆਪਸ 30 ਈਅਰ ਦੀ ਵਾਰ ਲੜੇ ਆ। ਆ ਜਿਹੜੇ ਇੰਗਲੈਂਡ ਵਾਲੇ ਅੱਜ ਦੁਨੀਆ ਨੂੰ ਮੱਤਾ ਦਿੰਦੇ ਆ, ਇੰਗਲੈਂਡ ਤੇ ਫਰਾਂਸ 100 ਸਾਲਾ ਧਾਰਮ ਯੁੱਧ ਲੜਿਆ ਹੈ। 100 ਈਅਰ ਰਿਲੀਜੀਅਸ ਵਾਰ, 30 ਈਅਰ ਰਿਲੀਜੀਅਸ ਵਾਰ। ਇਹਨਾਂ ਦੀਆਂ ਰਿਲੀਜੀਅਸ ਲੜਾਈਆਂ ਹੀ ਬਹੁਤ ਹੋਈਆਂ 16ਵੀਂ ਸਦੀ 'ਚ। ਫਿਰ ਜਾ ਕੇ ਇਹਨਾਂ ਨੂੰ ਅਕਲ ਆਈ ਕਿ ਰਿਲੀਜੀਅਸ ਲੜਾਈਆਂ ਦਾ ਕੋਈ ਫਾਇਦਾ ਨਹੀਂ, ਚੁੱਪ ਕਰਕੇ ਇੰਡਸਟਰੀਅਲ ਰੈਵੋਲੂਸ਼ਨ ਨਾਲ ਜਾਓ। ਜਦੋਂ ਇੰਡਸਟਰੀਅਲ ਰੈਵੋਲੂਸ਼ਨ ਹੋਈ 1800 ਤੱਕ ਪਹੁੰਚਦੇ ਇੰਡਸਟਰੀਅਲ ਰੈਵੋਲੂਸ਼ਨ ਨੇ ਇਹਨਾਂ 'ਚੋਂ ਕਈ ਦੇਸ਼ ਇੰਨੇ ਅਮੀਰ ਕਰਤੇ ਕਿ ਉਹਨਾਂ ਅਮੀਰ ਦੇਸ਼ਾਂ ਨੇ ਯੂਰਪ ਦੇ ਦੂਜੇ ਦੇਸ਼ਾਂ 'ਤੇ ਕਬਜ਼ਾ ਸ਼ੁਰੂ ਕਰਤਾ। ਤੇ 1800 ਤੋਂ ਲੈ ਕੇ 1900 ਤੱਕ ਉਹ ਚਵਾਨੀ ਜੀ, ਮੈਨੂੰ ਲੱਗਦਾ ਵਿੱਠ ਜਿੰਨੀ ਜਗ੍ਹਾ ਇਹਨਾਂ ਕੋਲ ਯੂਰਪ ਵਾਲਿਆਂ ਕੋਲ, ਉਹਦੇ ਲਈ ਲੜਦੇ ਫਿਰਦੇ ਰਹੇ। ਉਹ 'ਚ 50 ਦੇਸ਼ ਆ ਛੋਟੇ ਜਿਹੇ ਯੂਰਪ ਦੇ ਵਿੱਚ। ਕਦੀ ਫਰਾਂਸ ਵਾਲੇ ਇੰਗਲੈਂਡ ਜਰਮਨ ਦਾ ਕੁਛ ਖੋ ਕੇ ਲੈ ਗਏ, ਜਰਮਨ ਵਾਲੇ ਫਰਾਂਸ ਦਾ ਕੁਛ ਖੋ ਕੇ ਲੈ ਗਏ। 1800 ਤੋਂ ਲੈ ਕੇ 1900 ਤੱਕ ਇਹਨਾਂ ਦੇਸ਼ਾਂ ਨੇ ਇੱਕ ਦੂਜੇ ਤੇ 50 ਕਬਜ਼ੇ ਕੀਤੇ ਆ ਤੇ 50 ਕਬਜ਼ੇ ਛਡਾਏ ਆ। 1900 ਤੱਕ ਜਾਂਦੇ ਜਾਂਦੇ ਇਹਨਾਂ ਦੀਆਂ ਆਪਸੀ ਲੜਾਈਆਂ ਨਹੀਂ ਖਤਮ ਹੋਈਆਂ। ਸਾਰੇ ਯੂਰਪ ਦੇ ਦੇਸ਼ ਇੱਕ ਵਾਰ ਸਾਂਝੇ ਤੌਰ ਤੇ ਬੈਠੇ ਵੀ ਆ
1815 ਚ ਇੱਕ ਵੇਨਾ ਨਾਮ ਦਾ ਸ਼ਹਿਰ ਆਸਟਰੀਆ ਦਾ, ਉੱਥੇ ਬੈਠੇ ਕਿ ਸ਼ਾਂਤੀ ਨਾਲ ਆਪਣਾ ਨਿਪਟੇਰਾ ਕਰ ਲਈਏ। ਜਦੋਂ ਤੁਸੀਂ ਸ਼ਾਂਤੀ ਨਾਲ ਬੈਠ ਕੇ ਸਮਝੌਤਾ ਕਰਨਾ ਹੋਵੇ ਨਾ, ਤਾਂ ਜਿਹੜਾ ਤੁਹਾਡੇ ਯੂਰਪ ਦਾ ਸਭ ਤੋਂ ਤਗੜਾ ਸਰਦਾਰ ਹੋਵੇ ਉਹਨੂੰ ਨਹੀਂ ਵਿੱਚ ਬਿਠਾਈਦਾ, ਕਿਉਂਕਿ ਉਹਨੇ ਫਿਰ ਸਮਝੌਤਾ ਐਵੇਂ ਕਰਾਉਣਾ ਕਿ ਆਪਣੇ ਬੰਦਿਆਂ ਨੂੰ ਵੱਧ ਦਬਾ ਦੇਣਾ। ਉਹੀ ਗੱਲ ਹੋਈ, ਇਹਨਾਂ ਨੇ ਉਸ ਟਾਈਮ ਦਾ ਸਰਦਾਰ ਦੇਸ਼ ਸੀ ਆਸਟਰੀਆ 1815 ਚ, ਉਹਨੂੰ ਵਿੱਚ ਬਿਠਾ ਲਿਆ। ਉਹਨੇ ਆਪਣੇ ਬੰਦਿਆਂ ਨੂੰ ਵੱਧ ਜ਼ਮੀਨ ਦਵਾਤੀ, ਦੂਜਿਆਂ ਨੂੰ ਘੱਟ। ਫਿਰ 1875 ਤੱਕ ਰੌਲਾ ਵੱਧ ਗਿਆ ਤੇ ਬਰਲਿਨ 'ਚ ਫਿਰ ਬੈਠੇ, ਉੱਥੇ ਫਿਰ ਕਿੰਗਸ ਵਿਲੀਅਮ ਵਿੱਚ ਬੈਠ ਗਿਆ ਜਰਮਨ ਦਾ ਰਾਜਾ। ਤੁਸੀਂ ਸਮਝ ਲਓ ਕਿ ਜੇ 1815 ਚੋਂ ਸਹੀ ਤਰੀਕੇ ਨਾਲ ਵੰਡ ਲੈਂਦੇ ਨਾ ਵੀਨਾ ਦੀ ਮੀਟਿੰਗ 'ਚ, ਉਹਨੂੰ ਵੀਨਾ ਕਾਂਗਰਸ ਕਹਿੰਦੇ ਆ, ਤੇ ਉਹ ਲੜਾਈ, ਉਹ ਵੀਨਾ ਕਾਂਗਰਸ ਦੀ ਜਿਹੜੀ ਅੱਗ ਸੀਗੀ ਉਹ 1815 ਚ ਲੱਗ ਗਈ। ਜਿਹਨੂੰ ਇਹ ਲੱਗਿਆ ਨਾ ਕਮਰੇ 'ਚੋਂ ਬਾਹਰ ਨਿਕਲਦੇ ਕਿ ਯਾਰ ਮੈਨੂੰ ਘੱਟ ਮਿਲਿਆ ਹੈ, ਉਹ ਟਲਿਆ ਨਹੀਂ। ਫਿਰ ਉਹ ਚੀਜ਼ ਅੱਗੇ ਜਾ ਕੇ ਕਾਰਨ ਬਣੀ 1914 ਚ ਸ਼ੁਰੂ ਹੋਈ ਇੱਕ ਲੜਾਈ ਦਾ, ਜਿਹਨੂੰ ਕਿਹਾ ਗਿਆ ਵਰਲਡ ਵਾਰ 1। ਤਾਂ ਸੋਚ ਕੇ ਦੇਖੋ, ਕੋਈ ਮੈਨੂੰ ਕਵੇ ਕਿ ਜਦੋਂ ਕੋਈ ਮੈਨੂੰ ਕਵੇ ਕਿ ਬਈ ਵਰਲਡ ਹਿਸਟਰੀ ਦਾ ਸਿਲੇਬਸ ਦੱਸੋ, ਹੁਣ ਮੈਂ ਦੱਸਦਾ ਕਿ ਵਰਲਡ ਹਿਸਟਰੀ ਦਾ ਸਿਲੇਬਸ ਕੀ ਆ। ਸਭ ਤੋਂ ਪਹਿਲਾਂ ਪੁਨਰ ਜਾਗਰਣ, ਰੈਨੀਸੈਂਸ, ਫਿਰ ਦੂਜਾ ਰੀਫਾਰਮੇਸ਼ਨ, ਧਾਰਮਿਕ ਸੁਧਾਰ, ਤੀਜਾ ਜੋਗਰਾਫੀਕਲ ਡਿਸਕਵਰੀਜ਼, ਭੂਗੋਲਿਕ ਖੋਜਾਂ, ਚੌਥਾ ਇੰਡਸਟਰੀਅਲ ਰੈਵੋਲੂਸ਼ਨ, ਠੀਕ ਆ, ਉਦਯੋਗਿਕ ਕ੍ਰਾਂਤੀ। ਇਸ ਤੋਂ ਬਾਅਦ ਅਗਲਾ ਆਊਗਾ ਯੂਰਪ ਇਨ 19th ਸੈਂਚਰੀ, 19ਵੀਂ ਸੈਂਚਰੀ ਦਾ ਯੂਰਪ 1800 ਤੋਂ ਲੈ ਕੇ 1900 ਤੱਕ, ਜਦੋਂ ਜੋ ਇੱਕ ਦੂਜੇ ਦਾ ਜਲੂਸ ਇਹਨਾਂ ਨੇ ਕੱਢਿਆ ਉੱਥੇ, ਛੱਡ ਗੱਲਾਂ ਤੋਂ। ਫਿਰ ਆਊਗਾ ਵਰਲਡ ਵਾਰ 1, ਵਰਲਡ ਬਿਟਵੀਨ ਟੂ ਵਾਰ, ਦੋ ਲੜਾਈਆਂ ਦੇ ਵਿੱਚ ਦਾ ਦੁਨੀਆ। ਫਿਰ ਵਰਲਡ ਵਾਰ 2, ਫਿਰ ਵਰਲਡ ਵਾਰ 2 ਤੋਂ ਬਾਅਦ ਦੋ ਦੇਸ਼ ਜਿਹੜੇ ਵਰਲਡ ਵਾਰ 2 ਜਿੱਤੇ ਸੀ ਉਹ ਆਪਸ 'ਚ ਲੜ ਪਏ, ਇੱਕ USA ਇੱਕ USSR। ਫਿਰ ਆਊਗਾ ਕੋਲਡ ਵਾਰ। ਆਹ ਵਰਲਡ ਹਿਸਟਰੀ ਆ। ਤੇ ਇੱਕ ਗੱਲ ਦੱਸੋ, ਇੰਡੀਆ ਦਾ ਰੈਨੀਸੈਂਸ ਵਾਲਾ ਟੌਪਿਕ ਸਮਝਣ ਲੱਗੇ ਆ ਕਰਨੋਲੋਜੀ ਕਿੱਡੀ ਜ਼ਰੂਰੀ ਹੈ। ਤੇ ਮਾੜੇ ਬੰਦੇ ਨੂੰ ਤਾਂ, ਜਿਹਨੂੰ ਪਤਾ ਨਾ ਹੋਵੇ ਚੰਗੀ ਤਰ੍ਹਾਂ, ਉਹਨੂੰ ਤਾਂ ਵਰਲਡ ਹਿਸਟਰੀ ਦੀ ਕਰਨੋਲੋਜੀ ਵੀ ਨਹੀਂ ਪਤਾ ਲੱਗਦੀ। ਆਹ ਜਿਹੜਾ ਯੂਰਪ ਇਨ 18th ਸੈਂਚਰੀ ਆ ਨਾ, 19th ਸੈਂਚਰੀ, ਇਹ ਬਹੁਤ ਇੰਪੋਰਟੈਂਟ ਆ। ਇਹਦੇ ਵਾਸਤੇ ਆਪਾਂ ਚਾਹੇ ਤਾਂ ਅਰਜਨ ਸਿੰਘ ਦੀ ਬੁੱਕ, ਚਾਹੇ ਕਿਸੇ ਨੂੰ ਵੀ, ਵੈਸੇ ਮੈਂ ਤਾਂ ਇਹੀ ਕੋਸ਼ਿਸ਼ ਕਰੂੰਗਾ ਕਿ ਵਰਲਡ ਹਿਸਟਰੀ ਆਪਾਂ ਸਿਰਫ ਆਪਣੇ ਨੋਟਸ ਤੱਕ ਹੀ ਸੀਮਿਤ ਰੱਖੀਏ, ਬਿਕੋਜ਼ ਆਲਮੋਸਟ ਜਿਹੜੇ ਤਰੀਕੇ ਨਾਲ ਇਹ ਨੋਟਸ ਐਕਸਪੈਂਡਡ ਫਾਰਮ 'ਚ ਆ ਰਹੇ ਆ ਨਾ, ਤਾਂ ਮੈਨੂੰ ਲੱਗਦਾ ਨਹੀਂ ਕਿ ਤੁਹਾਨੂੰ ਕੋਈ ਇੱਧਰ ਉੱਧਰ ਮੱਥਾ ਮਾਰਨ ਦੀ ਲੋੜ ਆ। ਸਾਰਾ ਕੰਟੈਂਟ ਇਹਨਾਂ 'ਚ ਆਲਮੋਸਟ ਕਵਰ ਆ। ਆਹ ਦੱਸੋ ਜੀ, ਇੱਥੋਂ ਤੱਕ ਸਟੋਰੀ ਸਮਝ ਆ ਗਈ। ਸੋ ਵਰਲਡ ਹਿਸਟਰੀ ਵੀ ਆਪਣੇ ਆਪ 'ਚ ਇੱਕ ਕਰਨੋਲੋਜੀ ਹੈਗੀ ਹੈ। ਤੇ ਮੈਂ ਤੁਹਾਨੂੰ ਇੱਕ ਗੱਲ ਸਮਝ ਲਓ ਕਿ ਚਾਹੇ ਕੋਈ PCS ਮੇਨਸ ਵਾਲੇ ਜਿੰਨੇ ਬੱਚੇ ਆ, ਸਾਰਿਆਂ ਦਾ ਮੈਂ ਫੁੱਲ ਬੈਚ ਓਪਨ ਕਰਕੇ ਹੀ ਦਊਂਗਾ ਹੁਣ, ਠੀਕ ਆ। ਤਾਂ ਮੈਂ ਜਦੋਂ ਵੀ PCS ਮੇਨਸ ਦੇ ਬੈਚ 'ਚ ਕਿਹਾ ਕਰੂੰਗਾ ਨਾ ਕਿ ਫੁੱਲ ਬੈਚ 'ਚ ਜਾਓ, ਤੇ ਜਿਹੜਾ ਮੈਂ PCS ਮੇਨਸ ਦਾ ਬੈਚ ਆ, ਜਿਹੜਾ ਆਪਣਾ PCS ਮੇਨਸ ਦਾ ਬੈਚ ਆ ਨਾ, ਉਸ PCS ਮੇਨਸ ਦੇ ਬੈਚ ਵਿੱਚ ਆਪਾਂ ਜਿਹੜਾ ਮੇਨ ਕੰਮ ਆਪਾਂ ਉਹਦੇ 'ਚ ਕਰਨਾ ਹੈ, PCS ਮੇਨਸ ਦੇ ਬੈਚ 'ਚ ਆਪਾਂ ਕਰਨਾ ਹੈ, ਉਹਦੇ 'ਚ ਇਹ ਹੋਊਗਾ ਕਿ ਆਪਾਂ ਜਿਹੜੀਆਂ ਪ੍ਰੀ ਵਾਲੀਆਂ ਵੀਡੀਓਜ਼ ਨੇ, ਠੀਕ ਆ, ਜਿਹੜੀਆਂ ਆਪਣੀਆਂ PCS ਪ੍ਰੀ ਦੀਆਂ ਵੀਡੀਓਜ਼ ਆਪਣੀਆਂ ਚੱਲ ਰਹੀਆਂ ਨੇ, ਠੀਕ ਆ, ਉਹਨਾਂ ਨੂੰ ਆਪਾਂ ਮੇਨਸ ਵਾਲੇ ਬੈਚ 'ਚ ਅਪਲੋਡ ਨਹੀਂ ਕਰਿਆ ਕਰਾਂਗੇ। PCS ਸਿੱਧਾ ਮੈਂ ਕਹਿ ਦਿਆ ਕਰੂੰਗਾ ਕਿ ਫੁੱਲ ਬੈਚ 'ਚੋਂ ਜਾਓ, ਉੱਥੋਂ ਆਪਣੀ ਆਹ ਵੀਡੀਓ ਦੇਖੋ। ਇਟ ਮੀਨਸ ਤੁਹਾਡੇ ਵਾਸਤੇ ਇੱਕ ਇਸ਼ਾਰਾ ਹੋ ਜਾਊਗਾ ਕਿ ਤੁਸੀਂ ਉੱਥੋਂ ਆਪਣੀ ਉਹ ਵੀਡੀਓ ਦੇਖਿਆ ਕਰਨੀ ਆ, ਠੀਕ ਆ। ਸਾਰਿਆਂ ਕੋਲ ਫੁੱਲ ਬੈਚ ਓਪਨ ਹੋਊਗਾ। ਤਾਂ ਮੈਂ ਚਾਹੁੰਦਾ ਕਿ PCS ਮੇਨਸ ਵਾਲੇ ਬੈਚ ਮਿਕਸ ਜਾਂ ਨਾ ਕਰੀਏ ਆਪਾਂ ਕੰਮ, ਤਾਂ ਕਿ ਕਨਫਿਊਜ਼ਨ ਜੀ ਨਾ ਕ੍ਰੀਏਟ ਹੋ ਜੇ ਤੁਹਾਨੂੰ। ਆ ਜਾਓ ਜੀ ਹੁਣ ਅੱਗੇ, ਟ੍ਰੀਟੀ ਆਫ ਟੌਰਡਲਿਸ, ਠੀਕ ਆ। ਟ੍ਰੀਟੀ ਆਫ ਟੌਰਡਲਿਸ ਕੀ ਆ, ਇਹ ਬੜੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਕਹਿੰਦਾ ਇਸ ਟ੍ਰੀਟੀ ਦੇ ਅਨੁਸਾਰ ਕੀ ਹੋਇਆ। ਇਸ ਟ੍ਰੀਟੀ ਦੇ ਅਨੁਸਾਰ ਸਭ ਤੋਂ ਇੰਪੋਰਟੈਂਟ ਗੱਲ ਕਿ ਇਸ ਟ੍ਰੀਟੀ ਦੇ ਅਨੁਸਾਰ ਕੀ ਹੁੰਦਾ ਹੈ ਕਿ ਸਪੇਨ ਤੇ ਪੁਰਤਗਾਲੀ ਆਪਸ ਸਮਝੌਤਾ ਕਰ ਗਏ। ਉਸ ਤੋਂ ਵੀ ਪਹਿਲਾਂ ਇੱਕ ਪੁਰਤਗਾਲੀਆਂ ਦਾ ਉਹ ਸੀਗਾ ਨੈਵੀਗੇਟਰ, ਨਾਮ ਸੀ ਦਿਆਜ਼, ਬਾਥੋਲਵ ਦਿਆਜ਼। ਇਹਨੇ ਇੱਕ ਕੋਸ਼ਿਸ਼ ਕੀਤੀ ਸੀ ਕਿ ਆਹ ਅਫਰੀਕਾ ਹੈ, ਆਹ ਯੂਰਪ ਆ, ਇੱਥੇ ਆਹ ਵਾਲਾ ਦੁਨੀਆ ਦਾ ਸਭ ਤੋਂ ਥੱਲੜਾ ਪੁਆਇੰਟ ਲੱਭਣ ਦੀ। ਉਹਨੇ ਇਹ ਪੁਆਇੰਟ ਖੋਜਿਆ ਤੇ ਇਹਨੂੰ ਰੱਖਿਆ ਕੇਪ ਆਫ ਗੁੱਡ ਹੋਪ। ਬਸ ਉਹ ਇਸ ਤੋਂ ਅੱਗੇ ਨਹੀਂ ਜਾ ਸਕਿਆ 1487 'ਚ। ਫਿਰ ਇਸ ਪੁਆਇੰਟ ਨੂੰ ਦੁਬਾਰਾ ਪੁਰਤਗਾਲ ਦਾ ਇੱਕ ਬੰਦਾ ਕ੍ਰੋਸ ਕਰਕੇ ਇੰਡੀਆ ਦੇ ਕੈਲੀਕਟ ਪਹੁੰਚਦਾ ਹੈ। ਇੱਥੇ ਕੈਲੀਕਟ ਅੱਜ ਦਾ ਕੇਰਲਾ, ਜਿੱਥੇ ਮਲਿਆਲਮ ਬੋਲੀ ਜਾਂਦੀ ਹੈ, ਮਲਿਆਲਮ ਭਾਸ਼ਾ ਬੋਲੀ ਜਾਂਦੀ ਹੈ, ਠੀਕ ਆ। ਉੱਥੇ ਜਿਸ ਵੰਸ਼ ਦਾ ਉਦੋਂ ਰਾਜ ਸੀਗਾ, ਜਿਹੜੇ ਵੰਸ਼ ਦਾ, ਜ਼ੈਮੋਰਿਨ ਰਾਜਾ ਸੀਗਾ। ਕਿਹੜਾ ਵੰਸ਼ ਸੀਗਾ? ਜ਼ੈਮੋਰਿਨ। ਸੋ ਉਸ ਵੰਸ਼ ਦਾ ਰਾਜ ਸੀਗਾ। ਉੱਥੇ ਪਹੁੰਚਿਆ ਵਾਸਕੋ ਡਗਾਮਾ। ਕੌਣ ਪਹੁੰਚਿਆ? ਵਾਸਕੋ ਡਗਾਮਾ 1498 'ਚ ਬਰਦੋਨੋਲਵ ਦਿਆਸ ਤੋਂ ਬਾਅਦ, ਬਿਕੋਜ਼ ਇਹ 10 ਸਾਲ ਪਹਿਲਾਂ ਸਿਰਫ ਇੱਥੋਂ ਤੱਕ ਪਹੁੰਚ ਸਕਿਆ ਸੀਗਾ। ਇਹਨੂੰ ਉਹਨੇ ਪਤਾ ਕੀ ਕਿਹਾ? ਉਮੀਦ ਦੀ ਨਵੀਂ ਕਿਰਨ, ਕੇਪ ਆਫ ਗੁੱਡ ਹੋਪ, ਕਿ ਇੱਥੋਂ ਅੱਗੇ ਸ਼ਾਇਦ ਦੁਨੀਆ ਲੱਭ ਜੇ। ਅਦਰਵਾਈਜ਼ ਇਹਨਾਂ ਨੂੰ ਠੱਗਿਆ ਲੱਗਿਆ ਜਾ ਰਿਹਾ ਸੀਗਾ ਕਿ ਸ਼ਾਇਦ ਕਿਤੇ ਇੰਡੀਆ ਉੱਧਰ ਨੂੰ ਨਾ ਆ ਜੇ। ਜਿੱਧਰਲਾ ਹਿੱਸਾ ਕਿਹਨੂੰ ਮਿਲ ਗਿਆ ਲੱਭਣ ਵਾਸਤੇ? ਸਪੇਨ ਨੂੰ। ਤਾਂ ਇਹਨਾਂ ਨੇ ਸਾਹ ਆਇਆ ਜਦੋਂ ਇਹ 1498 'ਚ ਕਿੱਥੇ ਪਹੁੰਚੇ ਆ? ਇੰਡੀਆ ਪਹੁੰਚੇ ਆ। ਆਹ ਗੱਲ ਦੱਸੋ, ਸਮਝ ਆ ਗਈ? ਆ ਜਾਓ ਵੀ ਹੁਣ ਨੈਕਸਟ। ਹੁਣ ਅੱਗੇ ਦੇਖੋ, ਵਾਸਕੋ ਡਗਾਮਾ ਕੈਲੀਕਟ ਪਹੁੰਚਿਆ 1498 'ਚ,
ਵਾਸਕੋ ਡ ਗਾਮਾ ਕੈਲੀਕਟ ਪਹੁੰਚਿਆ, ਠੀਕ ਆ। ਮਕਸਦ ਸੀਗਾ ਉਹਦਾ ਇੰਡੀਆ ਦੇ ਵਿੱਚ ਜਿਹੜੇ ਰਿਸੋਰਸਿਸ ਸੀਗੇ ਜਾਂ ਇੰਡੀਆ ਦਾ ਜਿਹੜਾ ਰਾਜਾ ਸੀ ਉਹਦੇ ਨਾਲ ਡੀਲ ਕਰਨਾ। ਤੁਸੀਂ ਇਸ ਗੱਲ ਨੂੰ ਸਮਝੋ, ਇਸ ਗੱਲ ਨੂੰ ਬਹੁਤ ਧਿਆਨ ਨਾਲ, ਆਜੋ ਦੁਬਾਰਾ ਵਾਪਸ, ਇਸ ਚੀਜ਼ ਨੂੰ ਬੜੇ ਧਿਆਨ ਨਾਲ ਸਮਝਣਾ ਤੁਸੀਂ। ਆ ਇੰਡੀਆ ਦਾ ਉਹ ਇਲਾਕਾ ਹੈ ਜਿੱਥੇ ਉਹ ਪਹੁੰਚਿਆ, ਠੀਕ ਆ। ਆ ਅਰਬ ਦਾ ਇਲਾਕਾ ਹੈ। ਅਰਬ ਦੇ ਬਹੁਤ ਲੋਕ ਪਹਿਲਾਂ ਹੀ ਇੰਡੀਆ ਆ ਚੁੱਕੇ ਆ। ਅਰਬ ਦੇ ਬਹੁਤ ਲੋਕ 8ਵੀਂ ਸੈਂਚਰੀ ਤੋਂ ਹੀ ਇੰਡੀਆ ਆ ਰਹੇ ਆ। ਇਸਲਾਮਿਕ ਲੋਕ ਲੜਨ ਵਾਸਤੇ ਨਹੀਂ, ਉਹਨਾਂ ਨੂੰ ਉਹ ਇੱਥੋਂ ਦੇ ਲੋਕਾਂ ਨਾਲ ਵਪਾਰ ਕਰਦੇ ਆ। ਉੱਤਰੀ ਭਾਰਤ ਨਾਲ ਤਾਂ ਅਰਬ ਦੇ ਲੋਕਾਂ ਦਾ ਸੰਬੰਧ ਇਹ ਰਿਹਾ ਕਿ ਉੱਤਰੀ ਭਾਰਤ ਵਾਲੇ ਪਾਸੇ ਤਾਂ ਅਰਬ ਦੇ ਲੋਕ ਹਮਲਾਵਰ ਬਣ ਕੇ ਗਏ ਆ ਜਦੋਂ ਵੀ ਗਏ ਆ, ਪਰ ਸਾਊਥ ਇੰਡੀਆ 'ਚੋਂ ਸਮੁੰਦਰ ਦੇ ਥਰੂ ਗਏ ਆ, ਤਾਂ ਸਮੁੰਦਰ ਦੇ ਥਰੂ ਵੱਡੀ ਸੈਨਾ ਲੈ ਕੇ ਜਾਣੀ ਇੰਪੋਸੀਬਲ ਸੀਗੀ। ਉਹਨਾਂ ਸਮਿਆਂ 'ਚ ਅਰਬ ਦੇ ਲੋਕਾਂ ਕੋਲ ਨੈਵੀਗੇਸ਼ਨ ਜਾਂ ਨੇਵੀ ਦੀ ਏਡੀ ਫੈਸਿਲਿਟੀ ਨਹੀਂ ਸੀਗੀ। ਉਹ ਥੱਲਿਓਂ ਸੈਨਾ ਲੈ ਕੇ ਤਾਂ ਨਹੀਂ ਗਏ, ਪਰ ਆਮ ਤਰੀਕੇ ਨਾਲ ਗਏ ਆ ਤੇ ਉੱਥੇ ਵਪਾਰ ਕਰਦੇ ਰਹੇ ਆ। ਇਸ ਇਲਾਕੇ ਨੂੰ ਕਿਹਾ ਜਾਂਦਾ ਹੈ ਮਾਲਾਬਰ ਦਾ ਇਲਾਕਾ। ਕਿਹੜਾ? ਮਾਲਾਬਰ ਦਾ ਇਲਾਕਾ। ਇੱਥੇ ਜਿਹੜੇ ਅਰਬ ਵਪਾਰੀ ਉੱਥੋਂ ਗਏ ਆ, ਉਹਨਾਂ ਦੇ ਬੱਚੇ ਬਾਅਦ 'ਚ ਇੱਥੇ ਹੀ ਸੈਟਲ ਹੋ ਗਏ, ਇੱਥੋਂ ਦੀਆਂ ਔਰਤਾਂ ਨਾਲ ਵਿਆਹ ਹੋਏ। ਇੱਥੇ ਭਾਰਤ ਦਾ ਥੱਲੜਾ ਹਿੱਸਾ ਜਿਹੜਾ ਸੀਗਾ ਨਾ, ਉੱਥੇ ਮਸਜਿਦਾਂ 11ਵੀਂ ਸਦੀ 'ਚ ਹੀ ਬਣ ਗਈਆਂ ਸੀ, ਕਿਉਂਕਿ ਉੱਥੋਂ ਦੇ ਲੋਕ ਆਪਣਾ ਕਲਚਰ ਨਾਲ ਲੈ ਕੇ ਆਏ ਸੀਗੇ। ਤੇ ਉੱਥੇ ਅਰਬ ਦੇ ਵਿੱਚ ਇਸਲਾਮ ਜਿਹੜਾ ਸੀ ਉਹ 8ਵੀਂ ਸੈਂਚਰੀ 'ਚ ਆਇਆ ਸੀਗਾ, ਠੀਕ ਆ। 8ਵੀਂ ਜਾਂ 7ਵੀਂ ਸੈਂਚਰੀ 'ਚ ਆ ਗਿਆ ਸੀਗਾ ਇਸਲਾਮ ਉੱਥੇ। ਤਾਂ ਹੁਣ ਤੁਸੀਂ ਮੇਰੀ ਇੱਕ ਗੱਲ 'ਤੇ ਫੋਕਸ ਕਰੋ, ਇੱਥੇ ਜਿਹੜੇ ਲੋਕ ਆਏ ਨਾ ਉਹ ਉੱਪਰੋਂ ਆਏ ਸੀ ਅਰਬ ਦੇ ਲੋਕ, ਉੱਥੋਂ ਜਿਹੜੀ ਬਰਾਦਰੀ ਨਾਲ ਸੰਬੰਧਿਤ ਸੀ ਉਹਨਾਂ ਦਾ ਨਾਮ ਸੀ ਮੋਪਲਸ। ਕੀ ਨਾਮ ਸੀਗਾ? ਮੋਪਲਸ। ਇਤਿਹਾਸ 'ਚ ਆਊਗਾ ਜਦੋਂ 1920 ਜਾਂ 21 ਨੌਨ ਕੋਆਪਰੇਸ਼ਨ ਮੂਵਮੈਂਟ ਦਾ ਜ਼ਿਕਰ ਕਰਾਂਗੇ ਨਾ ਆਪਾਂ, ਉਦੋਂ ਤੁਸੀਂ ਇੱਕ ਗੱਲ ਦੇਖਿਓ ਕਿ ਇੱਕ ਮੋਪਲ ਰਿਬੈਲੀਅਨ ਹੋਇਆ ਹੈ ਭਾਰਤ ਦੇ ਵਿੱਚ। ਇੱਕ ਮੋਖਲਸ ਦਾ ਵਿਦਰੋਹ ਹੋਇਆ ਹੈ, ਜਿਹੜਾ ਕੇਰਲਾ ਦੇ ਗਰੀਬ ਮੁਸਲਮਾਨ ਕਿਸਾਨਾਂ ਨੇ ਆਪਣੇ ਜ਼ਮੀਨਦਾਰਾਂ ਦੇ ਖਿਲਾਫ ਕਰਨਾ ਹੈ। ਉਹ ਮੋਫਲਸ ਇਤਿਹਾਸ ਦੇ ਇਸ ਪੁਆਇੰਟ ਤੋਂ ਆਏ ਆ। ਸਮਝ ਆ ਗਈ ਗੱਲ? ਤਾਂ ਇਹ ਆਲਰੇਡੀ ਪਹਿਲਾਂ ਇੰਡੀਆ 'ਚ ਸੈਟਲਡ ਸੀਗੇ, ਇਹ 8ਵੀਂ 9ਵੀਂ ਸੈਂਚਰੀ ਤੋਂ ਇੰਡੀਆ 'ਚ ਆਏ ਆ। ਤੇ 1498 'ਚ ਇੱਥੇ ਕੌਣ ਆਏ ਆ? ਪੁਰਤਗਾਲੀ। ਤਾਂ ਕੀ ਇਹ ਵਾਸਕੋ ਡ ਗਾਮਾ ਦੇ ਪੈਰ ਲੱਗਣ ਦੇਣਗੇ? ਨਹੀਂ। ਤਾਂ ਵਾਸਕੋ ਡ ਗਾਮਾ ਨੂੰ ਪਹਿਲਾਂ ਤਾਂ ਇੰਡੀਆ ਦੇ ਰਾਜੇ ਨਾਲ ਤਾਂ ਕੀ ਲੜਨਾ ਸੀ ਉਹਨੇ? ਸਭ ਤੋਂ ਪਹਿਲਾਂ ਚੈਲੰਜ ਉਹਨਾਂ ਨੂੰ ਕਿਹਦੇ ਵੱਲੋਂ ਟੱਕਰ ਗਿਆ? ਇਹਨਾਂ ਮੋਪਲਸ ਵਰਗੋਂ, ਇਹਨਾਂ ਅਰਬ ਵਪਾਰੀਆਂ ਵੱਲੋਂ, ਠੀਕ ਆ। ਮੰਨਿਆ ਕਿ ਜਿਹੜਾ ਜ਼ੈਮੋਰਿਨ ਕਿੰਗ ਸੀਗਾ ਸਮੁਥਰੀ, ਠੀਕ ਆ, ਸਮੁਥਰੀ ਮਾਨਾਵੇਡਾ, ਉਹਨੇ ਪੁਰਤਗਾਲੀਆਂ ਦਾ ਵੈਲਕਮ ਵੀ ਕੀਤਾ ਤੇ ਉਹਨਾਂ ਦੇ ਉਹਨੂੰ ਸਵੀਕਾਰ ਵੀ ਕੀਤਾ, ਠੀਕ ਆ। ਤੇ ਉਹਨਾਂ ਨੂੰ ਕਿਹਾ ਕਿ ਕੈਲੀਕਟ, ਕਾਨਾਨੌਰ ਤੇ ਕੋਚੀ, ਇਹਨਾਂ ਤਿੰਨਾਂ ਸ਼ਹਿਰਾਂ ਨੂੰ ਕਿ ਤੁਸੀਂ ਆਪਣੇ ਵਪਾਰ ਦੇ ਕੇਂਦਰ ਬਣਾ ਲਓ। ਫੈਕਟਰੀ ਨਾ ਲਾਓ, ਵਪਾਰ ਦੇ ਕੇਂਦਰ ਬਣਾਓ ਕਿ ਜੋ ਇੰਡੀਆ 'ਚ ਸਮਾਨ ਬਣਦਾ ਹੈ ਇੱਥੇ ਉਹਨੂੰ ਇਕੱਠਾ ਕਰੋ ਤੇ ਇੱਥੋਂ ਆਪਣੇ ਦੇਸ਼ ਲੈ ਜਾਓ, ਠੀਕ ਆ। ਪੁਰਤਗਾਲੀ ਜਦੋਂ ਇੰਡੀਆ ਆਏ ਤਾਂ ਉਹ ਚੰਗੀ ਨੇਵੀ ਲੈ ਕੇ ਆਏ ਸੀ, ਵਧੀਆ ਹਾਈ ਕੁਆਲਿਟੀ ਦੀ ਨੇਵੀ ਲੈ ਕੇ ਆਏ ਸੀ। ਅਰਬ ਵੀ ਭਾਰਤ 'ਚ ਸੀਗੇ, ਅਰਬਾਂ ਦੀ ਨੇਵੀ ਇੰਨੀ ਸਟਰੋਂਗ ਨਹੀਂ ਸੀ। ਆਲਦੋ ਅਰਬ ਵੀ ਆਪਣੇ ਉੱਥੋਂ ਅਰਬ ਤੋਂ ਇੰਡੀਆ ਤੱਕ ਵਪਾਰ ਕਰਦੇ ਹੀ ਸੀਗੇ, ਉਹਨਾਂ ਦੀ ਨੇਵੀ ਸਟਰੋਂਗ ਨਹੀਂ ਸੀ। ਇਸ ਕਰਕੇ ਇਹ ਤਾਂ ਮੰਨ ਲਓ ਕਿ ਜਿੱਦਣ ਵੀ ਪੁਰਤਗੀਆਂ ਦੀ ਤੇ ਅਰਬਾਂ ਦੀ ਲੜਾਈ ਹੋਊਗੀ ਤਾਂ ਜਿੱਤੂਗਾ ਕੌਣ? ਪੁਰਤਗਾਲੀ ਜਿੱਤ ਜਾਣਗੇ। ਆ ਜਾਓ ਆਪਾਂ ਆਪਣੇ ਮੁੰਡੇ ਤੇ। ਜ਼ੈਮੋਰਿਨ ਕੀ ਸੀਗਾ? ਕਹਿੰਦਾ ਲੋਕਲ ਭਾਸ਼ਾ 'ਚ ਸਮੁਥਰੀ ਕਿਹਾ ਜਾਂਦਾ ਹੈ, ਰਾਜੇ ਦਾ ਨਾਮ ਸੀਗਾ ਮਾਨਾਵੇੜਾ, ਠੀਕ ਆ। ਸੋ ਇਹਨੇ ਆਏ ਤੇ ਇਹ ਉਸ ਟਾਈਮ ਉੱਥੋਂ ਦਾ ਕਿੰਗਡਮ ਸੀਗਾ, ਠੀਕ ਆ। ਕੇਰਲਾ ਜਿਹੜਾ ਸੀ ਨਾ, ਸਾਊਥ ਇੰਡੀਆ ਬਾਰੇ ਜੇ ਮੈਂ ਮੋਟੀ ਜੀ ਗੱਲ ਦੱਸਾਂ, ਸਾਊਥ ਇੰਡੀਆ ਮੀਡੀਵਲ ਹਿਸਟਰੀ, ਸਾਊਥ ਇੰਡੀਆ 'ਚ 10ਵੀਂ 12ਵੀਂ ਸੈਂਚਰੀ ਦੀ ਗੱਲ ਸੁਣੋ। ਇੱਥੇ ਚੋਲਾਜ਼, ਇੱਥੇ ਪਾਂਡਿਆਜ਼, ਇੱਥੇ ਚੇਰਾਜ਼, ਇਹ ਤਿੰਨ ਪੁਰਾਣੇ ਸਮੇਂ ਦੇ ਮਸ਼ਹੂਰ ਕਿੰਗਡਮ ਆ। ਯਾਰ ਮੈਨੂੰ ਇੱਕ ਗੱਲ ਦੱਸੋਗੇ, ਜਦੋਂ ਮੈਂ ਇਹ ਗੱਲ ਕਹਿੰਦਾ ਮੁਗਲ ਮਾਗਲ, ਤਾਂ ਇਹਦਾ ਮਤਲਬ ਕਿੱਥੋਂ ਦੇ ਰਾਜਿਆਂ ਦੀ ਗੱਲ ਹੋ ਰਹੀ ਆ? ਸਾਊਥ ਇੰਡੀਆ ਦੇ ਰਾਜੇ ਹਜੇ ਤੁਸੀਂ ਸੁਣੇ ਨਹੀਂ ਨਾ, ਬਿਕੋਜ਼ ਮੈਂ ਤੁਹਾਨੂੰ ਐਂਸ਼ੀਅੰਟ ਤੇ ਮੀਡੀਵਲ ਹਿਸਟਰੀ ਪੜ੍ਹਾਈ ਨਹੀਂ। ਜਦੋਂ ਮੈਂ ਮੀਡੀਵਲ ਹਿਸਟਰੀ ਪੜ੍ਹਾਊਂਗਾ, ਸਪੈਸ਼ਲੀ ਜਦੋਂ ਆਪਾਂ ਮੇਨਸ ਦੇ ਐਂਗਲ ਤੋਂ ਮੀਡੀਵਲ ਹਿਸਟਰੀ ਪੜ੍ਹਾਂਗੇ ਨਾ, ਜਦੋਂ ਆਪਾਂ ਪ੍ਰੀ ਓਰੀਐਂਟਡ ਜਾਂ ਆਪਣੇ ਫੁੱਲ ਬੈਚ ਵਾਸਤੇ ਮੀਡੀਵਲ ਹਿਸਟਰੀ ਪੜ੍ਹਦੇ ਆ ਨਾ, ਉਹ 'ਚ ਤਾਂ ਮੈਂ ਉਨੇ ਕੀ ਹੀ ਟੌਪਿਕ ਪੜ੍ਹਾਊਂਗਾ ਜਿਹੜੇ ਜਨਰਲ ਜੇ ਨੇ। ਪਰ ਜਦੋਂ ਮੈਂ ਮੇਨਸ ਦੇ ਵਿੱਚ ਮੀਡੀਵਲ ਹਿਸਟਰੀ ਪੜ੍ਹਾਊਂਗਾ ਤਾਂ ਮੈਂ 3-4 ਟੌਪਿਕ ਐਕਸਟਰਾ ਐਡ ਕਰਨੇ ਆ। ਉਹ ਇੱਕ ਟੌਪਿਕ ਉਹਨਾਂ 'ਚੋਂ ਆ ਕਿੰਗਡਮਸ ਆਫ ਸਾਊਥ ਇੰਡੀਆ। ਸਾਊਥ ਇੰਡੀਆ ਦੇ ਕਿੰਗਡਮਸ ਕਿਹੜੇ ਕਿਹੜੇ, ਉਦੋਂ ਮੈਂ ਕਹੂੰਗਾ ਕਿ ਆਓ ਪੜ੍ਹੀਏ ਪਾਂਡਿਆਜ਼, ਆਓ ਪੜ੍ਹੀਏ ਚੋਲਾਜ਼ ਤੇ ਆਓ ਪੜ੍ਹੀਏ ਚੇਰਾਜ਼। ਚੇਰਾਜ਼ 10ਵੀਂ 11ਵੀਂ ਸਦੀ ਦੇ ਉਹ ਫਿਡਿਊਟਰੀਜ਼ ਨੇ, ਉਹ ਰਾਜੇ ਰਜਵਾੜੇ ਨੇ ਜਿਹੜੇ ਅੱਜ ਦੇ ਕੇਰਲਾ ਦੀ ਧਰਤੀ ਤੇ ਰਾਜ ਕਰਦੇ ਸੀ। ਕਿਹੜੀ ਧਰਤੀ ਤੇ? ਇਸ ਧਰਤੀ ਦਾ ਨਾਮ ਵੱਖਰੇ ਵੱਖਰੇ ਸਮੇਂ ਤੇ ਬਦਲਦਾ ਰਿਹਾ ਹੈ, ਠੀਕ ਆ। ਕਿਹੜੇ ਕਿਸੇ ਸਮੇਂ ਨੂੰ ਮਾਲਾਬਾਰ ਕਿਹਾ ਜਾਂਦਾ ਸੀ, ਜਦੋਂ ਅੰਗਰੇਜ਼ਾਂ ਦਾ ਸੀਨ ਸੀ ਉਦੋਂ ਇਸ ਧਰਤੀ ਨੂੰ ਕੀ ਕਿਹਾ ਜਾਂਦਾ ਸੀ? ਤ੍ਰੈਵਨਕੌਰ। ਭੁੱਲ ਨਾ ਜਾਇਓ ਕੀ ਕਿਹਾ ਜਾਂਦਾ ਸੀ? ਤ੍ਰੈਵਨਕੌਰ। ਤਾਂ ਹਰ ਜਗ੍ਹਾ ਤੇ ਇਸੇ ਹੀ ਧਰਤੀ ਦੇ ਵੱਖਰੇ, ਅੱਜ ਇਹ ਕੇਰਲਾ ਹੈ, ਅੱਜ ਇਹ ਕੀ ਆ?
ਕੇਰਲਾ ਹੈ। ਸੋ ਇੱਥੇ ਇਸ ਇਲਾਕੇ ਦਾ ਰਾਜਾ ਸੀ। ਇਹਨਾਂ ਨੇ ਪਾਵਰ ਕਿਹਦੇ ਤੋਂ ਲਈ ਸੀ? ਚੇਰਾਸ ਦੇ ਕੋਲੋਂ ਇਹਨਾਂ ਜੈਮੋਰਿਨ ਦੇ ਪਰਿਵਾਰ ਨੇ ਪਾਵਰ ਲਈ ਸੀ, ਕਿਉਂਕਿ ਪਹਿਲਾਂ ਇੱਥੇ ਚੇਰਾ ਰਾਜੇ ਹੁੰਦੇ ਸੀ, ਫਿਰ ਹੌਲੀ ਹੌਲੀ ਉਹ ਕਮਜ਼ੋਰ ਪੈ ਗਏ, ਉਹਨਾਂ ਦੀ ਜਗ੍ਹਾ ਤੇ ਇੱਥੇ ਨਵਾਂ ਵੰਸ਼ ਆ ਗਿਆ, ਜ਼ੈਮੋਰਿਨ ਵੰਸ਼। ਕਿਹੜਾ ਵੰਸ਼ ਆ ਗਿਆ? ਜ਼ੈਮੋਰਿਨ ਵੰਸ਼। ਤਾਂ ਇਸ ਤਰੀਕੇ ਨਾਲ ਇਹਨਾਂ ਨੇ ਇਹ ਪਾਵਰ ਜਿਹੜੀ ਆ ਜੀ ਆਪਣੇ ਹੱਥ 'ਚ ਲਈ। ਹੁਣ ਗੱਲ ਕਰਦੇ ਹਾਂ ਕਿ ਪੁਰਤਗਾਲੀ ਭਾਰਤ 'ਚ ਆਏ। 1498 'ਚ ਵਾਸਕੋ ਡ ਗਾਮਾ ਆਇਆ, ਵਾਪਸ ਗਿਆ। 1502 'ਚ ਵਾਪਸ ਫਿਰ ਆਇਆ, ਫਿਰ ਵਾਪਸ ਗਿਆ। 1522 'ਚ ਫਿਰ ਵਾਪਸ ਆਇਆ। ਇਸੇ ਸਮੇਂ ਦੇ ਦੌਰਾਨ ਪੁਰਤਗਾਲ ਦੀ ਸਰਕਾਰ ਨੂੰ ਇੱਕ ਗੱਲ ਦਾ ਅਹਿਸਾਸ ਹੋ ਗਿਆ, ਜਾਂ ਪੁਰਤਗਾਲ ਦੇ ਰਾਜੇ ਨੂੰ, ਕਿ ਇੰਡੀਆ 'ਚ ਇਨਵੈਸਟਮੈਂਟ ਕਰ ਲਈ ਜਾਵੇ। ਉਹਨੇ ਫਿਰ ਆਪਣੇ ਅਫਸਰ ਇੰਡੀਆ ਭੇਜਣੇ ਸ਼ੁਰੂ ਕਰਤੇ, ਤੇ ਉਹਦੇ ਅਫਸਰਾਂ ਨੇ 1500 ਤੋਂ ਬਾਅਦ, ਕੈਨ ਯੂ ਇਮੈਜਿਨ, ਇੱਕ ਗੱਲ ਸਮਝ ਸਕਦੇ ਹੋ ਕਿ ਜਿਹੜੇ ਟਾਈਮ ਸਾਊਥ ਇੰਡੀਆ 'ਚ ਪੁਰਤਗਾਲੀ ਆਏ ਆ, ਉਸ ਵੇਲੇ ਤੱਕ ਹਜੇ ਨਾਰਥ ਇੰਡੀਆ ਦੇ ਵਿੱਚ ਮੁਗਲ ਵੀ ਨਹੀਂ ਆਏ। ਪਹਿਲਾ ਮੁਗਲ ਰਾਜੇ ਨੇ ਇੰਡੀਆ ਕਦੋਂ ਆਉਣਾ ਹੈ? 1526 'ਚ। ਕੀ ਨਾਮ ਉਹਦਾ ਭਲਾ? ਬਾਬਰ। ਤਾਂ ਪਹਿਲੇ ਮੁਗਲ ਰਾਜੇ ਨੇ ਇੰਡੀਆ ਦੇ ਵਿੱਚ 1526 'ਚ ਆਉਣਾ ਹੈ। ਤਾਂ ਤੁਸੀਂ ਆਪ ਹਿਸਾਬ ਲਾ ਕੇ ਦੇਖੋ ਕਿ ਜਦੋਂ ਉਹ ਇੰਡੀਆ ਆਏ ਨਾ ਪੁਰਤਗਾਲੀ, ਤਾਂ ਸਭ ਤੋਂ ਸ਼ੁਰੂ ਵਾਲੇ ਉਹਨਾਂ ਦੇ ਕਨਫਲਿਕਟ ਕਿਹਦੇ ਨਾਲ ਹੋਣਗੇ ਭਲਾ? ਅਰਬਾਂ ਨਾਲ। ਅਰਬਾਂ ਦੇ ਨਾਲ ਉਹਨਾਂ ਦੀ ਲੜਾਈ। ਕਿਉਂਕਿ ਇੱਕ ਗੱਲ ਆ, ਤੁਸੀਂ ਜਿਹੜੇ ਰੂਟ ਤੋਂ ਆਓਗੇ ਨਾ, ਜੇ ਉਸ ਰੂਟ ਤੇ ਕਿਸੇ ਹੋਰ ਦਾ ਵਪਾਰ ਆ, ਉਹਦੇ ਨਾਲ ਤਾਂ ਲੜਨਾ ਹੀ ਪੈਣਾ ਹੈ। ਇਹ ਤਾਂ ਕਾਇਦਾ ਹੈ, ਇਹ ਤਾਂ ਡਿਪਲੋਮੈਸੀ ਆ, ਕੂਟਨੀਤੀ ਇਹਨੂੰ ਹੀ ਕਹਿੰਦੇ ਆ। ਅੰਤਰਰਾਸ਼ਟਰੀ ਪੱਧਰ ਤੇ ਜਿਹੜੀ ਸਿਆਸਤ ਹੁੰਦੀ ਆ ਨਾ, ਜਦੋਂ ਮੈਨੂੰ ਕਹਿ ਦਿਓ, ਕਦੀ ਨਾ ਐਵੇਂ ਦੇ ਲਫ਼ਜ਼ ਨਾ ਵਰਤਿਆ ਕਰੋ ਕਿ ਇੰਡੀਆ ਤੇ ਪਾਕਿਸਤਾਨ 'ਚ ਬਹੁਤ ਤਗੜੀ ਪੋਲੀਟਿਕਸ ਚੱਲ ਰਹੀ ਆ, ਨਾ। ਅੰਤਰਰਾਸ਼ਟਰੀ ਭਾਸ਼ਾ ਦੇ ਵਿੱਚ ਪੋਲੀਟਿਕਸ ਸ਼ਬਦ ਨਹੀਂ ਵਰਤੀਦਾ। ਅੰਤਰਰਾਸ਼ਟਰੀ ਭਾਸ਼ਾ 'ਚ ਵਰਤੀਦਾ ਹੈ, ਅੰਤਰਰਾਸ਼ਟਰੀ ਸੰਬੰਧਾਂ 'ਚ ਸ਼ਬਦ ਵਰਤੀਦਾ ਹੈ ਕੂਟਨੀਤੀ, ਡਿਪਲੋਮੈਸੀ। ਕੀ ਵਰਤੀਦਾ ਹੈ? ਡਿਪਲੋਮੈਸੀ। ਪੋਲੀਟਿਕਸ ਇੱਕ ਲੋਕਲ ਸ਼ਬਦ ਆ, ਸਿਆਸਤ ਇੱਕ ਲੋਕਲ ਸ਼ਬਦ ਆ, ਜਿਹੜੀ ਆਪਣੇ ਲੋਕਾਂ 'ਤੇ ਕੀਤੀ ਜਾ ਸਕਦੀ ਆ। ਅਤੇ ਕੂਟਨੀਤੀ ਇੱਕ ਅਜਿਹਾ ਸ਼ਬਦ ਆ ਜਿਹੜਾ ਇੰਟਰਨੈਸ਼ਨਲ ਆਰਡਰ 'ਚ, ਅੰਤਰਰਾਸ਼ਟਰੀ ਸਮਾਜ 'ਚ ਕੀਤਾ ਜਾ ਸਕਦਾ ਹੈ। ਇਹ ਗੱਲ ਸਮਝ ਆ ਗਈ ਨਾ? ਸੋ ਕੂਟਨੀਤੀ ਸ਼ਬਦ ਡਿਪਲੋਮੈਸੀ ਉਹਦੀ ਇੰਗਲਿਸ਼ ਆ, ਅਤੇ ਪੋਲੀਟਿਕਸ ਮਤਲਬ ਕਿ ਸਿਆਸਤ। ਆ ਜਾਓ ਆਪਾਂ ਆਪਣੇ ਮੁੱਦੇ 'ਤੇ ਵਾਪਸ ਆਉਂਦੇ ਹਾਂ, ਠੀਕ ਆ। ਸੋ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਆਇਆ ਜੀ ਪੈਡਰੋ ਕਾਬਲ। ਸੋ ਇਹ ਇੱਕ ਅਫਸਰ ਸੀਗਾ ਜਿਹੜਾ ਸ਼ੁਰੂ 'ਚ ਇੱਥੇ ਆਇਆ। ਉਹਨੇ ਕੀ ਕੀਤਾ? ਉਹ ਬੰਦਾ ਇੰਡੀਆ ਆਉਣ ਤੋਂ ਪਹਿਲਾਂ ਉਹ ਪੁਰਤਗਾਲੀਆਂ ਵਾਸਤੇ ਬ੍ਰਾਜ਼ੀਲ 'ਚ ਕੰਮ ਕਰਦਾ ਸੀਗਾ। ਬ੍ਰਾਜ਼ੀਲ ਜਿਹੜਾ ਹੈ ਨਾ, ਉਹਦੇ 'ਤੇ ਗੌਰ ਕਰਿਓ, ਬ੍ਰਾਜ਼ੀਲ ਯੂਰਪ ਦੇ ਵੈਸਟ 'ਚ ਆ, ਅਤੇ ਉੱਥੇ ਇੱਕ ਟੌਰਡਲਿਸ ਦੀ ਸੰਧੀ ਹੋ ਗਈ। ਉਸ ਤੋਂ ਬਾਅਦ ਦੋਵਾਂ 'ਚ ਸਮਝੌਤਾ ਹੋ ਗਿਆ ਕਿ ਜਿਹੜੀ ਦੁਨੀਆ ਤੁਸੀਂ ਇੱਧਰਲੇ ਪਾਸੇ ਲੱਭ ਲਈ ਆ, ਉਹ ਚੁੱਪ ਕਰਕੇ ਸਪੇਨ ਨੂੰ ਦੇ ਦਿਓ। ਤਾਂ ਇਹ ਉੱਧਰੋਂ ਵਾਪਸ ਆ ਗਏ, ਫਿਰ ਪੁਰਤਗਾਲੀ ਉੱਧਰੋਂ ਵਾਪਸ ਆ ਗਏ ਫਿਰ, ਠੀਕ ਆ। ਸ਼ੁਰੂ 'ਚ ਇਸ ਸੰਧੀ ਨੇ ਕੰਮ ਵੀ ਕਰਿਆ, ਸ਼ੁਰੂ 'ਚ ਇਸ ਟ੍ਰੀਟੀ ਨੇ ਕੰਮ ਕਰਿਆ। ਇਹ ਫਿਰ ਇੱਥੇ ਆਇਆ, ਇਹਨੂੰ ਇੰਡੀਆ 'ਚ ਜ਼ਿੰਮੇਵਾਰੀ ਮਿਲੀ। ਕੈਲੀਕਟ 'ਚ ਇਹਨੇ ਫੈਕਟਰੀ ਲਾਈ, ਪਰ ਅਰਬ ਵਪਾਰੀ ਜਿਹੜੇ ਕਿ ਇਹਦੇ ਤੋਂ ਈਰਖਾ ਖਾਂਦੇ ਸੀ, ਉਹਨਾਂ ਨੇ ਇਹਦੀ ਫੈਕਟਰੀ 'ਤੇ ਹਮਲਾ ਕਰਤਾ। ਇਹਨੇ ਵੀ ਫਿਰ ਹਮਲਾ ਕਰਤਾ। ਸੋ ਇਹਨੇ ਇੱਕ ਨਵਾਂ ਸਿਸਟਮ ਚਲਾਇਆ, ਗਨ ਬੋਟ ਪਾਲਿਸੀ, ਠੀਕ ਆ। ਮਤਲਬ ਕਿ ਸਮੁੰਦਰ ਦੇ ਵਿੱਚੋਂ ਹਮਲੇ ਜਿਹੜੇ ਸੀਗੇ, ਇਹਨਾਂ ਨੇ ਸਮੁੰਦਰ 'ਚੋਂ ਹਮਲੇ ਕੀਤੇ। ਸਟਰੋਂਗ ਨੇਵੀ ਸੀ ਇਹਨਾਂ ਨੇ। ਤੁਸੀਂ ਇਹ ਸਮਝ ਲਓ ਕਿ ਕੇਰਲਾ ਦੇ ਨੇੜੇ ਭਾਰਤ ਦਾ ਜਿਹੜਾ ਵੈਸਟਰਨ ਕੋਸਟ ਆ, ਜਿਹੜੀ ਪੱਛਮੀ ਤੱਟ ਆ ਭਾਰਤ ਦਾ, ਜਾਂ ਉਹਦੇ ਅੰਦਰਲੇ ਪਾਸੇ ਜਿਹੜਾ ਸਮੁੰਦਰ ਆ, ਉਸ ਪਾਣੀ 'ਤੇ ਇਹਨਾਂ ਨੇ ਕਬਜ਼ਾ ਕਰ ਲਿਆ। ਅਤੇ ਇੱਕ ਸਿਸਟਮ ਚਲਾਤਾ, ਕਾਰਟੇਜ ਸਿਸਟਮ, CARTEZZE, ਕਾਰਟੇਜ ਸਿਸਟਮ। ਇਹ ਕਾਰਟੇਜ ਸਿਸਟਮ ਕੀ ਸੀਗਾ? ਕਾਰਟੇਜ ਦਾ ਸਿਸਟਮ ਦਾ ਮਤਲਬ ਇਹ ਆ ਕਿ ਇਹ ਸਮੁੰਦਰ ਦੀਆਂ ਲਹਿਰਾਂ ਹੁਣ ਸਾਡੀਆਂ ਨੇ, ਜਿੰਨੇ ਇੱਥੋਂ ਜਹਾਜ਼ ਲਗਾਉਣਾ ਹੈ ਉਹਨੂੰ ਹੁਣ ਸਾਨੂੰ ਟੈਕਸ ਦੇਣਾ ਪਊਗਾ। ਤਾਂ ਇਹ ਕਿਹਨਾਂ 'ਤੇ ਕਾਬੂ ਕਰਨ ਵਾਸਤੇ ਸੀ? ਹੁਣ ਅਰਬ ਦੇ ਵਪਾਰੀਆਂ 'ਤੇ। ਇਹਨੂੰ ਕਹਿੰਦੇ ਆ ਕਿ ਤੁਹਾਡੀ ਪਾਣੀ ਦੀ ਨੀਤੀ, ਠੀਕ ਆ, ਨੀਲੇ ਪਾਣੀ ਦੀ ਨੀਤੀ। ਇਹਨੂੰ ਇੰਗਲਿਸ਼ 'ਚ ਕਿਹਾ ਜਾਂਦਾ ਹੈ ਬਲੂ ਵਾਟਰ ਪਾਲਿਸੀ, ਠੀਕ ਆ। ਕਿ ਨੀਲੇ ਪਾਣੀ ਦੀ ਨੀਤੀ ਦਾ ਮਤਲਬ ਆ, ਕਿਹਦਾ ਪਾਣੀ ਨੀਲਾ ਹੁੰਦਾ ਹੈ? ਸਮੁੰਦਰ ਦਾ। ਤਾਂ ਸਮੁੰਦਰ ਦੇ ਪਾਣੀ ਦੀਆਂ, ਸਮੁੰਦਰ ਦੀਆਂ ਲਹਿਰਾਂ 'ਤੇ ਆਪਣੇ ਕਬਜ਼ੇ ਨੂੰ ਸਭ ਤੋਂ ਪਹਿਲਾਂ ਪੁਰਤਗਾਲੀਆਂ ਨੇ ਕੀਤਾ, ਅਤੇ ਉੱਥੋਂ ਬਹੁਤ ਪੈਸਾ ਕਮਾਇਆ। ਇਸ ਕਾਰਟੇਜ ਪਾਲਿਸੀ ਤੋਂ, ਬਹੁਤ ਕਾਰਟੇਜ ਸਿਸਟਮ ਕਹਿ ਸਕਦੇ ਹੋ, ਇਸ ਕਾਰਟੇਜ ਸਿਸਟਮ ਤੋਂ ਇਹਨਾਂ ਨੇ ਬਹੁਤ ਪੈਸਾ ਕਮਾਇਆ। ਪਹਿਲਾਂ ਤਾਂ ਜਸਟ ਇਹੀ ਸੀਗਾ ਡਿਪਲੋਮੈਸੀ ਵਾਲਾ, ਗਨ ਬੋਟ ਡਿਪਲੋਮੈਸੀ। ਕਾਰਟੇਜ ਸਿਸਟਮ ਤਾਂ ਅਗਲਿਆਂ ਨੇ ਸ਼ੁਰੂ ਕਰਨਾ ਆ ਕੇ, ਉਹ ਦੱਸਦਾ ਕਿਵੇਂ। ਕਹਿੰਦੇ ਇਹ ਤਾਂ ਜਸਟ ਪਹਿਲਾਂ ਇੱਕ ਟੈਂਪਰੇਰੀ ਤੌਰ 'ਤੇ ਇੱਕ ਪ੍ਰੋਵੀਜ਼ਨਲ ਜਿਹਾ ਗਵਰਨਰ ਭੇਜਿਆ, ਪੱਕੇ ਤੌਰ 'ਤੇ ਪਹਿਲਾਂ ਭੇਜਿਆ ਫਰੈਂਕੀਓਜ਼ ਐਲਮਿਡਾ, ਜਿਹੜਾ ਕਿ 1505 'ਚ 1509 'ਚ ਆਇਆ। ਇਹ ਅਸਲ 'ਚ ਪਹਿਲਾ ਆਫੀਸ਼ੀਅਲੀ ਰਾਜਦੂਤ ਬਣ ਕੇ ਆਇਆ ਭਾਰਤ 'ਚ। ਭਾਰਤ 'ਚ ਪਹਿਲਾ ਨਵਾਬ ਕਹਿ ਲਓ ਜਾਂ ਗਵਰਨਰ ਬਣ ਕੇ ਆਇਆ, ਠੀਕ ਆ। ਇਹਨੇ ਆਉਂਦੇ ਨੇ ਅਰਬ ਦੇ ਵਪਾਰੀਆਂ ਨੂੰ ਸਭ ਤੋਂ ਪਹਿਲਾਂ ਨੁਕਸਾਨ ਪਹੁੰਚਾਇਆ। ਕਿੱਥੇ ਭਲਾ? ਕਹਿੰਦਾ ਇਹਨੇ ਆਉਂਦੇ ਨੇ ਐਡਨਸ, ਹੌਰਮਿਊਜ਼ ਅਤੇ ਮਲੱਕਾ, ਇਹ 3 ਇਲਾਕੇ ਜਿਹੜੇ ਸੀਗੇ ਨਾ, ਉਹ ਆਪਣੇ ਕਬਜ਼ੇ 'ਚ ਕਰ ਲਏ। ਆ ਜਾਓ ਵਾਪਸ। ਇਹ ਆਇਆ, ਠੀਕ ਆ। ਇਹਨੇ ਸਭ ਤੋਂ ਪਹਿਲਾਂ ਹੌਰਮਿਊਜ਼, ਐਡਨ ਅਤੇ ਮਲੱਕਾ, ਇੱਥੋਂ ਲੈ ਕੇ ਇੱਥੋਂ ਤੱਕ ਦਾ ਸਮੁੰਦਰ ਆਪਣੇ ਕਬਜ਼ੇ 'ਚ ਕਰ ਲਿਆ,
ठीक है, कहता करो। अब अरब के व्यापारी इत्थे जाणगे तो इस इलाके दे विचों ही निकल के जाणगे ना, सारे का सारा समुंदर इहदे कब्जे च। हॉर्म्यूज़ तो लैके आ हॉर्म्यूज़ आ, तुहानूं पता हॉर्म्यूज़ की आ बड़े गौर नाल देखना। दिस इज़ गल्फ ऑफ ओमान, ठीक है। ये किहड़ी है जी? गल्फ ऑफ ओमान के एडन, सॉरी एडन, ठीक है। ये अपने को आ गई पर्शियन गल्फ। ये गल्फ ऑफ ओमान है कि एडन आ? ओमान के, हाँ, दिस इज़ गल्फ ऑफ ओमान, दिस इज़ पर्शियन गल्फ। इन्हां दोवां नूं विच जोड़न वाली ये एक छोटी जी वाटर बॉडी है, इनू स्ट्रेट कहा जाता है, STRAIT स्ट्रेट। ये आ स्ट्रेट ऑफ हॉर्म्यूज़ जिहड़ी इन्हां दोवां पानियां नूं जोड़दी है। इत्थों गल्फ ऑफ एडन, सॉरी गल्फ ऑफ ओमान, चैक करियो ये ओमान ही है। मेरे दिमाग चो शहर देश का नाम भुल गया। हाँ जी बिल्कुल गलती हो गई। दिस इज़ गल्फ ऑफ ओमान, दिस इज़ पर्शियन गल्फ। इन्होंने दोवां नूं जोड़दी है स्ट्रेट ऑफ हॉर्म्यूज़। दिस इज़ गल्फ ऑफ एडन, दिस इज़ रैड सी। इन्होंने दोवां नूं जोड़दी है स्ट्रेट बबले मंदीप। किहड़ी है जी? बबले मंदीप। सो इन्हें गल्फ ऑफ एडन, गल्फ ऑफ ओमान ते इधरले पासे एक स्ट्रेट आ जी मलक्का स्ट्रेट। सो सोच के देखो किवें इस पूरे इलाके ते किहदा कब्जा हो गया भला? पुर्तगालियां का कब्जा। तो पुर्तगालियां ने इस इलाके ते कब्जा कर लिया, ठीक है। तो पुर्तगाली जो इस इलाके ते आ जाओ, पुर्तगाली इस इलाके ते एलमीडा साहब अपना कब्जा करते हैं, ठीक है। तो ये करता की आ, देखो जेड़े टाइम ये भारत च सीगा ना, हुण मेरी गल बड़े ध्यान नाल सुनियो, जदों ये हजे तक भारत च उत्तर वाले पासे मुगल भी नहीं आए हुए। भारत दे विच जे मुगल नहीं आए तो नॉर्थ इंडिया च राज किहदा सीगा इस टाइम? नॉर्थ इंडिया च जिन्हां ने मेडीवल हिस्टरी नहीं पढ़ी हुई उन्हां तो सॉरी, बाकियां नूं मैं पढ़ाई देनी आ। मेडीवल हिस्टरी च पता है कि 1450 तो लैके 1526 तक जदों तक भारत च मुगल नहीं सी आए तो भारत च लोधियां दा राज सी। किन्हां दा? लोधीज़। तो उस टाइम भारत के जिहड़े लोधी राजे सीगे वो सुंगड़ रहे सी, कमज़ोर पै रहे सीगे। उन्हां दा अपने नेड़े तेड़े दे इलाकिਆਂ तो कंट्रोल घटदा जा रहा सी। किसी टाइम भारत के जिहड़े लोधियां तो पहलां वाले राजे सी ना, लोधियां तो पहलां भारत च तुगलक होए आ, तुगलक तो पहलां भारत च खिलजी होए आ, ये तो साउथ इंडिया तक पहुँच गए सी। पर जिवें जिवें असीं लोधियां तक हौली हौली गए, खिलजियां तो तुगलक ते तुगलक तो सैयस ते सैयस तो लोधी तक गए, तो दिल्ली के राजियां का राज जिहड़ा सीगा वो साउथ इंडिया तो घटदा घटदा सिर्फ नेड़े तेड़े रह गया। इत्थों तक कि गुजरात, राजस्थान, मध्य प्रदेश के थल्लड़े इलाकों के लोकल राजे आज़ाद हो रहे थे। वो आपो अपने इलाकों च राजे मजबूत हो रहे थे। तो जदों वक्रे वक्रे इलाकों च वक्रे वक्रे राजे का राज होवे, पूरे देश च किसी केंद्री राजे का, किसी स्ट्रोंग सेंट्रल राजे का राज ना होवे, किसी स्ट्रोंग सेंट्रल राजे का राज ना होवे जे किते किसी देश दे विच, तां उहदा नुकसान की हुंदा? विदेशियों नूं तुहाडे देश च आके हमले करने जां कब्जा करना बहुत ईजी हो जाता है। आ गल समझी आ गई? आजो इसे दा ही फायदा चक्या फ्रैंकीस डी अल्मेडा ने, ठीक है। तो आ देखो उन्हें गुजरात पूरा तबाह करता। तो एक गल याद रखियो, भारत च कल्ले आ जाओ इधर, भारत च कल्ले अरब के व्यापारी नहीं सी आउंदे। भारत च उस टाइम जिहड़ा पूरे का पूरा आ इलाका, इत्थों के इजिप्ट के व्यापारी भी भारत च आउंदे सीगे। तो जदों भारत च पुर्तगाली आए, उन्होंने कल्ले अरब के व्यापारियों थोड़ा इजिप्ट के व्यापारियों भी रोकिया। तो जिहड़े इजिप्ट के व्यापारी भारत च उस टाइम सीगे, उन्होंने भी एका कर लिया, अरब के व्यापारियों ने भी एका कर लिया। तो भारत के कई लोकल राजे सी, जिवें गुजरात का राजा, गुजरात तो थल्ले जिथे अज दा गोवा है, गोवा तो ना अज ना इंडिया का मैप देखियो, गोवा के मैप तो थोड़ी जी थल्ले करनाटका का इलाका आ जाता है, तो गोवा तो थोड़ी जी उपर महाराष्ट्र है। इंडिया के मैप जे आप देखीए अज के जमाने तो इत्थे इलाका हुंदा सी बीजापुर का। थोड़ी जी साइड ते आंध्रा प्रदेश वाल चले जो, तेलंगाना वाल चल जो, उत्थे गोलकुंडा। करनाटका दे इंडिया के मैप्स देखियो, करनाटका के सेंटर च जाके देखियो बराड़ का इलाका, BERAR, ठीक है। तुहाडे चों कईयां नूं लगदा होऊगा कि ये की आ, मैं तुहानूं वो भी मैप जिहड़ा है चंगी तरह दिखाउणा चाहुंदा। तो
क्योंकि असल च आपां नूं कंसैप्ट क्लीयर होना चाहिए। दिस रहा है सारिਆਂ ਨੂੰ? अहमदनगर, बीजापुर, बिदर, गोलकुंडा ते विच इत्थे किते बराड़ भी सीगा। ठीक है, बराड़ 5 के इलाके सीगे। असल च पता की सीगा, आ थल्ले देखो, आ थल्ले किहड़ा अंपायर आ? विजयनगर अंपायर। विजयनगर अंपायर दे थल्ले ही चेरा भी हुंदा सी। चेरा, चेरा नूं तोड़ के ही कौन आ गए सीगे? जैमोरिन्स। आ जिहड़ा उपरला इलाका ना, ये किसी समय तक ये हुंदे सीगे बाहमणी अंपायर। किहड़ा? बाहमणी, क्योंकि इनू शुरू करने वाले पहले राजे के नाम च बाहमण आउंदा सीगा, है वो मुसलमान राजा सी, इस करके इनू बाहमणी अंपायर कहा जाता सीगा। फिर ये बाहमणी अंपायर भी स्पलिट कर गया अहमदनगर, बिदर, बराड़, गोलकुंडा ते बीजापुर च। ਜਿਹੜੇ ਸਮੇਂ ਭਾਰਤ 'ਚ ਪੁਰਤਗਾਲੀ ਆਏ ਆ ਉਹਨਾਂ ਨੂੰ ਇੰਡੀਆ ਐਵੇਂ ਦਾ ਦੱਸਿਆ ਹੈ। ਉਹ ਤੋਂ ਪਹਿਲਾਂ ਵਾਲਾ ਸੀਨ ਕਿਵੇਂ ਦਾ ਸੀ? ਇਹਨਾਂ ਨੇ ਕੀ ਲੈਣਾ ਯਾਰ? ਬਾਹਮਣੀ ਸੀ, ਕੀ ਸੀ, ਧਮਕਾਣਾ ਸੀ, ਫਲਾਣਾ ਸੀ, ਕੀ ਲੈਣਾ ਉਹਨਾਂ ਨੇ? ਜਿੱਦਣ ਉਹ ਇੰਡੀਆ ਪਹੁੰਚਦੇ ਆ ਉਹਨਾਂ ਨੂੰ ਆਹ ਭਾਰਤ ਦਿਸਦਾ ਹੈ। ਉਹਨਾਂ ਨੂੰ ਬਸ ਇੱਕੋ ਗੱਲ ਟੈਨਸ਼ਨ ਸੀ ਕਿ ਅੱਜ ਲੜਾਈ ਬੀਜਾਪੁਰ ਵਾਲੇ ਨਾਲ, ਕੱਲ੍ਹ ਨੂੰ ਕਿਹਦੇ ਨਾਲ ਆ। ਅਤੇ ਇੱਥੋਂ ਦਾ ਰਾਜਾ ਇਹ ਸੀ ਗੁਜਰਾਤ ਦਾ ਰਾਜਾ। ਗੁਜਰਾਤ ਵੱਖਰਾ ਦੇਸ਼ ਹੁੰਦਾ ਸੀ, ਗੁਜਰਾਤ ਵੱਖਰਾ, ਅਹਿਮਦਨਗਰ ਵੱਖਰਾ, ਬੀਜਾਪੁਰ ਵੱਖਰਾ। ਅਤੇ ਤੁਸੀਂ ਪੁਰਤਗਾਲੀ ਹੋ, ਬਾਹਰੋਂ ਆਏ ਹੋ, ਤੁਸੀਂ ਚਾਹੁੰਦੇ ਹੋ ਕਿ ਸਮੁੰਦਰ ਦੇ ਨੇੜੇ ਨੇੜੇ ਹੀ ਤੁਹਾਡਾ ਕਬਜ਼ਾ ਹੋਵੇ। ਤੁਸੀਂ ਕੈਲੀਕਟ ਉਤਰੇ ਹੋ, ਕੋਚੀਨ ਕੈਲੀਕਟ ਦੇ ਇਲਾਕੇ 'ਤੇ ਤੁਹਾਨੂੰ ਜ਼ੈਮੋਰਿਡ ਨੇ ਵਪਾਰ ਕਰਨ ਦਾ ਜਗ੍ਹਾ ਦੇ ਦਿੱਤੀ ਹੈ। ਤੁਸੀਂ ਹੌਲੀ ਹੌਲੀ ਆਪਣੀ ਵੈਸਟਰਨ ਕੋਸਟ 'ਤੇ, ਪੱਛਮੀ ਤੱਟ 'ਤੇ ਆਪਣੀ ਸਰਦਾਰੀ ਬਣਾਉਣਾ ਚਾਹੁੰਦੇ ਹੋ। ਇੱਥੋਂ ਦੀ ਸਰਦਾਰੀ 'ਚ ਅੜਿੱਕਾ ਕੌਣ ਨੇ? ਜਾਂ ਤਾਂ ਲੋਕਲ ਰਾਜੇ ਜਿਹੜੇ ਪਹਿਲਾਂ ਤੁਹਾਡੇ ਤੋਂ ਇੱਥੇ ਟੈਕਸ ਇਕੱਠਾ ਕਰਦੇ ਆ, ਜਾਂ ਬਾਹਰ ਦੇ ਅਰਬ ਦੇ ਵਪਾਰੀ, ਜਾਂ ਬਾਹਰ ਦੇ ਇਜਿਪਟ ਦੇ ਵਪਾਰੀ। ਕੀ ਇਹਨਾਂ ਸਾਰਿਆਂ ਦੀ ਜੁਗਲਬੰਦੀ ਨੂੰ ਤੁਸੀਂ ਤੋੜ ਪਾਓਗੇ? ਤੇ ਜੇ ਤੋੜ ਦੋਗੇ ਤਾਂ ਤੁਸੀਂ ਰਾਜੇ, ਨਹੀਂ ਤਾਂ ਫਿਰ ਉਹ ਰਾਜੇ, ਤੁਸੀਂ ਖਤਮ ਹੋ ਜਾਓਗੇ, ਵਾਪਸ ਚਲੇ ਜਾਓਗੇ। ਸਟੋਰੀ ਸਮਝ ਆ ਗਈ? ਆ ਜਾਓ ਜੀ ਆਪਾਂ ਆਪਣੇ ਮੁੱਦੇ 'ਤੇ ਵਾਪਸ ਚੱਲਦੇ ਹਾਂ। ਠੀਕ ਹੈ ਜੀ, ਆ ਪਹਿਲਾ ਰਾਜ ਆਇਆ ਤਾਂ ਆ ਜਾਓ ਵੀ ਹੁਣ ਅੱਗੇ। ਠੀਕ ਆ, ਸੋ ਇਹਨੇ ਕੀ ਕੀਤਾ? ਗੁਜਰਾਤ ਤੇ ਇਜਿਪਟ ਵਾਲੇ, ਗੁਜਰਾਤ ਦਾ ਲੋਕਲ ਰਾਜਾ ਤੇ ਵਿਦੇਸ਼ੀਆਂ 'ਚੋਂ ਇਜਿਪਟ ਵਾਲੇ ਇਕੱਠੇ ਹੋ ਗਏ। ਦੁਸ਼ਮਣ ਕੌਣ ਸੀ? ਉਹ ਨਵਾਂ ਜਿਹੜਾ ਇਹਨਾਂ 'ਚ ਆ ਕੇ ਘੁਸਪੈਠ ਕਰ ਰਿਹਾ ਸੀ। ਕੌਣ ਸੀ ਭਲਾ? ਪੁਰਤਗੀ। ਤਾਂ ਇਹ ਪੁਰਤਗੀ ਨੂੰ ਹਰਾਉਣ ਲੱਗੇ, ਪਰ ਪੁਰਤਗਾਲ ਨੇ ਇਹਨਾਂ ਨੂੰ ਹਰਾਤਾ। ਠੀਕ ਆ, ਇੰਨੇ ਆ ਕੇ ਫਿਰ ਇੱਕ ਹੋਰ, ਮਤਲਬ ਕਿ ਇਸ ਤੋਂ ਬਾਅਦ ਇਸ ਬੰਦੇ ਨੇ ਇੱਕ ਨਵਾਂ ਸਿਸਟਮ ਸ਼ੁਰੂ ਕੀਤਾ ਜਿਹਨੂੰ ਕਹਿੰਦੇ ਆ ਕਿਹੜਾ? ਕਾਰਟੇਜ ਸਿਸਟਮ। ਇਹ ਕਾਰਟੇਜ ਸਿਸਟਮ ਦਾ ਮਤਲਬ ਕੀ ਆ? ਇਹ ਸੀ ਕਿ ਬਲੂ ਵਾਟਰ ਪਾਲਿਸੀ। ਇਹ ਬਲੂ ਵਾਟਰ ਪਾਲਿਸੀ ਦਾ ਮਤਲਬ ਪਤਾ ਕੀ ਹੁੰਦਾ? ਕਿ ਸਮੁੰਦਰ ਦੀਆਂ ਲਹਿਰਾਂ 'ਤੇ ਕਬਜ਼ਾ ਕਰ ਲੈਣਾ ਤੇ ਹਰ ਆਉਣ ਜਾਣ ਵਾਲੇ ਤੋਂ ਟੈਕਸ ਲੈਣਾ। ਭਾਵੇਂ ਅਰਬੀ ਲੰਘੇ ਤਾਂ ਟੈਕਸ ਦਊਗਾ, ਇਜਿਪਟ ਵਾਲਾ ਲੰਘੇ ਤਾਂ ਟੈਕਸ ਦਊਗਾ। ਈਵਨ ਕਿ ਭਾਰਤ ਦਾ ਕੋਈ ਲੋਕਲ ਰਾਜਾ ਆਪਣਾ ਸਮੁੰਦਰੀ ਜਹਾਜ਼ ਲੈ ਕੇ ਉੱਥੋਂ ਲੰਘੇ ਬਾਹਰ ਵਪਾਰ ਕਰਨ ਵਾਸਤੇ, ਉਹ ਵੀ ਟੈਕਸ ਦਊਗਾ। ਇਹ ਕੰਮ ਕਰਿਆ ਤੇ ਸ਼ੁਰੂ 'ਚ ਬਹੁਤ ਪੈਸਾ ਕਮਾਇਆ ਇਸ ਬੰਦੇ ਨੇ। ਪਰ ਇਹ ਬੰਦਾ ਭਾਰਤ ਦੇ ਲੋਕਲ ਰਾਜਿਆਂ ਨਾਲ ਸਿੱਧੇ ਤੌਰ 'ਤੇ ਲੜ ਕੇ ਉਹਨਾਂ ਤੋਂ ਉਹਨਾਂ ਦੇ ਇਲਾਕੇ ਨਹੀਂ ਖੋਹ ਸਕਿਆ। ਫਿਰ ਆਊਗਾ ਸਭ ਤੋਂ ਖਤਰਨਾਕ ਗਵਰਨਰ ਜਿਨਨੇ ਪੁਰਤਗਾਲੀਆਂ ਨੂੰ ਭਾਰਤ 'ਚ ਪਹਿਚਾਣ ਦਵਾਈ ਆ। ਪਰ ਇੱਕ ਇੰਟਰਸਟਿੰਗ ਗੱਲ ਸਮਝੇ ਤੁਸੀਂ, ਅਜੇ ਤੱਕ ਕੋਈ ਵਿਦੇਸ਼ੀ ਤਾਕਤ ਆਈ ਆ ਭਾਰਤ 'ਚ? ਹੋਰ ਨਹੀਂ। ਹੁਣ ਆਇਆ ਐਲਬਰੂਕੀ। ਕਹਿੰਦੇ ਜੀ ਇਸ ਤੋਂ ਬਾਅਦ ਐਲਬਰੂਕੀ ਆਇਆ। ਇਹਨੂੰ ਕਿਹਾ ਜਾਂਦਾ ਰੀਅਲ ਫਾਊਂਡਰ ਆਫ ਪੁਰਤਗਾਲੀ ਪਾਵਰ ਇਨ ਈਸਟ। ਕਿ ਪੂਰਬ 'ਚ ਇਹ ਵਟ ਇਜ਼ ਮੀਨਿੰਗ ਆਫ ਈਸਟ? ਕਿਉਂਕਿ ਇੰਡੀਆ ਨੂੰ ਕਈ ਲੋਕ ਇੰਡੀਆ ਨਹੀਂ ਸੀ ਕਹਿੰਦੇ, ਈਸਟ ਹੀ ਕਹਿੰਦੇ ਸੀ, ਪੂਰਬ ਹੀ ਕਹਿੰਦੇ ਸੀਗੇ। ਇੰਡੀਆ ਨੂੰ ਇੰਡੀਆ ਤਾਂ ਬਹੁਤ ਘੱਟ ਜਗ੍ਹਾ 'ਤੇ ਜਾਂ ਬਹੁਤ ਲੇਟ ਕਹਿਣਾ ਸ਼ੁਰੂ ਕੀਤਾ ਇਹਨਾਂ ਨੇ। ਇਹ ਇੰਡੀਆ ਨੂੰ ਈਸਟ ਕਹਿ ਕੇ ਬੁਲਾਉਂਦੇ ਸੀਗੇ। ਖੈਰ, ਇਹ ਇੰਡੀਆ 'ਚ ਆਏ, ਇਹਨਾਂ ਨੇ ਈਸਟ 'ਚ ਆਪਣੀ ਪੁਰਤਗਾਲੀ ਪਾਵਰ ਚਲਾਈ। ਅਤੇ ਹਾਂ, ਸਭ ਤੋਂ ਪਹਿਲੀ ਗੱਲ, ਇਹ ਉਹ ਸਮਾਂ ਸੀਗਾ ਜਦੋਂ ਭਾਰਤ ਦਾ ਸਾਊਥ ਇੰਡੀਆ ਦਾ ਇੱਕ ਇਲਾਕਾ ਸੀ ਬਾਹਮਣੀ ਕਿੰਗਡਮ, ਉਹ ਬਾਹਮਣੀ ਨਹੀਂ ਸੀ ਰਿਹਾ। ਉਹ ਹੁਣ ਅਹਿਮਦਨਗਰ, ਬਰਾੜ, ਬਿਦਰ, ਗੋਲਕੁੰਡਾ ਅਤੇ ਬੀਜਾਪੁਰ 'ਚ ਟੁੱਟ ਚੁੱਕਿਆ ਸੀਗਾ। ਬੀਜਾਪੁਰ ਦੇ ਵਿੱਚ ਜਿਸ ਵੰਸ਼ ਦਾ ਰਾਜ ਸੀ, ਉਸ ਵੰਸ਼ ਦਾ ਨਾਮ ਸੀ ਆਦਿਲ ਸ਼ਾਹੀ ਵੰਸ਼। ਕਿਹੜਾ ਵੰਸ਼?
ਆਦਿਲਸ਼ਾਹੀ ਵੰਸ਼ ਵੱਖਰੇ ਵੱਖਰੇ ਇਲਾਕਿਆਂ 'ਚ ਵੱਖਰੇ ਵੱਖਰਿਆਂ ਦਾ ਰਾਜ ਸੀਗਾ। ਬੀਜਾਪੁਰ ਦੇ ਵਿੱਚ ਰਾਜ ਕਿਹਨਾਂ ਦਾ ਸੀਗਾ? ਆਦਿਲਸ਼ਾਹੀਆਂ ਦਾ। ਅੱਜ ਦਾ ਕਰਨਾਟਕਾ ਵਾਪਸ ਕਰਕੇ ਦੇਖ ਲਓ ਮੈਪ ਯਾਰ, ਨਹੀਂ ਤਾਂ ਗੂਗਲ ਕਰ ਲਿਆ ਕਰੋ ਕਿ ਅੱਛਾ ਡਿਸਇੰਟੀਗ੍ਰੇਸ਼ਨ ਆਫ ਬਾਹਮਣੀ ਅੰਪਾਇਰ, ਕਿ ਬਾਹਮਣੀ ਅੰਪਾਇਰ ਦਾ ਵਿਘਟਨ, ਤਾਂ ਨਾਲ ਲਿਖ ਲਿਆ ਕਰੋ, ਮੈਪ ਆ ਜਾਇਆ ਕਰੂਗਾ, ਸਰਚ ਕਰੋ ਦੇਖੋ। ਮੇਨਸ ਦੀ ਜਿਹੜੀ ਕਲਾਸ ਆ ਨਾ, ਇਹਨੂੰ ਆਪਾਂ ਐਵੇਂ ਦੀ ਕਰ ਲੈਣਾ ਕਿ ਜੇ ਕਿਸੇ ਦੀਆਂ ਪ੍ਰੀ ਪ੍ਰੂ ਦੀਆਂ ਕਲਾਸਾਂ ਰਹਿ ਵੀ ਗਈਆਂ, ਫਿਰ ਉਹ ਇੱਥੇ ਇਸ ਤਰੀਕੇ ਨਾਲ ਕਰਕੇ ਜਾਵੇ ਕਿ ਉਹਨੂੰ, ਜੇ ਉਹ ਚਾਹੁੰਦਾ ਨਾ ਕਿ ਮੇਰੀ ਦੋਹਰੀ ਕਲਾਸ ਨਾ ਲੱਗੇ, ਤਾਂ ਫਿਰ ਇੱਕ ਕਲਾਸ 'ਚ ਉਹਦਾ ਇੰਨਾ ਕਵਰ ਹੋ ਜਾਏ। ਪਰ ਇੱਕ ਸ਼ਰਤ ਆ, ਇੱਕ ਬਹੁਤ ਵੱਡੀ ਸ਼ਰਤ ਆ ਇਹਦੇ 'ਚ, ਦੇਖੋ ਮੈਂ ਵਾਰ-ਵਾਰ ਕਹਿ ਰਿਹਾ, ਮੇਰੀ ਇੱਕ ਰਿਕੁਐਸਟ ਆ ਕਿ ਮੈਂ ਕਲਾਸ ਦੇ ਵਿੱਚ, ਇਸ ਕਲਾਸ ਦੇ ਵਿੱਚ ਚੈਪਟਰ ਕਰਾਉਣੇ ਆ, ਬੁੱਕ ਆਬਜੈਕਟਿਵ ਬੁੱਕ ਕਰਾਉਣੀ ਆ ਦ੍ਰਿਸ਼ਟੀ IAS ਦੇ MCQs। ਉਸ ਤੋਂ ਇੱਕ ਛੋਟੇ ਪੱਧਰ ਦੀ ਕਿਤਾਬ ਹੁੰਦੀ ਆ ਆਪਣੀ ਘਟਨਾ ਚੱਕਰ, ਉਹ ਵੀ 6 ਕਿਤਾਬਾਂ ਦਾ ਸੈੱਟ ਹੁੰਦਾ। ਤੁਸੀਂ ਉਹ ਕਿਤਾਬਾਂ ਦਾ ਸੈੱਟ ਮੰਗਵਾ ਕੇ ਘਰੇ ਰੱਖ ਲੈਣਾ ਹੈ, ਠੀਕ ਆ। ਦੇਖੋ ਜਿਹੜੀ ਤਾਂ ਮੈਂ ਕਰਵਾਉਣੀ ਆ ਕਿਤਾਬ ਆਪਣੀ ਉਹਦੇ ਵਾਲੀ ਦ੍ਰਿਸ਼ਟੀ IAS, ਉਹ ਤਾਂ ਮੈਂ ਖੁਦ ਟਾਈਪ ਕਰਵਾ ਰਿਹਾ ਅਤੇ ਮੈਂ ਬਾਈਲਿੰਗੁਅਲ ਹੀ ਕਰਵਾਊਂਗਾ। ਪਰ ਘਟਨਾ ਚੱਕਰ ਜਿਹੜੀ ਆ ਉਹ ਸਿਰਫ ਇੱਕੋ ਲੈਂਗੁਏਜ 'ਚ ਹੀ ਆ, ਇੰਗਲਿਸ਼ 'ਚ ਹੀ ਆ। ਉਹਦੀ ਇਹ ਪ੍ਰੋਬਲਮ ਆ, ਜਾਂ ਇੰਗਲਿਸ਼ 'ਚ ਆ ਜਾਂ ਹਿੰਦੀ 'ਚ। ਪੰਜਾਬੀ ਮੀਡੀਅਮ ਵਾਲੇ ਉਹਨੂੰ ਇੰਗਲਿਸ਼ 'ਚ ਲੈ ਸਕਦੇ ਆ ਜਾਂ ਹਿੰਦੀ 'ਚ। ਐਡੇ ਔਖੇ ਆਬਜੈਕਟਿਵ ਕੁਐਸਚਨ ਐਡੇ ਔਖੇ ਨਹੀਂ ਹੁੰਦੇ। ਪਰ ਉਸ ਤੋਂ ਵਧੀਆ ਹਾਈ ਲੈਵਲ ਵਾਲੀ ਕਿਤਾਬ ਮੈਂ ਜ਼ਰੂਰ ਪੰਜਾਬੀ ਮੀਡੀਅਮ 'ਚ ਨਾਲ ਟਰਾਂਸਲੇਟ ਕਰਾ ਰਿਹਾ। ਮੈਂ ਘਟਨਾ ਚੱਕਰ ਨੂੰ ਵਾਰ-ਵਾਰ ਫੋਕਸ ਕਿਉਂ ਕਰਦਾ? ਕਿਉਂਕਿ ਅਸਲ 'ਚ ਨਾ ਪਤਾ ਕੀ ਆ, PPSC ਨਾ ਨਵੀਆਂ ਗੱਲਾਂ 'ਤੇ ਵਿਚਾਰ ਕਰ ਰਹੀ ਆ। ਹੁਣ PPSC UPSC ਦੇ ਟ੍ਰੈਂਡ 'ਤੇ ਜਾ ਰਹੀ ਹੈ, ਅਤੇ UPSC ਦੇ ਟ੍ਰੈਂਡ 'ਤੇ ਜੇ PPSC ਜਾਊਗੀ ਨਾ, ਤਾਂ ਇੱਕ ਚੀਜ਼ ਹੁਣ ਦੇਖਣ ਨੂੰ ਮਿਲੂਗੀ ਆਉਣ ਵਾਲੇ ਪੇਪਰਾਂ 'ਚ। PCS ਦੇ ਪੇਪਰ 'ਚ ਹੌਲੀ ਹੌਲੀ ਮੈਥ ਰੀਜ਼ਨਿੰਗ ਦੀ ਵੈਲਿਊ ਨੂੰ ਖਤਮ ਕੀਤਾ ਜਾਊਗਾ। ਦੂਜੀ ਗੱਲ, ਪ੍ਰੀ ਦਾ ਪੇਪਰ ਆਸਾਨ ਕੀਤਾ ਜਾਊਗਾ। ਜਿਹੜੇ ਆਮ ਛੋਟੇ ਲੈਵਲ ਦੇ ਪੇਪਰ ਹੁੰਦੇ ਆ ਨਾ, ਉਹਨਾਂ ਦੇ ਵਰਗਾ ਪ੍ਰੀ ਦਾ ਪੇਪਰ ਸ਼ਾਇਦ ਕੀਤਾ ਜਾਵੇ, ਅਤੇ ਮੇਨਸ ਦਾ ਪੇਪਰ ਆਪਣਾ ਉਵੇਂ ਦਾ ਰਹੂਗਾ। ਪ੍ਰੀ ਦਾ ਪੇਪਰ ਸੌਖਾ ਕੀਤਾ ਜਾਵੇ, ਇਟ ਮੀਨਸ ਦੋ ਆਪਸ਼ਨਸ ਨੇ ਕਿ ਮੈਥ ਰੀਜ਼ਨਿੰਗ ਬਹੁਤ ਆਸਾਨ ਕਰ ਦਿਓ ਅਤੇ ਮੈਥ ਰੀਜ਼ਨਿੰਗ ਦਾ ਪੇਪਰ ਜਸਟ ਕੁਆਲੀਫਾਈਂਗ ਕਰ ਦਿਓ, ਅਤੇ ਮੇਨਸ ਦਾ ਪੇਪਰ ਸ਼ਾਇਦ ਉਹ IAS ਲੈਵਲ ਦਾ ਲੈ ਜਾਣ, ਠੀਕ ਆ। ਅਤੇ ਪੰਜਾਬ ਦੇ PCS ਦਾ ਮੇਨਸ ਦਾ ਪੇਪਰ, ਹਰਿਆਣੇ PCS, UP PCS, ਬੰਗਾਲ PCS ਤੋਂ ਪਤਾ ਇੱਕ ਗੱਲ ਤੋਂ ਫਰਕ ਆ। ਬੰਗਾਲ ਦਾ PCS ਦਾ ਪ੍ਰੀ ਹੁੰਦਾ ਜਿਹੜਾ, ਮੇਨਸ ਦਾ ਸਭ ਦੇ ਇੱਕ ਬਰਾਬਰ ਹੀ ਆ। ਬੰਗਾਲ ਦਾ PCS ਪ੍ਰੀ ਪੰਜਾਬ ਦੇ PSSB ਦੇ ਪੇਪਰ ਵਰਗਾ ਹੁੰਦਾ ਹੈ। ਹਰਿਆਣੇ ਦਾ ਵੀ ਸੇਮ, UP ਦਾ ਵੀ ਸੇਮ। PSSB PPSC ਦੇ ਆਮ ਪੇਪਰ ਵੀ ਨਹੀਂ ਕਹਿ ਰਿਹਾ, PSSB ਦੇ ਪੇਪਰ ਵਰਗਾ ਗੇਮ ਪੈਂਦੀ ਆ ਸਾਰੀ ਮੇਨਸ ਦੇ ਪੇਪਰ 'ਚ। ਤਾਂ ਪੰਜਾਬ ਵਾਲੇ ਵੀ ਸ਼ਾਇਦ ਇੱਕ ਚੀਜ਼ 'ਤੇ ਤਾਂ ਵਿਚਾਰ ਕਰ ਸਕਦੇ ਆ, PPSC ਆਪਣਾ GK ਦਾ ਲੈਵਲ ਤਾਂ ਨਹੀਂ ਘਟਾਉਂਦੀ। ਹਾਂ, ਮੇਨਸ ਨੂੰ ਲੈ ਕੇ ਆਲਮੋਸਟ ਤਕਰੀਬਨ ਕਦੇ ਵੀ ਨੋਟੀਫਿਕੇਸ਼ਨ ਆ ਸਕਦਾ ਹੈ ਕਿ ਮੈਥ ਰੀਜ਼ਨਿੰਗ ਵਾਲਾ ਜਿਹੜਾ CSAT ਆ ਕੁਆਲੀਫਾਈਂਗ ਆ। 33% ਲੈਣੇ ਆ ਮੇਨਸ ਦੇ ਵਿੱਚ ਜਾਣ ਵਾਸਤੇ। ਜਦੋਂ ਪ੍ਰੀ ਦੇ ਨੰਬਰ ਜੁੜਦੇ ਆ, ਅਤੇ ਉਹਦੇ ਸਿਰਫ GK ਵਾਲੇ ਪੇਪਰ ਦੇ ਨੰਬਰ ਜੁੜਨਗੇ। ਅਤੇ ਦੂਜਾ ਵੱਡਾ ਚੇਂਜ ਇਸ ਵਾਰ PCS ਦਾ ਜਿਹੜਾ ਪ੍ਰੀ ਦਾ ਪੇਪਰ ਹੋਊਗਾ, ਉਹ ਪਹਿਲਾਂ ਉਹ ਨੈਗੇਟਿਵ ਮਾਰਕਿੰਗ ਤੋਂ ਬਿਨਾ ਹੁੰਦਾ ਸੀ, ਹੁਣ ਉਹ ਨੈਗੇਟਿਵ ਮਾਰਕਿੰਗ ਦੇ ਨਾਲ ਆਊਗਾ। ਸੋ ਇਹ ਦੋ ਚੇਂਜ ਇਸ ਵਾਰ ਦੇ PCS ਦੇ ਪੇਪਰ 'ਚ ਬੜੀ ਆਸਾਨੀ ਨਾਲ ਦੇਖਣ ਨੂੰ ਮਿਲ ਸਕਦੇ ਆ, ਠੀਕ ਆ। ਕਿਉਂਕਿ ਇਸ ਵਾਰ ਜੋ ਕੰਟਰੋਵਰਸੀ ਹੋਈ ਸੀ ਨਾ PCS ਪ੍ਰੀ ਨੂੰ ਲੈ ਕੇ, ਉਹ ਖਬਰਾਂ ਜਾਂ ਉਹ ਗੱਲਾਂ CM ਤੱਕ ਜਾਂ CM ਆਫਿਸ ਤੱਕ ਪਹੁੰਚੀਆਂ ਹੋਈਆਂ। ਤਾਂ ਇਸ ਵਾਰ ਦੇ PCS ਤੋਂ ਪਹਿਲਾਂ ਇਸ ਗੱਲ ਨੂੰ ਯਕੀਨੀ ਸ਼ਾਇਦ ਬਣਾਇਆ ਜਾਵੇ ਕਿ ਪ੍ਰੀਲਿਮਸ ਜਿਹੜਾ ਹੈ ਉਹਦਾ ਜਿਹੜਾ CSAT ਆ ਉਹਨੂੰ ਸਿਰਫ ਕੁਆਲੀਫਾਈਂਗ ਕਰ ਦਿੱਤਾ ਜਾਵੇ। ਹੋਵੇ ਚਾਹੇ ਨਾ ਹੋਵੇ, ਉਹ ਬਾਅਦ ਦੀਆਂ ਗੱਲਾਂ, ਕੋਈ ਉਹਦੇ 'ਚ ਕੋਈ ਗਰੰਟੀ ਨਹੀਂ ਮੇਰੀ, ਠੀਕ ਆ। ਪਰ ਹਾਂ, ਦੂਸਰੀ ਗੱਲ, ਆਪਾਂ ਆਪਣੇ ਮੁੱਦੇ 'ਤੇ ਆ ਜਾਈਏ, ਠੀਕ ਆ। ਇਸ ਬੰਦੇ ਨੇ ਆਦਿਲ ਸ਼ਾਹ ਤੋਂ, ਇਹ ਆਦਿਲ ਸ਼ਾਹ ਕੌਣ ਆ ਭਲਾ? ਬੀਜਾਪੁਰ ਦਾ ਸੁਲਤਾਨ। ਕਿਉਂਕਿ ਇਸ ਸਮੇਂ ਤੱਕ ਬਾਹਮਣੀ ਕਿੰਗਡਮ ਜਿਹੜਾ ਹੈ, ਇਸ ਸਮੇਂ ਤੱਕ ਬਾਹਮਣੀ ਕਿੰਗਡਮ ਜਿਹੜਾ ਸਪਲਿਟ ਹੋ ਚੁੱਕਿਆ ਹੈ। ਇਸ ਸਮੇਂ ਤੱਕ ਬਾਹਮਣੀ ਕਿੰਗਡਮ ਜਿਹੜਾ ਹੈ ਉਹ ਕੀ ਹੋ ਚੁੱਕਿਆ ਹੈ? ਸਪਲਿਟ ਹੋ ਚੁੱਕਿਆ ਹੈ। ਹਾਂ, ਇੱਕ ਗੱਲ ਹੋਰ, ਮੰਨ ਲਓ ਮੈਂ ਤੁਹਾਡੇ PCS ਦੇ ਉਹਦੇ 'ਚ ਗਰੁੱਪ 'ਚ, ਜਿਹੜਾ ਤੁਹਾਡਾ WhatsApp ਗਰੁੱਪ ਬਣਿਆ ਹੋਇਆ, ਉਹਦੇ 'ਚ ਕੋਈ ਵੀਡੀਓ ਜਿਹੜੀ ਕਿ ਬੇਸ਼ੱਕ ਮੇਰੀ ਨਾ ਹੋਵੇ, ਮੈਂ ਕੋਈ ਵੀਡੀਓ ਸ਼ੇਅਰ ਕਰਾਂ, ਉਹਨੂੰ ਬਹੁਤ ਜ਼ਿੰਮੇਵਾਰੀ ਨਾਲ ਸ਼ੇਅਰ ਕਰੂੰਗਾ ਮੈਂ, ਇਹ ਸੋਚ ਕੇ ਕਿ ਯਾਰ 2-2.5 ਘੰਟੇ ਦੀ ਵੀਡੀਓ ਆ, ਛੱਡੋ ਇਹਨੂੰ ਕੌਣ ਦੇਖੂਗਾ। ਕਈ ਵਾਰੀ ਕਿਸੇ ਵੀਡੀਓ ਦਾ ਮਤਲਬ ਇਹੀ ਹੁੰਦਾ ਹੈ ਕਿ ਸ਼ਾਇਦ ਅਗਲੇ ਦਿਨ ਮੈਂ ਕੋਈ ਕੁਐਸਚਨ ਪਾਉਣਾ ਤੁਹਾਨੂੰ, ਉਹ ਮੇਰੇ ਪੜ੍ਹਾਏ ਲੈਕਚਰ 'ਚੋਂ ਤਾਂ ਨਾ ਹੋਵੇ, ਪਰ ਉਸ ਲੈਕਚਰ 'ਚ ਜ਼ਰੂਰ ਨਿਕਲ ਆਵੇ। ਪਰ ਉਹ ਜਿਹੜਾ ਲੈਕਚਰ ਹੋਊਗਾ ਨਾ, ਜਿਹੜਾ ਵੀ ਮੈਂ ਤੁਹਾਨੂੰ ਕੋਈ ਚੀਜ਼ ਸ਼ੇਅਰ ਕਰੂੰਗਾ, ਉਹ ਅੰਤਾਂ ਦੀ ਇੰਪੋਰਟੈਂਟ ਹੋਊਗੀ। ਤਾਂ ਇਹ ਸੋਚ ਕੇ ਕਿ ਬਈ ਐਂ ਹੀ ਨਾ ਸ਼ੇਅਰ ਕਰੀ ਜਾਵਾਂ ਕਿ ਰੋਜ਼ ਕੋਈ ਚੀਜ਼ ਸ਼ੇਅਰ ਕਰਤੀ। ਹਫਤੇ 'ਚ ਮੈਨੂੰ ਲੱਗਿਆ ਕਿ ਕੋਈ ਸੈਟਰਡੇ ਕੋਈ ਚੀਜ਼ ਸ਼ੇਅਰ ਕਰਨੀ ਆ, ਤਾਂ ਉਹਨੂੰ ਸਪੈਸੀਫਿਕਲੀ ਸੈਟਰਡੇ ਸ਼ੇਅਰ ਕੀਤਾ ਜਾਊਗਾ, ਤਾਂ ਜੋ ਉਹਨੂੰ ਦੇਖਣ ਵਾਸਤੇ ਤੁਹਾਡੇ ਕੋਲ 1.5-2 ਘੰਟੇ ਹੋਣ, ਅਤੇ ਨਾਲ ਨੋਟਸ ਬਣਾਉਣ ਵਾਸਤੇ ਕੁਝ ਹੋਵੇ। ਕਈ ਚੀਜ਼ਾਂ ਐਵੇਂ ਦੀਆਂ ਹੁੰਦੀਆਂ ਕਿ ਜੋ ਆਪਣੀ ਜਾਣਕਾਰੀ ਐਡੀਸ਼ਨਲ ਵੱਧਦੀ ਜਾਵੇ ਨਾ, ਤਾਂ ਸਾਡੀ ਤਿਆਰੀ 'ਚ, ਪਰ ਉਹ ਇਹ ਨਹੀਂ ਕਿ ਸ਼ੇਅਰ ਕਰਤੀ। ਪੂਰੀ ਜ਼ਿੰਮੇਵਾਰੀ ਨਾਲ ਸ਼ੇਅਰ ਕਰਨ ਦਾ ਮਤਲਬ ਇਹ ਆ ਕਿ ਉਹ ਵੀਡੀਓ ਦੇਖਣ ਤੋਂ ਬਾਅਦ ਮੈਂ ਉਹਦੇ 'ਤੇ ਆਪਣੇ ਨਾਲ ਨੋਟਸ ਵੀ ਦਊਂਗਾ, ਤਾਂ ਕਿ ਵੀਡੀਓ ਉੱਥੋਂ ਦੇਖੋ, ਨੋਟਸ ਮੇਰੇ ਵਾਲੇ ਪੜ੍ਹੋ,
ਪਲੱਸ ਉਸ ਤੋਂ ਬਾਅਦ ਥੱਲੇ ਆਨਸਰ ਲਿਖਣ ਵਾਸਤੇ, ਤਾਂ ਕਿ ਫਿਰ ਆਨਸਰ ਰਾਈਟਿੰਗ ਵੀ ਹੋਵੇ। ਸੋ ਇਹਦੇ ਨਾਲ ਕੀ ਆ, ਮੈਂ ਤੁਹਾਡੀ ਹੀ ਤਿਆਰੀ ਜਿਹੜੀ ਆ ਨਾ ਉਹਨੂੰ ਪੂਰਾ ਵੱਡੇ ਲੈਵਲ ਤੇ, ਕਿ ਮੇਨਸ ਦੀ ਤਿਆਰੀ ਦੇ ਨਾਲ ਨਾਲ ਆਪਾਂ ਆਬਜੈਕਟਿਵਿਟੀ ਵੱਲ ਤੇ ਕਿਤੇ ਫੋਕਸ ਕਰਨਾ ਇਗਨੋਰ ਨਾ ਕਰ ਦਈਏ। ਮੇਨਸ ਦੇ ਆਨਸਰ ਲਿਖਦੇ ਲਿਖਦੇ ਕਿਤੇ ਪ੍ਰੀ ਦੇ ਆਨਸਰਾਂ ਤੋਂ ਹੱਥ ਨਾ ਧੋ ਬੈਠੀਏ, ਤਾਂ ਕਿ ਛੋਟੇ ਪੇਪਰਾਂ ਨੂੰ ਵੀ ਬਰਾਬਰ ਦੀ ਅਹਿਮੀਅਤ ਮਿਲੇ, ਜਾਂ ਇਹ ਕਹਿ ਲਓ ਛੋਟੇ ਪੇਪਰ ਛੱਡੋ, ਪ੍ਰੀ ਨੂੰ ਬਰਾਬਰ ਦੀ ਅਹਿਮੀਅਤ ਮਿਲੇ। ਇੱਕੋ ਹੀ ਗੱਲ ਹੁੰਦੀ ਹੈ ਦੋਵੇਂ ਚੀਜ਼ਾਂ। ਆ ਜਾਓ, ਕਹਿੰਦਾ ਇਹਨੇ ਉਹਨੂੰ ਹਰਾਤਾ ਇੱਥੋਂ ਤੱਕ ਕਿ ਇਹਨੇ ਮਾਲਾਬਾਰ ਤੇ ਹੌਰਮੂਜ਼ ਤੱਕ, ਪਹਿਲੇ ਵਾਲਿਆਂ ਨੇ ਤਾਂ ਉੱਥੇ ਤੱਕ ਕਬਜ਼ਾ ਕਰਿਆ ਸੀ, ਇਹਨੇ ਪੱਕਾ ਕੰਮ ਕਰਤਾ ਉੱਥੇ, ਮਤਲਬ ਕਿ ਉੱਥੋਂ ਤੱਕ ਦਾ ਫੁੱਲ ਕੰਟਰੋਲ ਇਹਨੇ ਆਪਣਾ ਬਣਾ ਲਿਆ। ਠੀਕ ਆ। ਦੂਜੀ ਗੱਲ, ਅਗਲੀ ਚੀਜ਼ ਆ ਗਈ ਕਿ ਹੁਣ ਪੁਰਤਗਾਲੀ ਜਿਹੜੇ ਸੀਗੇ ਉਹ ਦਾਅਵਾ ਕਰ ਸਕਦੇ ਸੀ ਕਿ ਸਮੁੰਦਰ ਦੀਆਂ ਲਹਿਰਾਂ ਤੇ ਸਾਡਾ ਹੀ ਕਬਜ਼ਾ ਹੈ। ਇਹ ਬੰਦੇ ਨੇ ਕੀ ਕੀਤਾ, ਭਾਰਤ 'ਚ ਜਦੋਂ ਆਇਆ ਤਾਂ ਮੈਨੂੰ ਇੱਕ ਗੱਲ ਦੱਸੋ ਕਿ ਇਹਨੇ ਬੀਜਾਪੁਰ ਦਾ ਰਾਜਾ ਸੀ ਜਿਹੜਾ ਆਦਿਲ ਸ਼ਾਹ, ਉਹਦੇ ਤੋਂ ਕੀ ਖੋਲਿਆ, ਗੋਆ ਖੋਲਿਆ, ਨਾਲ ਲੱਗਦਾ ਦਮਨ ਦਿਊ ਖੋਲਿਆ, ਥੋੜੀ ਜਿਹੀ ਅੱਗੇ ਜਾ ਕੇ ਥੋੜੇ ਜਿਹੇ ਸਮੇਂ ਬਾਅਦ ਅਗਲੇ ਨੇ ਦਾਦਰਾ ਨਗਰ ਹਵੇਲੀ ਵੀ ਖੋਹ ਲੈਣਾ। ਇਹ ਸਾਰੇ ਗੋਆ ਤੋਂ ਲੈ ਕੇ ਗੁਜਰਾਤ ਤੱਕ ਦਾ ਜਿਹੜਾ ਏਰੀਆ ਨਾ ਸਾਡਾ ਸਮੁੰਦਰ ਵਾਲਾ, ਉਹਦੇ ਕੰਢੇ ਕੰਢੇ ਦੇ ਆਉਣ ਵਾਲੇ ਸ਼ਹਿਰਾਂ ਦੇ ਨਾਮ ਆ ਗੋਆ, ਦਮਨ ਦਿਊ, ਦਾਦਰਾ ਨਗਰ ਹਵੇਲੀ। ਤਾਂ ਇਹ ਕੀ ਕਰ ਰਹੇ ਆ, ਮੈਂ ਨਹੀਂ ਕਹਿੰਦਾ ਕਿ ਪੂਰੀ ਦੀ ਪੂਰੀ ਲਹਿਰ ਤੇ ਤੁਹਾਡਾ, ਪੂਰੀ ਦੀ ਪੂਰੀ ਤੱਟ ਤੇ ਤੁਹਾਡਾ ਕਬਜ਼ਾ ਹੋ ਗਿਆ। ਇੱਕ ਸ਼ਹਿਰ ਤੁਸੀਂ ਇੱਥੋਂ ਕਬਜ਼ੇ 'ਚ ਕਰ ਲਿਆ, ਇੱਕ ਦਮਨ ਦਿਊ ਇੱਥੋਂ ਕਰ ਲਿਆ, ਇੱਥੋਂ ਐਂ ਜਾਂ ਨਹੀਂ ਗੁਜਰਾਤ, ਐਂ ਜਾਂਦਾ ਗੁਜਰਾਤ, ਸ਼ਾਇਦ ਪਤਾ ਹੋਵੇ ਤੁਹਾਨੂੰ। ਇੱਕ ਸ਼ਹਿਰ ਇੱਥੇ ਆ, ਦਾਦਰਾ ਨਗਰ ਹਵੇਲੀ ਇੱਥੇ ਆ, ਗੋਆ ਇੱਥੇ ਆ। ਠੀਕ ਆ। ਇੱਥੇ ਥੋੜ੍ਹੇ ਜਿਹੇ ਸਮੇਂ ਬਾਅਦ ਤੁਸੀਂ ਦੇਖੋਗੇ ਇੱਥੇ ਇੱਕ ਸੈਲਿਸਟਰੀਸ ਤੇ ਬਸੀਨ ਆਈਲੈਂਡ ਆ, ਜਿਨ੍ਹਾਂ ਤੇ ਅੱਜ ਦਾ ਬੰਬੇ ਵਸਿਆ, ਤੁਸੀਂ ਇਹਦੇ ਤੇ ਕਬਜ਼ਾ ਕਰ ਲਿਆ। ਥੱਲੇ ਕੈਲੀਕਟ ਕੋਚੀਨ ਆ, ਉਹਦੇ ਤੇ ਕਬਜ਼ਾ ਕਰ ਲਿਆ। ਆਲਮੋਸਟ ਤੁਸੀਂ ਭਾਰਤ ਦੀ ਕਿਹੜੀ ਤੱਟ ਰੇਖਾ ਜਿਹੜੀ ਆ ਜਿਹਨੂੰ ਆਪਣੇ ਕੰਟਰੋਲ 'ਚ ਕਰ ਰਹੇ ਹੋ, ਵੈਸਟ ਵਾਲੀ ਕਿ ਈਸਟ ਵਾਲੀ? ਵੈਸਟ ਵਾਲੇ ਪਾਸੇ ਤੁਸੀਂ ਆਏ ਤੇ ਵੈਸਟ ਵਾਲੇ ਪਾਸੇ ਹੀ ਤੁਹਾਡਾ ਪ੍ਰਭਾਵ ਰਿਹਾ। ਤੇ ਤੁਸੀਂ ਇਹਦੇ ਵਾਸਤੇ ਭਾਰਤ ਦੇ ਲੋਕਲ ਨਵਾਬ, ਕਦੀ ਬੀਜਾਪੁਰ ਦੇ ਨਵਾਬ ਨਾਲ, ਇੱਥੋਂ ਤੱਕ ਕਿ ਇਹਨਾਂ ਦਾ ਅਗਲਾ ਰਾਜਾ ਜਿਹੜਾ ਹੋਊਗਾ ਨਾ, ਇਸ ਤੋਂ ਅਗਲਾ ਜਿਹੜਾ ਇਸ ਤੋਂ ਅਲਮੀਡਾ ਤੋਂ ਬਾਅਦ ਆਊਗਾ, ਨੀਨੋ ਕੂਨਾ, ਉਹ ਤਾਂ ਬਹਾਦਰ ਸ਼ਾਹ ਇੱਥੋਂ ਦਾ ਗੁਜਰਾਤ ਦਾ ਰਾਜਾ ਸੀ। ਹੁਣ ਤੁਸੀਂ ਕਹੋਗੇ ਕਿ ਪੂਰੇ ਭਾਰਤ ਦੇ ਇਤਿਹਾਸ 'ਚ ਇਹ ਦੱਸ ਦਿਓ ਪਹਿਲਾਂ ਕਿ ਕਿੰਨੇ ਬਹਾਦਰ ਸ਼ਾਹ ਹੈ। ਭਾਰਤ ਦੇ ਇਤਿਹਾਸ 'ਚ ਇੱਕ ਤਾਂ ਬਹਾਦਰ ਸ਼ਾਹ ਨਹੀਂ ਮੁੱਕਦੇ, ਬੜੇ ਆ। ਇਹ 1530-40 ਵਾਲਾ ਬਹਾਦਰ ਸ਼ਾਹ ਹੈ, ਤੇ ਜਿਹੜਾ ਮੁਗਲਾਂ ਵਾਲਾ ਬਹਾਦਰ ਸ਼ਾਹ ਇੱਕ 1707 ਵਾਲਾ ਹੈ ਤੇ ਇੱਕ 1857 ਵਾਲਾ ਹੈ। ਇਹ ਉਹਨਾਂ ਦੋਨਾਂ ਤੋਂ ਬਾਅਦ ਤੀਜਾ ਬਹਾਦਰ ਸ਼ਾਹ ਹੈ। ਕਿਸੇ ਨੇ ਇੱਕ ਵਾਰੀ ਪੁੱਛ ਵੀ ਲਿਆ ਸੀਗਾ, ਜਿੱਥੇ ਮੈਂ ਪੜ੍ਹਿਆ ਸੀ ਸਰ ਕੋਲ, ਕਿ ਸਰ ਤੁਸੀਂ ਨਾ ਚੰਦਰਗੁਪਤ ਪੜ੍ਹਾ ਰਹੇ ਹੋ, ਚੰਦਰਗੁਪਤ ਵਿਕਰਮਦਿੱਤਿਆ। ਠੀਕ ਆ। ਭਾਰਤ 'ਚ ਕਿੰਨੇ ਕੁ ਚੰਦਰਗੁਪਤ? ਇੱਕ ਚੰਦਰਗੁਪਤ ਮੌਰਿਆ ਪੜ੍ਹ ਲਿਆ, ਇੱਕ ਚੰਦਰਗੁਪਤ ਵਨ ਪੜ੍ਹ ਲਿਆ, ਇੱਕ ਚੰਦਰਗੁਪਤ ਵਿਕਰਮਦਿੱਤਿਆ ਪੜ੍ਹ ਲਿਆ। ਕਹਿੰਦਾ ਜੇ ਪੂਰੇ ਭਾਰਤ ਦਾ ਇਤਿਹਾਸ ਐਂਸ਼ੀਅੰਟ ਹਿਸਟਰੀ ਤੋਂ ਲੈ ਕੇ ਐਂਸ਼ੀਅੰਟ ਤੱਕ ਹੀ ਪੜ੍ਹੀਏ, ਮੀਡੀਵਲ 'ਚ ਤਾਂ ਚਲੋ ਚੰਦਰਗੁਪਤ ਕੋਈ ਆਇਆ ਨਹੀਂ, ਤਾਂ 57 ਚੰਦਰਗੁਪਤਾਂ ਦਾ ਜ਼ਿਕਰ ਹੁੰਦਾ ਭਾਰਤ 'ਚ, ਤਾਂ 57 ਰਾਜੇ ਆ ਚੰਦਰਗੁਪਤ। ਸੋ ਇਸ ਕਰਕੇ ਭਾਰਤ ਦੇ ਵਿੱਚ ਤਾਂ ਇਹਨਾਂ ਰਾਜਿਆਂ ਦੇ ਨਾਮਾਂ ਨਾਲ ਐਵੇਂ ਸਾਰਨਾ ਪਿਆ ਕਿ ਅਕਬਰ 1, ਅਕਬਰ 2, ਸ਼ਾਹ ਆਲਮ 1, ਸ਼ਾਹ ਆਲਮ 2। ਇਹ ਬਹਾਦਰ ਸ਼ਾਹ 1, 2 ਤੋਂ ਬਾਅਦ ਇਹ ਸਾਈਡ ਵਾਲਾ ਬਹਾਦਰ ਸ਼ਾਹੀ ਆ। ਇਹ ਇੱਕ ਲੋਕਲ ਰਾਜਾ ਸੀ, ਕਿੱਥੋਂ ਦਾ ਭਲਾ? ਗੁਜਰਾਤ ਦਾ। ਸੋ ਆਜੋ ਅੱਗੇ। ਕਹਿੰਦਾ ਇਹਨੇ ਕੀ ਕੀਤਾ, ਇਹਨਾਂ ਨੇ ਗੁਜਰਾਤ ਤੱਕ ਵੀ ਕਬਜ਼ਾ ਕਰ ਲਿਆ ਸੀ। ਪਰ ਹੁਣ ਮੈਂ ਥੋੜ੍ਹਾ ਜਿਹਾ ਤੁਹਾਨੂੰ ਜਾਣਕਾਰੀ ਦੇ ਦਾਂ ਕਿ ਅਲਬਰੂਕੀ ਨੇ ਭਾਰਤ ਦੇ ਇਕੱਲਾ ਕਬਜ਼ਾ ਨਹੀਂ ਕੀਤਾ। ਅਲਬਰੂਕੀ ਦਾ ਸਭ ਤੋਂ ਤਗੜਾ ਕਬਜ਼ਾ ਪਤਾ ਕੀ ਸੀ ਭਾਰਤ 'ਚ? ਬੀਜਾਪੁਰ ਦੇ ਰਾਜੇ ਤੋਂ ਗੋਆ ਖੋਹ ਲੈਣਾ। ਤੇ ਦੂਜਾ, ਇਸ ਬੰਦੇ ਨੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਧਾਰਮਿਕ ਬਦਲਾਵ ਕੀਤੇ ਆ। ਭਾਰਤੀਆਂ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਅੰਦਾਜ਼ੀ ਸਭ ਤੋਂ ਪਹਿਲਾਂ ਅੰਗਰੇਜ਼ਾਂ ਨੇ ਨਹੀਂ, ਪੁਰਤਗਾਲੀਆਂ ਨੇ ਸ਼ੁਰੂ ਕੀਤੀ ਆ। ਕਿਵੇਂ ਭਲਾ? 1515 'ਚ ਗੋਆ ਦੇ ਵਿੱਚ ਸਤੀ ਬੈਨ ਕਰਕੇ। ਗੋਆ ਕਹਿ ਲਓ ਜਾਂ ਤੁਸੀਂ ਇਹ ਕਹਿ ਲਓ ਕਿ ਜਿੱਥੇ ਜਿੱਥੇ ਪੁਰਤਗਾਲੀਆਂ ਦਾ ਭਾਰਤ 'ਚ ਰਾਜ ਸੀ ਆਪਣੇ ਇਲਾਕੇ 'ਚ, ਤੇ ਮੋਟੇ ਤੌਰ 'ਤੇ ਰਾਜ ਕਿੱਥੇ ਸੀ ਇਹਨਾਂ ਦਾ? ਗੋਆ, ਦਮਨ ਦਿਊ। ਉੱਥੇ ਕੀਤੀ ਸਤੀ ਬੈਨ। ਉੱਥੇ ਪੁਰਤਗਾਲੀਆਂ ਨੂੰ ਕਿਹਾ ਕਿ ਲੋਕਲ ਇੰਡੀਅਨਸ ਨਾਲ ਵਿਆਹ ਕਰਾਓ। ਠੀਕ ਆ। ਕਿ ਆਪਣੇ ਆਪ ਨੂੰ ਪਿੰਡਾਂ ਦੇ ਜ਼ਿਮੀਂਦਾਰਾਂ ਵੱਲੋਂ ਸਥਾਪਿਤ ਕਰੋ। ਠੀਕ ਆ। ਇਹਨੇ ਭਾਰਤ 'ਚ ਕੀ ਹੁੰਦੇ ਆਪਣੇ ਕੈਸ਼ੀਓ ਨਟ, ਕਾਜੂ, ਟਬਾਕੂ, ਪਟਾਟੋ, ਠੀਕ ਆ, ਪਟਾਟੋ, ਕੈਬੇਜ, ਇਹ ਕੁਝ ਸਬਜ਼ੀਆਂ ਸੀਗੀਆਂ ਜਿਹੜੀਆਂ ਭਾਰਤ 'ਚ ਪੁਰਤਗਾਲੀ ਲੈ ਕੇ ਆਏ ਆ। ਠੀਕ ਆ। ਇਹ ਕੁਝ ਰੈੱਡ ਚਿੱਲੀਜ਼, ਠੀਕ ਆ, ਮਤਲਬ ਚਿੱਲੀਜ਼, ਰੈੱਡ ਚਿੱਲੀਜ਼, ਠੀਕ ਆ। ਇਹ ਕੁਝ ਚੀਜ਼ਾਂ ਸੀਗੀਆਂ ਜਿਹੜੀਆਂ ਭਾਰਤ 'ਚ ਇਹ ਲੈ ਕੇ ਆਏ ਆ। ਸੋ ਭਾਰਤ ਦੇ ਵਿੱਚ ਕੁਝ ਸਬਜ਼ੀਆਂ ਦਾ ਕਨਸੈਪਟ ਆਇਆ, ਨਵੇਂ ਫਰੂਟਸ ਭਾਰਤ 'ਚ ਇਹ ਲੈ ਕੇ ਆਉਂਦੇ ਆ। ਇਸ ਤੋਂ ਬਾਅਦ ਅਗਲਾ ਗਵਰਨਰ ਜਨਰਲ ਆਇਆ ਨੀਨੋ ਕੋਨਾ। ਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, ਇਹ ਐਲਬਰੂਕੀ ਦੇ ਵੇਲੇ ਇੱਕ ਵਾਰ ਵਾਸਕੋ ਡਗਾਮਾ ਫੇਰ ਵਾਪਸ ਇੰਡੀਆ ਆਇਆ ਸੀ 1522 'ਚ, ਫਿਰ ਗਿਆ ਨਹੀਂ ਵਾਪਸ, ਮਤਲਬ ਇੱਥੇ ਡੈਥ ਹੋਈ ਉਹਦੀ। ਠੀਕ ਆ। ਕਬਰ ਮੈਨੂੰ ਲੱਗਦਾ ਜੀ ਉਹ ਸਾਊਥ ਇੰਡੀਆ 'ਚ ਬਣੀ ਹੋਈ ਹੈ ਕਿਤੇ ਕੈਲੀਕਟ ਦੇ ਨੇੜੇ। ਤਾਂ ਉਹ ਕਦੀ ਇੰਡੀਆ ਦੇ ਸਦਰਨ ਮੋਸਟ ਪੁਆਇੰਟ ਦੇਖਣ ਜਾਣਾ ਪਿਆ, ਮਤਲਬ ਜਾਣਾ ਪਿਆ ਨਹੀਂ, ਜੇ ਗਏ ਜਾਣਾ ਪਿਆ, ਉਹਨੂੰ ਇਹ ਕਿਹੜਾ ਮਜਬੂਰੀ ਆ। ਠੀਕ ਆ। ਤਾਂ ਜੇ ਗਏ ਕਦੀ ਦੇਖਣ ਤਾਂ ਉਹਦੀ ਕਬਰ ਜ਼ਰੂਰ ਹੋ ਆਇਓ। ਖੈਰ ਆਜੋ ਆਪਾਂ ਆਪਣੇ ਮੁੱਦੇ 'ਤੇ ਚੱਲਦੇ ਹਾਂ। ਸਭ ਤੋਂ ਖਤਰਨਾਕ ਗਵਰਨਰ, ਸਭ ਤੋਂ ਖਤਰਨਾਕ ਤਾਂ ਚਲੋ ਮੈਂ ਕਹੂੰਗਾ ਐਲਬਰੂਕੀ।
ਫਸਟ ਰੀਅਲ ਪਾਵਰ ਜਿਹੜੇ ਬੰਦੇ ਨੇ ਪੁਰਤਗਾਲੀਆਂ ਨੂੰ ਭਾਰਤ 'ਚ ਦਵਾਈ, ਤੇ ਸਭ ਤੋਂ ਵੱਧ ਜਿਹੜੇ ਬੰਦੇ ਨੇ ਐਕਸਪੈਂਸ਼ਨ ਕੀਤੀ ਉਹ ਨੀਨੋ ਕਾਨਾ ਹੈ। ਕਹਿੰਦਾ ਇਹ ਉਹ ਬੰਦਾ ਸੀਗਾ ਜਿਨੇ ਪਹਿਲੀ ਗੱਲ ਪੁਰਤਗਾਲੀਆਂ ਦਾ ਹੈੱਡਕੁਆਟਰ ਕੋਚੀਨ ਤੋਂ ਸ਼ਿਫਟ ਕਰਕੇ ਕਿੱਥੇ ਲੈ ਗਿਆ, ਗੋਆ ਲੈ ਗਿਆ। ਗੋਆ ਨੂੰ ਪੁਰਤਗਾਲੀਆਂ ਦੀ ਰਾਜਧਾਨੀ ਬਣਾਉਣ ਵਾਲਾ, ਗੋਆ ਵਾਲੇ ਸਭ ਤੋਂ ਪਹਿਲਾਂ ਪੈਰ ਪਾਉਂਦੇ ਆ ਕਿੱਥੇ ਭਲਾ, ਕੈਲੀਕਟ, ਪਰ ਗੋਆ ਵਾਲਿਆਂ ਦੀ ਮੇਨ ਰਾਜਧਾਨੀ ਜਿਹੜੀ ਸੀਗੀ ਫਿਰ ਕੋਚੀਨ ਬਣ ਗਈ। ਪਰ ਕੋਚੀਨ ਵੀ ਰਾਜਧਾਨੀ ਨਹੀਂ, ਅਸਲੀ ਰਾਜਧਾਨੀ ਪੁਰਤਗਾਲੀਆਂ ਦੀ ਗੋਆ ਰਹੀ ਆ। ਤੇ ਗੋਆ 'ਚੋਂ ਪੁਰਤਗਾਲੀ ਅੰਗਰੇਜ਼ਾਂ ਤੋਂ ਵੀ ਬਾਅਦ 'ਚ ਗਏ ਆ। ਪੁਰਤਗਾਲੀ ਭਾਰਤ 'ਚੋਂ ਕਦੋਂ ਗਏ ਆ, 1961, 19 ਦਸੰਬਰ 1961 ਨੂੰ ਗਏ। ਥੋੜਾ ਸੀ ਕੱਢੇ ਸੀ, ਆਪਰੇਸ਼ਨ ਵਿਜੇ ਚਲਾਇਆ ਸੀਗਾ। ਉਸ ਟਾਈਮ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਧਿਅਕਸ਼ ਜਾਂ ਕਹਿ ਲਓ ਕਿ ਉਹਨਾਂ ਦੀ ਪੀਐਮਸ਼ਿਪ ਦੇ ਵਿੱਚ ਭਾਰਤ ਦੀ ਫੌਜ ਨੇ ਫੇਰ ਜਾ ਕੇ ਕਿਤੇ ਪੁਰਤਗਾਲੀ ਭਾਰਤ ਚੋਂ ਕੱਢੇ ਜਾਂਦੇ ਸੀ ਕਿਤੇ, ਠੀਕ ਆ। ਸੋ ਭਾਰਤ ਦੇ ਵਿੱਚ ਇੱਕ ਬੜੀ ਸੋਹਣੀ ਗੱਲ ਕਹਿ ਸਕਦਾ ਮੈਂ ਪੁਰਤਗਾਲੀਆਂ ਬਾਰੇ ਕਿ ਸਭ ਤੋਂ ਪਹਿਲਾਂ ਆਉਣ ਵਾਲੀ ਯੂਰੋਪੀਅਨ ਪਾਵਰ ਤੇ ਸਭ ਤੋਂ ਲੇਟ ਜਾਣ ਵਾਲੀ ਯੂਰੋਪੀਅਨ ਪਾਵਰ ਭਾਰਤ 'ਚ ਕਿਹੜੀ ਆ, ਪੁਰਤਗਾਲੀ। ਆ ਗੱਲ ਸਮਝ ਆ ਗਈ। ਕਈ ਵਾਰੀ ਕਿਤੇ ਨਾ ਕਿਤੇ ਮੇਨਸ ਦੇ ਵਿੱਚ ਲਾਈਨ ਲਿਖਣੀ ਪੈ ਸਕਦੀ ਆ। ਇਹਨਾਂ ਨੇ 1537 'ਚ ਇਸ ਬੰਦੇ ਨੇ ਗੁਜਰਾਤ ਦਾ ਰਾਜਾ ਸੀਗਾ ਬਹਾਦਰ ਸ਼ਾਹ, ਕੀ ਨਾਮ ਸੀਗਾ, ਬਹਾਦਰ ਸ਼ਾਹ, ਉਹਦਾ ਕਤਲ ਕਰਤਾ ਸੀਗਾ, ਠੀਕ ਆ। ਇਤਿਹਾਸ 'ਚ ਬਹਾਦਰ ਸ਼ਾਹ ਦਾ ਜ਼ਿਕਰ ਇੱਕ ਵਾਰ ਫੇਰ ਆਊਗਾ। ਤੁਸੀਂ ਕਹੋਗੇ ਗੁਜਰਾਤ ਦੀ ਹਿਸਟਰੀ ਪੜ੍ਹਾਂਗੇ, ਉਦੋਂ ਕੋਈ ਇੰਟਰਸਟ ਨਹੀਂ ਮੇਰਾ ਗੁਜਰਾਤ ਦੀ ਹਿਸਟਰੀ ਪੜ੍ਹਾਉਣ ਦਾ, ਬਿਕੋਜ਼ GPSC ਤੋਂ ਤੁਸੀਂ ਕਲੀਅਰ ਕਰਨਾ ਨਹੀਂ, ਮਤਲਬ ਗੁਜਰਾਤ ਪਬਲਿਕ ਸਰਵਿਸ ਕਮਿਸ਼ਨ। ਤੁਸੀਂ ਤਾਂ PPSC ਵਾਸਤੇ ਹੀ, ਆਪਾਂ ਜਾਂ UPSC ਵਾਸਤੇ ਹੀ ਸੰਘਰਸ਼ ਕਰ ਰਹੇ ਹਾਂ। ਇਹਦਾ ਜ਼ਿਕਰ ਦੂਜੀ ਵਾਰ ਪਤਾ ਕਦੋਂ ਆਊਗਾ, ਜਦੋਂ ਅਸੀਂ ਹਮਾਯੂ ਬਾਰੇ ਪੜ੍ਹਾਂਗੇ। ਹਮਾਯੂ ਮੁਗਲ ਰਾਜਾ ਸੀਗਾ 1530 ਤੋਂ ਲੈ ਕੇ 40 ਤੱਕ ਦਿੱਲੀ ਦਾ। ਹਮਾਯੂ ਜਦੋਂ ਇੰਡੀਆ 'ਚ ਰਾਜਾ ਬਣਿਆ ਨਾ 1530 'ਚ, ਬਾਬਰ ਤੋਂ, ਆਪਣੇ ਡੈਡੀ ਦੀ ਡੈਥ ਤੋਂ ਬਾਅਦ, ਤਾਂ ਹਮਾਯੂ ਨੂੰ ਉਹਦੇ ਭਰਾ ਬਹੁਤ ਤੰਗ ਕਰਦੇ ਸੀ, ਕਿਉਂਕਿ ਬਾਬਰ ਐਡਾ ਨਲਾਇਕ ਰਾਜਾ ਸੀਗਾ। ਨਲਾਇਕ ਰਾਜਾ ਤਾਂ ਨਹੀਂ ਸੀ, ਮਤਲਬ ਕਿ ਇਮੋਸ਼ਨਲ ਰਾਜਾ ਸੀਗਾ। ਐਡਾ ਮੂਰਖ ਰਾਜਾ ਕੌਣ ਹੁੰਦਾ ਬਈ, ਤੂੰ ਇੱਕ ਪਿਓ ਨਹੀਂ, ਤੂੰ ਇੱਕ ਰਾਜਾ ਹੈ। ਪਿਓ ਆਪਣੀ ਜਾਇਦਾਦ ਆਪਣੇ 4 ਮੁੰਡਿਆਂ 'ਚ ਵੰਡ ਦਿੱਤਾ, ਸਿਆਣਪ, ਬਰਾਬਰ ਵੰਡ ਦਿੱਤਾ, ਸਿਆਣਪ। ਰਾਜਾ ਆਪਣੇ ਰਾਜ ਭਾਗ ਨੂੰ ਆਪਣੇ ਮੁੰਡਿਆਂ 'ਚ ਬਰਾਬਰ ਵੰਡ ਦਿੱਤਾ, ਮੂਰਖ। 4 'ਚੋਂ ਕੋਈ ਤਾਕਤਵਰ ਰਹੂਗਾ ਨਹੀਂ, ਦੁਨੀਆ ਖਤਮ ਕਰ ਦੂਗੀ। ਰਾਜ ਭਾਗ ਤਾਂ ਕਿਸੇ ਇੱਕ ਨੂੰ ਦੇਣਾ ਚਾਹੀਦਾ, ਇਹ ਇਤਿਹਾਸ ਰਿਹਾ ਹੈ, ਠੀਕ ਆ। ਉਹਨੇ 4 'ਚ ਵੰਡਤਾ, ਬਾਕੀ 3 ਨੇ ਹਮਾਯੂ ਦੀ ਮੱਤ ਮਾਰਤੀ। ਹਮਾਯੂ ਉਹਨਾਂ ਨਾਲ ਉਲਝਦਾ ਰਿਹਾ। ਉੱਧਰੋਂ ਹਮਾਯੂ ਨੇ ਮਾੜਾ ਜਿਹਾ ਖਹਿੜਾ ਛੜਾਇਆ ਤੇ ਬਹਾਦਰ ਸ਼ਾਹ ਉੱਧਰੋਂ ਰਾਜਾ ਸੀਗਾ ਗੁਜਰਾਤ ਦਾ, ਉਹਨੇ ਨੱਕ 'ਚ ਦਮ ਕਰਤਾ। ਇਹ ਬਹਾਦਰ ਸ਼ਾਹ ਨਾਲ ਲੜਨ ਚਲੇ ਗਿਆ ਤੇ ਉੱਧਰੋਂ ਬਿਹਾਰ ਵਾਲੇ ਪਾਸਿਓਂ ਇੱਕ ਨਾਮ ਸੀਗਾ ਫਰੀਦ, ਉਹਨੇ ਤੰਗ ਕਰਤਾ। ਉਹਨੇ ਤਾਂ ਐਸਾ ਤੰਗ ਕੀਤਾ ਕਿ ਇਹਨੂੰ ਹਮਾਯੂ ਨੂੰ ਹਰਾ ਕੇ ਭਾਰਤ ਦਾ ਰਾਜਾ ਆਪ ਬਣ ਗਿਆ। ਨਾਮ ਰੱਖਿਆ ਸ਼ੇਰ ਸ਼ਾਹ ਸੂਰੀ। 1540 'ਚ ਇੰਡੀਆ 'ਚੋਂ ਮੁਗਲਾਂ ਦਾ ਭੋਗ ਪੈ ਗਿਆ। ਉਹਦਾ ਸ਼ੁਕਰ ਕਰੋ 15 ਸਾਲ ਬਾਅਦ ਸ਼ੇਰ ਸ਼ਾਹ ਸੂਰੀ ਮਰ ਗਿਆ ਸੀ ਕਿਤੇ, ਤੇ ਦੁਬਾਰਾ ਹਮਾਯੂ ਦਾ ਦਾ ਲੱਗਿਆ, ਨਹੀਂ ਤਾਂ ਇਹ ਤਾਂ ਰੁਲ ਗਏ ਸੀ ਇੱਕ ਵਾਰ। ਐਡੀ ਕਿਸਮਤ ਮਾੜੀ ਕਿ ਪੁਰਤਗਾਲੀਆਂ ਨੇ ਕਿ ਜੇ ਤੁਸੀਂ ਬਹਾਦਰ ਸ਼ਾਹ ਨੂੰ ਮਾਰਨਾ ਹੀ ਸੀ 3 ਸਾਲ ਪਹਿਲਾਂ ਮਾਰ ਦਿੰਦੇ, ਉਹਦਾ ਕੀ ਫਾਇਦਾ ਹੁੰਦਾ, ਆਪਾਂ ਨੂੰ ਤਾਂ ਕੋਈ ਫਾਇਦਾ ਨਹੀਂ। ਉਹਦਾ ਫਾਇਦਾ ਕਿਹਨੂੰ ਹੁੰਦਾ ਉਹਦਾ ਭਲਾ? ਹਮਾਯੂ ਨੂੰ ਘੱਟੋ ਘੱਟ ਉਹਨੂੰ ਡਿਸਟਰਬ ਹੋਣ ਲਈ ਕਿੱਧਰ ਨਾ ਜਾਣਾ ਪੈਂਦਾ, ਗੁਜਰਾਤ ਵੱਲ। ਤੇ ਇੱਧਰੋਂ ਮਗਰੋਂ ਕੌਣ ਨਾ ਦਾ ਲਾਉਂਦਾ, ਸ਼ੇਰ ਸ਼ਾਹ ਸੂਰੀ। ਤੇ ਭਾਰਤ 'ਚ ਕਦੀ ਸ਼ੇਰ ਸ਼ਾਹ ਸੂਰੀ ਦਾ ਰਾਜ ਨਾ ਹੁੰਦਾ, ਠੀਕ ਆ। ਬਾਕੀ ਸਿਆਣੇ ਹੋ ਤੁਸੀਂ, ਜੇ ਤਾਂ ਵੱਡੀਆਂ ਚੀਜ਼ਾਂ ਨੂੰ ਲੈ ਕੇ ਬਹਿ ਜਾਂਦੀ ਆ, ਪਰ ਇਤਿਹਾਸ ਹੈ। ਤਾਂ ਇਹਨੇ ਜਿਹੜੇ ਬੰਦੇ ਨੂੰ ਮਾਰਿਆ ਉਹ ਗੁਜਰਾਤ ਦਾ ਛੋਟਾ ਜਿਹਾ ਰਾਜਾ ਹੈ। ਆਹ ਗੁਜਰਾਤ, ਆਹ ਬਹਾਦਰ ਸ਼ਾਹ, ਆਹ ਸ਼ੇਰ ਸ਼ਾਹ ਸੂਰੀ। ਤਾਂ ਤੁਸੀਂ ਸਮਝ ਕੇ ਦੇਖ ਲਓ ਕਿ ਇਹ ਜਿਹੜੀ ਸਾਡੀ ਮੀਡੀਵਲ ਹਿਸਟਰੀ ਆ ਨਾ, ਇਹ ਸਾਡਾ ਖਹਿੜਾ ਨਹੀਂ ਛੱਡ ਰਹੀ, ਬੇਸ਼ੱਕ ਅਸੀਂ ਮਾਡਰਨ ਦੀ ਸ਼ੁਰੂਆਤ ਕਰ ਰਹੇ ਹਾਂ। ਸੋ ਇਹ ਬਹੁਤ ਕੰਪਲੈਕਸ ਕੁਛ ਨਹੀਂ ਗਾ। ਤੇ ਦੂਜੀ ਗੱਲ ਆਹ ਇੱਕ ਬਹੁਤ ਇੰਪੋਰਟੈਂਟ ਆ, ਇਹਨਾਂ ਨੇ ਨਾ ਹੁਗਲੀ ਵੀ ਆਪਣਾ ਹੈੱਡਕੁਆਟਰ ਬਣਾ ਲਿਆ। ਈਸਟਰਨ ਕੋਸਟ ਆ ਜੋ, ਤੁਸੀਂ ਵੈਸਟ ਵਾਲੇ ਪਾਸੇ ਹੋ, ਈਸਟ ਵਾਲੇ ਪਾਸੇ ਜਿਹੜੇ ਹੋ ਤੁਸੀਂ, ਈਸਟ ਵਾਲੇ ਪਾਸੇ ਕਿਉਂ? ਕਿਉਂਕਿ ਈਸਟ ਵਾਲੇ ਪਾਸੇ ਪਤਾ ਕੀ ਸੀਗਾ ਅਸਲ 'ਚ, ਇਹ ਸਭ ਤੋਂ ਵੱਧ ਇਹ ਕੀ ਕਰਦੇ ਸੀਗੇ, ਈਸਟ ਵਾਲੇ ਪਾਸੇ ਇਹਨਾਂ ਦਾ ਹੈੱਡਕੁਆਟਰ ਹੁਗਲੀ ਸੀ, ਅੱਜ ਦੇ ਕਲਕੱਤੇ ਦੇ ਨੇੜੇ, ਬਿਲਕੁਲ ਗੰਗਾ ਨਦੀ ਦੇ ਕੰਢੇ ਤੇ ਬੇ ਆਫ ਬੰਗਾਲ, ਬੰਗਾਲ ਦੀ ਖਾੜੀ ਦੇ ਨਾਲ। ਉੱਥੇ ਕੀ ਕਰਦੇ ਸੀਗੇ, ਉੱਥੇ ਲੁੱਟ ਖੋਹ ਕਰਕੇ ਨਾ ਸਮਾਨ, ਨੇੜੇ ਦੇ ਕਿਸੇ ਰਾਜੇ ਰੂਜੇ ਦਾ ਸਮਾਨ ਲੁੱਟ ਖੋਹ ਕਰਕੇ ਉੱਥੋਂ ਚੜਾ ਦਿੰਦੇ ਸੀਗੇ। ਇਹਨਾਂ ਨੇ ਹੁਗਲੀ ਦੀ ਬੰਦਰਗਾਹ ਕਿਸੇ ਚੱਜ ਦੇ ਕੰਮ ਲਈ ਵਰਤੀ ਹੋਈ ਨਹੀਂ। ਹੁਗਲੀ ਦੀ ਬੰਦਰਗਾਹ ਇਹਨਾਂ ਨੇ ਲੁੱਟ ਖੋਹ ਵਾਲਾ ਸਮਾਨ ਚੜਾਉਣ ਵਾਸਤੇ ਵਰਤੀ ਆ। ਤੇ ਦੂਜੀ ਗੱਲ, ਇਹ ਲੁੱਟ ਖੋਹ ਦਾ ਸਮਾਨ ਇੱਧਰੋਂ ਚੜਾ ਦਿੰਦੇ ਸੀਗੇ, ਤੇ ਇਸ ਪਰਪਸ ਨਾਲ ਇਹਨਾਂ ਨੇ, ਪੁਰਤਗਾਲੀਆਂ ਨੇ ਆਪਣੀ ਉਹ ਬੰਦਰਗਾਹ ਵਰਤੀ ਹੈ। ਬਾਅਦ 'ਚ ਚਲੋ ਇਹ ਬੰਦਰਗਾਹ ਬਾਅਦ 'ਚ ਹੌਲੀ ਹੌਲੀ ਅੰਗਰੇਜ਼ਾਂ ਨੇ ਆਪਣੇ ਕਬਜ਼ੇ 'ਚ ਲਈ ਇਹਨਾਂ ਤੋਂ। ਖੈਰ ਤੁਸੀਂ ਕਹੋਗੇ ਕਿ ਈਸਟ ਵਾਲੇ ਪਾਸੇ ਦੀ ਬੰਦਰਗਾਹ ਇਹ ਇੰਨੀ ਸਜਾ ਕੇ ਕਿਉਂ ਰੱਖ ਰਹੇ ਆ, ਤਾਂ ਉੱਥੋਂ ਬਹੁਤ ਇਲੀਗਲ ਕੰਮ ਕਰਦੇ ਰਹੇ ਆ, ਪੁੱਠੇ ਸਿੱਧੇ ਕੰਮ ਇਹਨਾਂ ਨੇ ਉੱਥੇ ਕੀਤੇ ਆ। ਤਾਂ ਆ ਜਾਓ ਵੀ ਸਭ ਤੋਂ ਇੰਪੋਰਟੈਂਟ ਗੱਲ, ਕਹਿੰਦੇ ਭਾਰਤ ਦੇ ਵਿੱਚ ਪੁਰਤਗਾਲੀ ਹੀ ਇੰਡੀਆ 'ਚ ਐਂਟਰ ਕਰ ਗਏ ਬੜੀ ਆਸਾਨੀ ਨਾਲ। ਇਹਦੇ ਪਿੱਛੇ ਤੁਹਾਨੂੰ ਕੋਈ ਖਾਸ ਵਜ੍ਹਾ ਲੱਗਦੀ ਆ? ਮੈਂ ਕਹਿੰਦਾ ਬਿਲਕੁਲ। ਉਸ ਟਾਈਮ ਤੱਕ ਭਾਰਤ ਸਪਲਿਟ ਹੋ ਰਿਹਾ ਸੀ। ਜਿਹੜੇ ਵੇਲੇ ਇਹ ਭਾਰਤ 'ਚ ਆਉਂਦੇ ਆ ਨਾ, ਉਹ ਵੇਲੇ ਭਾਰਤ ਦੇ ਵਿੱਚੋਂ ਦਿੱਲੀ ਸਲਤਨਤ,
ਦਿੱਲੀ ਸਲਤਨਤ ਭਾਰਤ ਦੇ ਵਿੱਚ ਉਹ ਸਲਤਨਤ ਆ ਜਿਹਦੇ ਅੰਦਰ 5 ਵੰਸ਼ਾਂ ਨੇ ਰਾਜ ਕੀਤਾ ਹੈ। ਸਭ ਤੋਂ ਪਹਿਲਾਂ ਮਮਲੂਕ ਨੇ, ਫਿਰ ਖਲਜੀਆਂ ਨੇ, ਖਿਲਜੀਆਂ ਤੋਂ ਬਾਅਦ ਤੁਗਲਕਾਂ ਨੇ, ਤੁਗਲਕਾਂ ਤੋਂ ਬਾਅਦ ਸੈਯਦ ਨੇ, ਤੇ ਸੈਯਦ ਤੋਂ ਬਾਅਦ ਲੋਧੀਆਂ ਨੇ। ਲੋਧੀਆਂ ਤੇ ਆ ਕੇ ਦਿੱਲੀ ਸਲਤਨਤ ਖਤਮ ਹੋ ਜਾਂਦੀ ਹੈ। ਕਹਿੰਦੇ ਜਦੋਂ ਇਹ ਭਾਰਤ 'ਚ ਆਏ ਲੋਧੀ ਕਮਜ਼ੋਰ ਪੈ ਰਹੇ ਸੀ ਤੇ ਮੁਗਲ ਹਜੇ ਆ ਰਹੇ ਸੀ। ਇਹ ਪਿਛਲੇ ਜੇ ਸਮੇਂ ਭਾਰਤ 'ਚ ਆਏ, ਜਦੋਂ ਇਹ ਕਹਿ ਸਕਦੇ ਆ ਕਿ ਜਦੋਂ ਤੁਸੀਂ ਭਾਰਤ 'ਚ ਆਏ ਉਦੋਂ ਭਾਰਤ ਕਿਸੇ ਵੀ ਸਟੇਬਲ ਰਾਜੇ ਦੇ ਕੰਟਰੋਲ 'ਚ ਨਹੀਂ ਸੀ ਜਿਹੜਾ ਇਹਨਾਂ ਨੂੰ ਰੋਕ ਸਕਦਾ। ਪਹਿਲਾ ਪੁਆਇੰਟ। ਦੂਜਾ ਪੁਆਇੰਟ, ਜਿਹੜੇ ਇਲਾਕੇ 'ਚ ਭਾਰਤ ਦੇ 'ਚ ਆਏ ਉਹ ਭਾਰਤ ਦਾ ਇਲਾਕਾ ਉਦੋਂ ਟੁੱਟ ਰਿਹਾ ਸੀ। ਤੁਸੀਂ ਕਹੋਗੇ ਇਹਦਾ ਕੀ ਮਤਲਬ ਆ? ਇਹ ਭਾਰਤ ਦੇ ਸਾਊਥ ਵਾਲੇ ਪਾਸੇ ਆਏ ਤੇ ਸਾਊਥ ਵਾਲਾ ਪਾਸੇ ਦਾ ਬਾਹਮਣੀ ਕਿੰਗਡਮ ਜਿਹੜਾ ਕਿ ਉਸ ਵੇਲੇ ਸਭ ਤੋਂ ਪ੍ਰਭਾਵਸ਼ਾਲੀ ਸੀਗਾ, ਉਹ ਟੁੱਟ ਰਿਹਾ ਸੀ ਆਪਣੀਆਂ 5 ਰਿਆਸਤਾਂ 'ਚ, ਅਹਿਮਦਨਗਰ, ਬੀਜਾਪੁਰ, ਬਿਦਰ, ਬਰਰ ਤੇ ਗੋਲਕੁੰਡਾ। ਬਾਹਮਣੀਆਂ ਤੋਂ ਥੱਲੇ ਸੀ ਵਿਜੇਨਗਰ ਅੰਪਾਇਰ। ਵਿਜੇਨਗਰ ਅੰਪਾਇਰ ਵੀ ਉਦੋਂ ਖਿੰਡ ਚੁੱਕਿਆ ਸੀ। ਜੇ ਸਾਊਥ ਇੰਡੀਆ 'ਚ ਵਿਜੇਨਗਰ ਤੇ ਬਾਹਮਣੀ ਬਰਾਬਰ ਹੁੰਦੇ, ਤੁਹਾਨੂੰ ਲੱਗਦਾ ਕਿ ਕਿਸੇ ਪੁਰਤਗੀ ਦੀ ਹਿੰਮਤ ਹੁੰਦੀ ਕਿ ਭਾਰਤ ਤੇ ਕਬਜ਼ਾ ਕਰ ਲੈਂਦਾ? ਸੋ ਇਹ ਦੋ ਮੁੱਖ ਕਾਰਨ ਮੰਨੇ ਜਾ ਸਕਦੇ ਆ। ਠੀਕ ਆ। ਸੋ ਇਹਦੇ ਨਾਲ ਤੀਸਰੀ ਗੱਲ, ਭਾਰਤ ਦੇ ਜਿਹੜੇ ਇਜਿਪਟ ਦੇ ਲੋਕਾਂ ਨਾਲ ਤੇ ਅਰਬ ਦੇ ਲੋਕਾਂ ਨਾਲ ਪੁਰਾਣੇ ਸੰਬੰਧ ਸੀ, ਉਹ ਵੀ ਐਡੇ ਤਾਕਤਵਰ ਨਹੀਂ ਸੀ ਕਿ ਉਹ ਆਉਣ ਵਾਲੇ ਪੁਰਤਗਾਲੀਆਂ ਦੀ ਨੇਵੀ ਦਾ ਸਮੁੰਦਰ 'ਚ ਮੁਕਾਬਲਾ ਕਰ ਸਕਦੇ। ਇਹ ਵੀ ਇੱਕ ਤੀਸਰਾ ਕਾਰਨ ਸੀ। ਸੋ ਕੁਝ ਕਾਰਨ ਕਿ ਜੇ ਕੋਈ ਸਾਨੂੰ ਪੁੱਛੇ ਕਿ ਪੁਰਤਗਾਲੀ ਭਾਰਤ 'ਚ ਆਉਣ ਲੱਗੇ ਇੰਨੇ ਸਕਸੈਸਫੁਲ ਕਿਉਂ ਹੋ ਗਏ, ਤਾਂ ਇਹਦਾ ਕੋਈ 100 ਸ਼ਬਦਾਂ 'ਚ ਆਨਸਰ ਦੇ ਸਕਦੇ ਹੋ ਤੁਸੀਂ? 100, 150, 200? ਤਾਂ ਬੜੀ ਆਸਾਨੀ ਨਾਲ ਤੁਹਾਨੂੰ ਮੈਂ ਕਿੱਡੇ ਪੁਆਇੰਟ ਹਾਈਲਾਈਟ ਕਰਕੇ ਦੱਸਦੇ ਕਿ ਇਹਨਾਂ ਦੀ ਸਮੁੰਦਰ ਦੀਆਂ ਲਹਿਰਾਂ ਤੇ ਕੰਟਰੋਲ ਜਾਂ ਸਭ ਕੁਝ। ਠੀਕ ਆ। ਸੋ ਆਹ ਸੀਗਾ। ਸੋ ਆਹ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਕਿ ਹਾਂ ਇਹ ਭਾਰਤ 'ਚ ਆਏ। ਭਾਰਤ 'ਚ ਇਹਨਾਂ ਨੇ ਕਿੱਥੇ ਕਿੱਥੇ ਤੇ ਕਿਹੜੇ ਇਲਾਕੇ ਤੇ ਦੇਖੋ ਪਹਿਲਾ ਲੈਕਚਰ ਸੀ ਥੋੜੀ ਜਿਹੀ ਸਪੀਡ ਸਲੋ ਸੀਗੀ। ਅਗਲੇ ਲੈਕਚਰ ਥੋੜਾ ਜਿਹਾ ਤੇਜ਼ ਚੱਲੂਗਾ। ਠੀਕ ਆ, ਤਾਂ ਕਿ ਆਪਾਂ ਨੂੰ ਸਮਝ ਆ ਜਾਏ। ਤਾਂ ਪਹਿਲਾਂ ਤਾਂ ਦੇਖੋ ਮੈਂ ਮਨ ਇਹ ਸੀਗਾ ਮੇਰਾ ਕਿ ਆਪਾਂ ਕਿਉਂ ਨਾ ਇਹ ਪ੍ਰੀ ਦੇ ਲੈਕਚਰ ਤੁਸੀਂ ਸੁਣ ਹੀ ਲਓਗੇ, ਪਰ ਮੈਂ ਥੋੜਾ ਜਿਹਾ ਆਪਣੇ ਆਪ ਨੂੰ ਇਸ ਚੀਜ਼ ਨੂੰ ਸਮਝਿਆ ਕਿ ਕੋਈ ਫਰਕ ਨਹੀਂ ਪੈਂਦਾ। ਲੈਕਚਰ 5 ਦਿਨ 10 ਦਿਨ ਲੇਟ ਹੋ ਜਾਣਗੇ, ਉਹਦੇ ਨਾਲ ਕੋਈ ਫਰਕ ਨਹੀਂ ਪੈਣਾ। ਐਟਲੀਸਟ ਆਪਾਂ ਜੇ ਮੇਨਸ 'ਚ ਚੱਕ ਰਹੇ ਹਾਂ ਨਾ ਕਿਸੇ ਚੀਜ਼ ਨੂੰ, ਥੋਰੋਲੀ ਕਰੀਏ ਆਪਾਂ ਉਸ ਚੀਜ਼ ਨੂੰ। ਬਿਕੋਜ਼ ਜਿਹੜੇ ਤੁਹਾਡੇ ਪ੍ਰੀ ਨਾਲ ਸੰਬੰਧਿਤ ਪੇਪਰ ਨੇ, ਠੀਕ ਆ, ਜਿਹੜੇ ਤੁਹਾਡੇ ਆਬਜੈਕਟਿਵ ਪੇਪਰ ਨੇ, ਉਸ ਪੜ੍ਹਾਈ 'ਤੇ ਤਾਂ ਮੈਂ ਕੋਈ ਇੰਪੈਕਟ ਪਾ ਹੀ ਨਹੀਂ ਰਿਹਾ। ਉਹ ਤਾਂ ਤੁਹਾਡੇ ਦੂਜੇ ਪਾਸੇ ਪੈਰਲਲ ਚੱਲ ਰਹੀ ਆ, ਤੇ ਉਹਦੇ ਨਾਲ ਤੁਹਾਡੇ ਦੂਜੇ ਪੇਪਰਾਂ ਦੀ ਤਿਆਰੀ ਜਿਹੜਾ ਬੰਦਾ ਪ੍ਰੀ ਦੇ ਲੈਕਚਰ ਪ੍ਰੋਪਰ ਲਾਈ ਗਿਆ, ਕਿਉਂਕਿ ਮੇਨਸ ਵਾਲੇ ਸਾਰਿਆਂ ਕੋਲ ਪ੍ਰੀ ਦਾ ਫੁੱਲ ਬੈਚ ਦਾ ਅਸੈਸ ਤਾਂ ਹੋਊਗਾ। ਜਿਹੜਾ ਉਸ ਬੈਚ ਦੇ ਲੈਕਚਰਸ ਲਾਈ ਗਿਆ ਤੇ ਉਹਦੇ ਨਾਲ ਆਪਣੀ ਤਿਆਰੀ ਕਰਦਾ ਰਿਹਾ, ਤੇ ਨਾਲ ਸਿਰਫ ਘਟਨਾ ਚੱਕਰ ਲੈਵਲ ਤੱਕ ਦੀਆਂ ਕਿਤਾਬਾਂ ਦੇ ਆਬਜੈਕਟਿਵ ਸਵਾਲ ਸੋਲਵ ਕਰਦਾ ਰਿਹਾ, ਉਹਦੇ PPSC ਦੇ ਕਿਸੇ ਪੇਪਰ 'ਚ ਉਹਨੂੰ ਸ਼ਰਮਿੰਦਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਸ ਤੋਂ ਬਿਨਾਂ ਜੇ ਉਹ ਕੁਛ PSSB ਪੇਪਰ, ਕਿਸੇ PSSB ਬੋਰਡ ਦਾ ਵੀ ਕੋਈ ਪੇਪਰ ਦੇਣਾ ਚਾਹੁੰਦਾ ਹੈ, ਤਾਂ ਮੇਰੇ ਤੋਂ ਵੱਖਰੀ ਸਟ੍ਰੈਟਜੀ ਬਣਵਾ ਕੇ ਦੇ ਸਕਦਾ ਹੈ। ਪਰ ਦੇਖੋ ਮੈਂ ਇੱਕ ਸਲਾਹ ਜ਼ਰੂਰ ਦਊਂਗਾ। ਦੇਖੋ ਵੈਸੇ PPSC PSSB ਇਹ ਚੀਜ਼ਾਂ ਕੀ ਹੁੰਦੀਆਂ, ਇਹਨਾਂ ਦਾ ਫਰਕ ਕਿੱਥੇ ਪੈਂਦਾ ਹੈ, ਜੇ ਨਾ ਜਦੋਂ ਅਸੀਂ ਅੱਗੇ ਜਾ ਕੇ ਸਮਝਦੇ ਹਾਂ। ਜਿਵੇਂ ਹੁਣ ਇੱਕ ਸਿੰਪਲ ਜੀ ਗੱਲ ਆ, ਮੇਰੇ ਕੋਲੋਂ ਕੋਈ ਵੀ ਆ ਗਿਆ ਕਿ ਸਾਡੇ ਸਾਹਮਣੇ 2 ਪੇਪਰ ਕਲੀਅਰ ਹੋਏ ਆ ਜੀ, ਇੱਕ ਸਾਡਾ ਐਕਸਾਈਜ਼ ਇੰਸਪੈਕਟਰ ਦਾ ਤੇ ਇੱਕ ਸੀਨੀਅਰ ਅਸਿਸਟੈਂਟ ਦਾ। ਠੀਕ ਆ। ਅਸੀਂ ਕਿਹੜੇ ਪੇਪਰ 'ਚ ਜਾਈਏ? ਠੀਕ ਆ। ਹਰ ਇੱਕ ਦਾ ਆਪੋ ਆਪਣਾ। ਕੋਈ ਮੁੰਡਾ ਹੈ, ਠੀਕ ਆ, ਉਹਨੇ ਮੈਨੂੰ ਕਹਿਤਾ ਕਿ ਇੱਕ ਐਕਸਾਈਜ਼ ਇੰਸਪੈਕਟਰ ਕਲੀਅਰ, ਮੇਰਾ ਸਬ ਇੰਸਪੈਕਟਰ ਕਲੀਅਰ ਆ, ਤੇ ਇੱਕ ਮੇਰਾ ਸੀਨੀਅਰ ਅਸਿਸਟੈਂਟ ਕਲੀਅਰ ਆ। ਕੋਈ ਮੁੰਡਾ ਮੇਰੇ ਕੋਲ ਆ ਗਿਆ ਤੇ ਉਹਦਾ ਇੱਕੋ ਹੀ ਸੁਪਨਾ ਸੀਗਾ ਕਿ ਵਰਦੀ ਪਾਉਣੀ ਆ, ਤਾਂ ਉਹਦੇ ਵਾਸਤੇ ਸਬ ਇੰਸਪੈਕਟਰ ਤੋਂ ਵਧੀਆ ਚੀਜ਼ ਕੋਈ ਨਹੀਂ ਹੋ ਸਕਦੀ। ਦੂਸਰੀ ਗੱਲ, ਕੋਈ ਮੁੰਡਾ ਹੀ ਆਇਆ ਮੇਰੇ ਕੋਲ, ਪੈਸ਼ਨ ਸੀ PCS 'ਚ ਜਾਣ ਦਾ। ਠੀਕ ਆ। ਸੀਨੀਅਰ ਅਸਿਸਟੈਂਟ ਗਰੁੱਪ B ਦੀ ਪੋਸਟ ਆ। ਪਹਿਲੀ ਗੱਲ, ਸੀਨੀਅਰ ਅਸਿਸਟੈਂਟ ਹੁੰਦੇ ਹੋਏ ਜੇ ਤੁਸੀਂ 6 ਸਾਲ ਪੰਜਾਬ ਸਰਕਾਰ ਦੇ ਕਿਸੇ ਅਦਾਰੇ 'ਚ ਸੀਨੀਅਰ ਅਸਿਸਟੈਂਟ ਹੋ ਨਾ, ਤਾਂ ਤੁਸੀਂ ਪੰਜਾਬ ਸਰਕਾਰ ਦੇ ਰਜਿਸਟਰ A2 ਦੇ ਮੁਲਾਜ਼ਮ ਹੋ। ਤੇ ਪੰਜਾਬ ਸਰਕਾਰ ਰਜਿਸਟਰ A2 ਦੇ ਮੁਲਾਜ਼ਮ ਸਿਰਫ ਉਹਨਾਂ ਨੂੰ ਕਹਿੰਦਾ ਹੈ ਜਿਹੜੇ ਪੰਜਾਬ ਸਰਕਾਰ ਦੇ ਕਿਸੇ ਮਹਿਕਮੇ 'ਚ ਜਾਂ ਤਾਂ ਸੀਨੀਅਰ ਅਸਿਸਟੈਂਟ ਨੇ, ਤਾਂ ਜਾਂ ਸੀਨੀਅਰ ਸਕੇਲ ਸਟੈਨੋਗ੍ਰਾਫਰ ਨੇ, ਜਾਂ ਇਸ ਤੋਂ ਉੱਪਰ ਸੁਪਰੀਡੈਂਡੈਂਟ ਨੇ, ਜਾਂ ਉਸ ਤੋਂ ਉੱਪਰ ਅੰਡਰ ਸੈਕਟਰੀ ਨੇ। ਇਹ ਤਬਕਾ ਬਹੁਤ ਥੋੜ੍ਹਾ ਹੈ। ਹਰ ਸਾਲ ਇਹਨਾਂ ਦੀਆਂ 8 ਤੋਂ 10 ਪੋਸਟਾਂ ਸਿੱਧੀਆਂ PCS ਦੀਆਂ ਆਉਂਦੀਆਂ। ਆ ਜਿਹੜਾ ਨਾਰਮਲ PCS ਦਾ ਪੇਪਰ ਹੁੰਦਾ ਨਾ, ਇਹਦੇ 'ਚ ਵੀ PCS ਦੀਆਂ ਸਿਰਫ 10 ਪੋਸਟਾਂ ਹੁੰਦੀਆਂ, ਸਿਰਫ 10 ਪੋਸਟਾਂ। ਬਾਕੀ ETO UTO ਸਾਰੀਆਂ ਮਿਲਾ ਕੇ 70-80 ਇਸ ਵਾਰ ਕਹਿ ਰਹੇ ਆ ਕਿ PCS ਦੀਆਂ 150 ਪੋਸਟਾਂ ਆ ਰਹੀਆਂ, ਤੇ ਉਹਨਾਂ 'ਚੋਂ 15, 20, 25 ਇਕੱਲੇ PCS ਨੇ। ਪਰ ਨਾਰਮਲੀ ਜਿਹੜਾ ਇਹ ਪੇਪਰ ਹੁੰਦਾ, ਇਹਦੇ 'ਚ ਵੀ 10-12 ਪੋਸਟਾਂ PCS ਦੀਆਂ ਆ ਜਾਂਦੀਆਂ। ਮੇਰੀ ਗੱਲ ਸਮਝ ਗਏ? 10-12 ਪੋਸਟਾਂ PCS ਦੀਆਂ ਆ ਜਾਂਦੀਆਂ। ਸੋ ਇੱਕ ਚੀਜ਼ ਕੀ ਹੋ ਸਕਦੀ ਆ ਕਿ ਜਿਹੜਾ ਬੰਦਾ ਚਾਹਵੇ ਕਿ ਮੈਂ 6 ਸਾਲ ਦੀ ਨੌਕਰੀ ਤੋਂ ਬਾਅਦ ਇੱਕ ਵਾਰ ਫਿਰ ਉਹ PCS ਦੇਵਾਂ, ਉਹਦੇ 'ਚ PCS ਦਾ ਕੀ ਫਾਇਦਾ ਹੁੰਦਾ? ਉਹਦੇ 'ਚ ਮੇਨਸ ਨਹੀਂ ਹੁੰਦਾ,
ਉਹਦੇ ਚ ਮੇਨਸ ਨਹੀਂ ਹੁੰਦਾ। ਜਿਹੜਾ ਬੰਦਾ ਮੇਨਸ ਦੇ ਲੈਵਲ ਦੀ ਇੰਨੀ ਤੇ ਮੈਥ ਰੀਜ਼ਨਿੰਗ ਨਹੀਂ ਹੁੰਦਾ, ਸਿਰਫ 100 ਸਵਾਲ ਜੀਕੇ ਦੇ। ਜਿਹੜੇ ਬੰਦੇ ਨੇ ਪੀਸੀਐਸ ਮੇਨਸ ਦੀ ਤਿਆਰੀ ਕੀਤੀ ਹੁੰਦੀ ਆ ਨਾ, ਤੇ ਉਦੋਂ ਉਹਦਾ ਪੀਸੀਐਸ ਨਾ ਕਲੀਅਰ ਹੋਇਆ ਹੋਵੇ ਤੇ ਉਹ ਆਪਣੀ ਤਿਆਰੀ ਨਾ ਛੱਡੇ, ਕਿਉਂਕਿ ਉਹਨੇ ਮੇਨਸ ਦੀ ਤਿਆਰੀ ਇੰਨੀ ਡੈਪਥ 'ਚ ਕੀਤੀ ਹੁੰਦੀ ਆ, ਥੋਰੋਲੀ ਕੀਤੀ ਹੁੰਦੀ ਆ। ਤੇ ਜਦੋਂ ਉਹਦੇ ਉਹ 4-5 ਸਾਲ ਬਾਅਦ ਉਹਦਾ ਉਹ ਐਲੀਜੀਬਲ ਹੁੰਦਾ ਉਸ ਪੇਪਰ ਵਾਸਤੇ 6 ਸਾਲਾਂ ਬਾਅਦ, ਤਾਂ ਉਹ ਉਹਨਾਂ ਮੂਰਲਿਆਂ 'ਚ ਹੁੰਦਾ ਜਿਹੜਾ ਪੀਸੀਐਸ ਕਰੈਕ ਕਰ ਜਾਂਦੇ। ਤੇ ਉਹਦੇ 'ਚ ਜਿਹੜੀਆਂ 10-12 ਪੋਸਟਾਂ ਨਿਕਲਦੀਆਂ ਨਾ, ਉਹ ਈਟੀਓ ਆਰਟੀਓ ਦੀਆਂ ਨਹੀਂ ਹੁੰਦੀਆਂ, ਉਹ ਸਿੱਧੀਆਂ ਸਿਰਫ ਕਿਹਦੀਆਂ ਹੁੰਦੀਆਂ, ਉਹ ਪੀਸੀਐਸ ਦੀਆਂ ਹੀ ਪੋਸਟਾਂ ਹੁੰਦੀਆਂ। ਸੋ ਇਹ ਚੀਜ਼ ਆਪਣੇ ਵਾਸਤੇ ਬਹੁਤ ਮਾਇਨੇ ਰੱਖਦੀ ਹੈ ਕਿ ਪੀਸੀਐਸ ਦੀ ਤਿਆਰੀ ਜਿਹੜੀ ਹੈ ਨਾ, ਉਹ ਅਸੀਂ ਆਪਣੇ ਵਾਸਤੇ ਕੀ ਹੁਣ ਇੱਕ ਦਾ ਸੀਨੀਅਰ ਅਸਿਸਟੈਂਟ ਦਾ ਇੱਕ ਪੇਪਰ ਹੋਰ। ਦੂਜੀ ਗੱਲ, ਪੀਪੀਐਸਸੀ ਦਾ ਜਿਹੜਾ ਮਰਜ਼ੀ ਪੇਪਰ ਆਵੇ ਜ਼ਰੂਰ ਭਰਿਆ ਕਰੋ। ਉਹਦੀ ਇੱਕ ਵਜ੍ਹਾ ਹੈ, ਉਸ ਪੇਪਰ ਦੇ ਭਰਨ ਦਾ ਪਤਾ ਕਿ ਤੁਹਾਨੂੰ ਪੀਸੀਐਸ ਦੇ ਪੇਪਰ 'ਚ ਬੈਠਣ ਦਾ ਪਤਾ ਲੱਗ ਜਾਊਗਾ। ਪੀਪੀਐਸਸੀ ਦਾ ਤਜਰਬਾ ਹੀ ਪੀਸੀਐਸ ਦੇ ਪੇਪਰ 'ਚ ਬਿਠਾਉਣ ਲਈ ਤੁਹਾਨੂੰ ਸਹੀ ਰਹਿ ਸਕਦਾ, ਹੋਰ ਕੋਈ ਨਹੀਂ। ਸੀਨੀਅਰ ਅਸਿਸਟੈਂਟ ਦੀ ਇੱਕ ਭਰਤੀ ਤਾਂ ਲੰਘ ਗਈ, ਇੱਕ ਭਰਤੀ ਦੁਬਾਰਾ ਫੇਰ ਆ ਰਹੀ ਆ। ਉਹ ਬੇਸ਼ੱਕ 50-60 ਪੋਸਟਾਂ ਦੀ ਆ ਰਹੀ ਆ। ਜਿਹੜੇ ਇਹਦਾ ਫਾਰਮ ਲੰਘ ਗਏ, ਇਹਨਾਂ ਦਾ ਪੇਪਰ ਹੋਣਾ ਹੈ 22 ਜਨਵਰੀ 2023 ਨੂੰ। ਤੇ ਜਿਹੜੇ ਨਵੇਂ ਫਾਰਮ ਆਉਣੇ ਆ ਉਹਨਾਂ ਦਾ ਪੇਪਰ ਆ 19 ਮਾਰਚ 2023 ਨੂੰ। ਉਹ ਇਸ ਮਹੀਨੇ ਆ ਜੇ ਕਿ ਅਗਲੇ ਮਹੀਨੇ ਭਰਤੀ ਆ ਜੇ। ਉਹਨੂੰ ਇਸ ਕਰਕੇ ਨਹੀਂ ਭਰਨਾ ਤੁਸੀਂ ਕਿ ਬਈ ਪੀਸੀਐਸ ਅਸੀਂ ਸੀਨੀਅਰ ਅਸਿਸਟੈਂਟ ਲੱਗਣਾ ਹੈ, ਇਸ ਕਰਕੇ ਭਰਨਾ ਹੈ ਕਿ ਉਹ ਪੀਸੀਐਸ ਤੋਂ ਪਹਿਲਾਂ ਤੁਹਾਡਾ ਇੱਕ ਟੈਸਟ ਹੋ ਜਾਊਗਾ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਉਹਦੇ 'ਚ 80 ਸਵਾਲ ਜੀਕੇ ਦੇ ਆ, 20 ਮੈਥ ਦੇ ਆ, 20 ਰੀਜ਼ਨਿੰਗ ਦੇ ਆ। ਘੱਟੋ ਘੱਟ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਖੜੇ ਕਿੱਥੇ ਹੋ। ਰਿਐਲਿਟੀ ਟੈਸਟ ਵਾਸਤੇ ਇਹੋ ਜਿਹੇ ਪੇਪਰ ਜ਼ਰੂਰ ਭਰਨੇ ਆ, ਸਪੈਸ਼ਲੀ ਪੀਪੀਐਸਸੀ ਦੇ। ਪੀਸੀਐਸ ਦੇ ਪ੍ਰੀ 'ਚ ਬਹਿਣ ਦਾ ਤੁਹਾਡਾ ਅਸਲੀ ਤਜਰਬਾ ਤੁਹਾਨੂੰ ਪਤਾ ਲੱਗੂਗਾ, ਠੀਕ ਆ। ਹਾਂ, ਇੱਕ ਗੱਲ ਯਾਦ ਰੱਖਿਓ, ਜੇ ਤੁਸੀਂ ਪ੍ਰੀ 'ਚ ਜੇ ਤੁਹਾਡੀਆਂ ਪ੍ਰੀ ਦੀਆਂ 150 ਪੋਸਟਾਂ ਆਈਆਂ ਤਾਂ 150 ਦੇ 10 ਗੁਣਾ ਕੱਢ ਲਓ। 1800 ਬੰਦੇ ਉਹਨਾਂ ਨੇ ਮੇਨਸ 'ਚ ਬਿਠਾਉਣੇ ਆ 150 ਪੋਸਟਾਂ ਦੇ ਅਗੇਂਸਟ। ਤੇ ਆਪਾਂ ਜੇ ਪਹਿਲੇ 500 'ਚ ਵੀ ਨਾ ਆ ਸਕੇ ਫਿਰ ਮਾੜੀ ਗੱਲ ਆ। ਤਾਂ ਜੇ ਅਸੀਂ ਇੱਕ ਵਾਰੀ ਮੇਨਸ 'ਚ ਆ ਗਏ ਤਾਂ ਇੱਕ ਗੱਲ ਲਿਖ ਕੇ ਲੈ ਲਓ, ਜਿਹੜੇ ਬੰਦੇ ਪੀਸੀਐਸ ਮੇਨਸ ਦਿੰਦੇ ਆ ਨਾ, ਪੰਜਾਬ ਦੇ ਪੀਸੀਐਸ ਦੀ ਇੱਕ ਖਾਸੀਅਤ ਆ ਕਿ ਪੀਸੀਐਸ ਦੇ ਵਿੱਚ ਨਾ ਪ੍ਰੀ 'ਚ ਤਾਂ ਸਾਰੇ ਉਹ ਬੰਦੇ ਕਲੀਅਰ ਕਰ ਜਾਂਦੇ ਆ ਜਿਹੜੇ ਆਮ ਪੇਪਰਾਂ ਦੀ ਤਿਆਰੀ ਕਰਦੇ ਆ, ਕਿਉਂਕਿ ਪੀਸੀਐਸ ਪ੍ਰੀ ਵੀ ਉਨਾ ਹੀ ਔਖਾ ਆਉਂਦਾ ਹੈ ਤੇ ਪੰਜਾਬ ਦੇ ਪੀਪੀਐਸ ਦੇ ਦੂਜੇ ਪੇਪਰ ਵੀ ਉਨੇ ਔਖੇ ਆਉਂਦੇ ਆ। ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਕਹਿ ਦਿੰਦੇ ਆ ਨਾ ਕਿ ਹੁਣ 3 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਮੇਨਸ ਦਾ ਪੇਪਰ ਆ, ਉਹ ਸਭ ਮੈਦਾਨ 'ਚੋਂ ਬਾਹਰ। ਬਸ ਪੀਸੀਐਸ ਪ੍ਰੀ ਪੰਜਾਬ 'ਚ ਔਖਾ ਹੈ, ਮੇਨਸ ਨਹੀਂ ਔਖਾ, ਕਿਉਂਕਿ ਪ੍ਰੀ 'ਚ ਉਹ ਬੱਚੇ ਜ਼ਿਆਦਾ ਕਲੀਅਰ ਕਰ ਜਾਂਦੇ ਆ ਜਿਨ੍ਹਾਂ ਨੂੰ ਮੇਨਸ ਦਾ ਅੱਖਰ ਨਹੀਂ ਲਿਖਣਾ ਆਉਂਦਾ। ਤੁਹਾਨੂੰ ਕੀ ਲੱਗਦਾ, ਪ੍ਰੀ ਤੋਂ ਬਾਅਦ ਪ੍ਰੀ ਕਲੀਅਰ ਕਰਨ ਤੋਂ ਬਾਅਦ ਮੈਨੂੰ ਬੜੇ ਕਹਿਣਗੇ ਕਿ 2 ਮਹੀਨੇ 'ਚ ਮੇਨਸ ਕਰਾ ਦਿਓ, ਮੈਂ ਰੱਖੂੰਗਾ 2 ਮਹੀਨੇ ਦੀ 10,000 15,000 ਫੀਸ, ਲਿਖ ਕੇ ਲੈ ਲਿਓ ਜੀ। ਉਹਨਾਂ 'ਚੋਂ ਕੋਈ 10 ਨੰਬਰ ਵੀ ਲੈ ਗਿਆ ਯਾਰ, ਉਹ ਸਿਰਫ ਫੀਸਾਂ ਦੇਣ ਵਾ। ਤੁਸੀਂ ਆਪ ਦੱਸੋ ਕਿ ਪ੍ਰੈਕਟੀਕਲੀ ਤੁਸੀਂ ਦੱਸੋ ਮੈਨੂੰ, ਤੁਸੀਂ 2 ਮਹੀਨਿਆਂ 'ਚ ਮੇਰੇ ਕੋਲ ਆਨਸਰ ਰਾਈਟਿੰਗ ਕਿੰਨੀ ਕੁ ਸਿੱਖ ਲੋਗੇ? 2 ਮਹੀਨਿਆਂ 'ਚ ਤਾਂ ਤੁਹਾਨੂੰ ਇਹ ਨਹੀਂ ਪਤਾ ਲੱਗਣਾ। 2 ਮਹੀਨਿਆਂ 'ਚ ਤਾਂ ਤੁਹਾਡੇ 'ਚੋਂ ਅੱਧੇ ਕੀ ਤੁਹਾਡੇ 'ਚੋਂ ਭਾਵੇਂ ਕੋਈ ICSE ਬੋਰਡ ਪੜ੍ਹਿਆ ਹੋਵੇ, ਜਦੋਂ ਆਪਾਂ ਆਨਸਰ ਲਿਖਦੇ ਆ ਨਾ, ਤੁਹਾਡੀ ਜਗ੍ਹਾ ਤੇ ਜੇ ਮੈਂ ਵੀ ਬੈਠ ਕੇ ਆਨਸਰ ਰਾਈਟਿੰਗ ਕਰਾਂ ਨਾ, ਸ਼ਾਇਦ ਤੁਹਾਡੇ ਨਾਲੋਂ ਵੱਧ ਗ੍ਰਾਮੈਟੀਕਲ ਮਿਸਟੇਕ ਕਰਦਾ। ਗ੍ਰਾਮੈਟੀਕਲ ਮਿਸਟੇਕਸ ਹੋਣ ਚਾਹੇ ਸਿੰਪਲ ਮਿਸਟੇਕਸ ਹੋਣ, ਵੋਕੈਬਲਰੀ ਦੀ ਮਿਸਟੇਕ ਹੋਵੇ, ਆਪ ਲਿਖਣੀ ਬਹੁਤ ਔਖੀ ਗੱਲ ਆ, ਗਲਤੀ ਕੱਢਣੀ ਬਹੁਤ ਸੌਖੀ ਹੁੰਦੀ ਆ। ਇਹ ਗੱਲ ਯਾਦ ਰੱਖਿਓ। ਮੈਂ ਇਸ ਗੱਲ ਦੇਖੋ, ਮੈਂ ਮਾਹਰ ਹਾਂ ਗਲਤੀ ਕੱਢਣ 'ਚ। ਸ਼ਾਇਦ ਮੈਂ ਜੇ ਆਨਸਰ ਲਿਖਣਾ ਹੋਵੇ ਨਾ ਤੁਹਾਡੀ ਜਗ੍ਹਾ ਤੇ, ਤਾਂ ਤੁਹਾਡੇ ਤੋਂ ਵੀ ਕਿਤੇ ਬੁਰਾ ਆਨਸਰ ਲਿਖਾਂ ਮੈਂ, ਠੀਕ ਆ। ਮੈਨੂੰ ਆਪਣੀ ਆਨਸਰ ਰਾਈਟਿੰਗ ਸਕਿੱਲਸ ਦਾ ਪਤਾ ਹੈ, ਮੈਂ ਮੇਨਸ ਲਿਖੇ ਹੋਏ ਆ, ਠੀਕ ਆ। ਇਸ ਕਰਕੇ ਨਹੀਂ, ਮੈਂ ਦੇਖੋ ਜੇ ਮੈਂ ਆਪਣੇ ਮੇਨਸ ਦਾ ਤਜਰਬਾ ਦੱਸਾਂ ਤਾਂ ਮੇਨਸ 'ਚ ਮੈਂ ਸਿਰਫ 18 ਜਾਂ 19 ਨੰਬਰਾਂ ਤੋਂ ਰਿਹਾ ਸੀਗਾ। ਤੇ ਮੈਂ ਹਮੇਸ਼ਾ ਆਪਣਾ ਸ਼ੇਅਰ ਕਰਦਾ, ਕੋਈ ਕਹਿ ਨਹੀਂ ਦਿੰਦਾ ਹੁੰਦਾ ਮੈਂ 1 ਨੰਬਰ ਤੋਂ ਜਾਂ 2 ਨੰਬਰ ਤੋਂ ਰਿਹਾ ਸੀ, ਮੈਂ ਇੰਨਾ ਕੁਛ ਕੀਤਾ। ਮੈਂ ਆਪਣੇ ਜਿਹੜੇ ਮੇਨਸ ਦੇ ਪੇਪਰ ਦਿੱਤੇ ਆ, ਪਰ ਹਾਂ ਮੇਰੇ ਮੇਨਸ ਦੇ ਪੇਪਰ ਦੇ ਰਹਿਣ ਦਾ ਕੋਈ ਕਾਰਨ ਇਹ ਨਹੀਂ ਕਿ ਮੈਂ ਬਹੁਤ ਮਿਹਨਤ ਕੀਤੀ ਸੀ। ਮੈਂ ਐਂ ਹੀ ਪੜ੍ਹਾਉਂਦਾ ਹੋਇਆ ਹੀ ਮੇਨਸ ਦੇ ਪੇਪਰ ਲਿਖ ਕੇ ਆਇਆ। ਤੇ ਮੇਰਾ ਸਭ ਤੋਂ ਵੱਧ ਨੁਕਸਾਨ ਹੋਇਆ ਸੀ GS4 'ਚ। ਮੈਂ ਇੱਕ ਕੁਐਸਚਨ ਤੁਹਾਨੂੰ ਕਿਹਾ ਸੀ ਟਿਊਬਰਕਲੋਸਿਸ ਵਾਲਾ, ਲਿਟਰਲੀ ਮੈਨੂੰ ਉਹ ਕੁਐਸਚਨ ਨਹੀਂ ਆਉਂਦਾ। ਤੁਸੀਂ ਸੋਚ ਕੇ ਦੇਖੋ, ਇੱਕ ਬੰਦਾ ਸਾਇੰਸ ਦਾ ਸਟੂਡੈਂਟ ਹੋਵੇ, ਉਹਨੂੰ ਸਾਰੀ TB ਦਾ ਪਤਾ ਹੈ ਕਿ TB ਕੀ ਹੁੰਦੀ ਆ, ਲੇਟੈਂਟ, ਪਰ ਉਹਨੂੰ ਇਹ ਨਹੀਂ ਪਤਾ ਕਿ ਸਰਕਾਰ ਨੇ ਇਸ ਸਾਲ ਕਿਹੜੇ ਇਨੀਸ਼ੀਏਟਿਵ ਲਏ ਆ, ਬਿਕੋਜ਼ ਉਹ ਕਰੰਟ ਨਾਲ ਅਪਡੇਟ ਨਹੀਂ ਗਾ। PCS ਦੀ ਤਿਆਰੀ ਉਹ ਬੰਦਾ ਨਹੀਂ ਕਰ ਸਕਦਾ ਜਿਹੜਾ ਇੰਟੈਲੀਜੈਂਟ ਆ। PCS ਦੀ ਤਿਆਰੀ ਉਹ ਬੰਦਾ ਕਰ ਸਕਦਾ ਜਿਹੜਾ ਲਗਾਤਾਰ ਕੰਸਿਸਟੈਂਟ ਆ ਤੇ ਮਿਹਨਤੀ ਆ। ਇਸ ਕਰਕੇ ਮੈਂ ਤੁਹਾਨੂੰ ਇੰਡਾਇਰੈਕਟਲੀ ਉਹ ਦੱਸਣਾ ਚਾਹੁੰਦਾ ਸੀ ਕਿ ਘੈਂਟ ਨਾ ਬਣਿਓ। ਇੱਕ ਪੇਪਰ ਦੇ ਮਗਰ ਜਿੰਨੀ ਕੁ ਸਾਇੰਸ ਹੈ ਨਾ, ਉਹ ਤਾਂ ਹਲਕੀ ਜੀ ਆ। ਹੁਣ GS4 'ਚ ਸਾਇੰਸ ਹੁੰਦੀ ਆ, ਤੁਸੀਂ ਬੜੇ ਕਹਿੰਦੇ ਆ ਕਿ PCS ਕਿਵੇਂ ਕਲੀਅਰ ਕਰਾਂਗੇ, ਉਹ 'ਚ ਸਾਇੰਸ ਕਿਵੇਂ ਕਰਾਂਗੇ। ਉਹ PPSC PCS ਤੁਹਾਡੀ ਸਾਇੰਸ ਨਹੀਂ ਪਰਖਦਾ, ਸਾਇੰਸ ਨਾਲ ਤਾਂ ਉਹਨਾਂ ਨੂੰ ਮਤਲਬ ਹੀ ਨਹੀਂ। ਸਾਇੰਸ ਤਾਂ ਜਿਹੜੀ PCS 'ਚ ਸਾਇੰਸ ਜਿਹੜੇ ਸਾਇੰਟਿਸਟ ਆ ਨਾ, ਉਹ ਕਿਸੇ ਹੋਰ ਪੇਪਰ ਨਾਲ ਕੰਡਕਟ ਰੱਖਦੀ ਹੈ PPSC। ਉਹਨਾਂ ਨੇ ਤੁਹਾਨੂੰ ਸਾਇੰਟਿਸਟ ਨਹੀਂ ਬਣਾਉਣਾ, ਉਹਨਾਂ ਨੂੰ ਤੁਹਾਡੀ 5G ਦੀ ਟੈਕਨੋਲੋਜੀ ਦਾ ਤੁਹਾਡੇ ਤੋਂ ਪ੍ਰਿੰਸੀਪਲ ਨਹੀਂ ਪੁੱਛਣਾ। ਉਹਨਾਂ ਨੂੰ ਤਾਂ ਬਸ ਇੰਨਾ ਕੁ ਪਤਾ ਹੋਣਾ ਚਾਹੀਦਾ ਕਿ 5G ਦਾ ਸਮਾਜ 'ਤੇ ਕੀ ਅਸਰ ਹੈ, ਇਹਨਾਂ ਨੂੰ ਮੁਲਾਜ਼ਮਾਂ ਨੂੰ, ਸਾਡੇ ਜਿਹੜੇ ਅਸੀਂ ਸਿਵਲ ਸਰਵੈਂਟ ਲਾਉਣੇ ਆ, ਉਹਦਾ ਪਤਾ ਇਹਨਾਂ ਨੂੰ।
ਸੋ ਉਹ ਤੁਹਾਡੀ ਸਾਇੰਸ ਦੀ, ਕਈ ਕਹਿ ਦਿੰਦੇ ਕਿ ਯਾਰ ਅਸੀਂ ਤਾਂ 11ਵੀਂ 12ਵੀਂ 'ਚ ਸਾਇੰਸ ਨਹੀਂ ਪੜ੍ਹੀ, ਸਿਰ 'ਚ ਮਾਰਨੀ ਉਹ ਸਾਇੰਸ, ਕਿਸੇ ਦੇ ਕੰਮ ਨਹੀਂ ਆਉਣੀ। ਅੱਜ ਟਿਊਬਰਕਲੋਸਿਸ ਵਾਲੇ ਕੁਐਸਚਨ 'ਚ ਕਿਤੇ ਸਾਇੰਸ ਆਈ ਸੀ? ਜਿੰਨੀ ਕੁ ਸਾਇੰਸ ਆਈ ਮਾੜੀ ਮੋਟੀ ਜੀ ਆ ਵੀ ਜਾਂਦੀ ਕਿ ਟਿਊਬਰਕਲੋਸਿਸ ਕੀ ਆ ਤੇ ਇਹ ਕਿੰਨੇ ਪ੍ਰਕਾਰ ਦਾ ਹੁੰਦਾ, ਇਹ 'ਚ ਕਿੱਡੀ ਕੁ ਸਾਇੰਸ ਆ। ਜਾਂ ਇਹ ਕਹਿ ਦਿਓ ਕਿ ਸਾਇੰਸ ਵਾਲਾ ਬੱਚਾ ਉਸ ਸਵਾਲ ਨੂੰ ਕੁਝ ਵੱਧ ਲਿਖ ਦਿੰਦਾ, ਕੁਝ ਐਵੇਂ ਦਾ ਕੁਝ ਨਹੀਂਗਾ। ਮੇਨਸ ਦੀ ਆਨਸਰ ਰਾਈਟਿੰਗ ਤੁਹਾਡਾ ਸਬਰ ਪਰਖਦੀ ਆ ਤੁਹਾਡੇ। ਹੁਣ ਤੁਸੀਂ ਆਪ ਦੇਖੋ, ਇੱਕ ਕਰੰਟ ਅਫੇਅਰ 'ਚ ਟਿਊਬਰਕਲੋਸਿਸ ਪੜ੍ਹਿਆ ਪਰ ਆਪਣਾ GS4 ਨੂੰ ਹਿੱਟ ਕਰ ਰਿਹਾ। ਮੈਂ ਆਪਣੇ ਜਿਹੜੇ ਆਪਣੇ ਮੇਨਸ ਦੇ ਟੌਪਿਕ ਚੱਕਦਾ ਨਾ, ਕੋਈ ਜ਼ਰੂਰੀ ਨਹੀਂ ਕਿ ਉਹ ਅਗਸਤ ਦਾ ਕੱਲ੍ਹ ਦਾ ਕਰੰਟ ਅਫੇਅਰ ਹੋਵੇ, ਭਾਵੇਂ ਉਹ ਜੁਲਾਈ ਦਾ ਹੋਵੇ। ਮੈਂ ਇਸ ਸਟ੍ਰੈਟੇਜੀ ਨਾਲ ਚੱਕ ਰਿਹਾ ਕਿ ਮੈਂ ਸਾਰੇ ਕਰੰਟ ਅਫੇਅਰ ਸ਼ੁਰੂ 'ਚ ਹੁਣ ਨਾ ਅਗਲੇ ਮਹੀਨੇ ਤੋਂ ਥੋੜ੍ਹੀ ਬਹੁਤੀ ਸੈਟਲਮੈਂਟ ਕਰਕੇ, ਜ਼ਿਆਦਾਤਰ ਇਹ ਕਮਿਟਮੈਂਟ ਮੇਰੀ ਹੋਊਗੀ ਕਿ ਰੋਜ਼ ਦਾ ਜਾਂ ਇੱਕ ਦਿਨ ਛੱਡ ਕੇ ਜਿਹੜਾ ਕਰੰਟ ਅਫੇਅਰ ਆਊਗਾ ਉਹਦਾ ਇੱਕ ਟੌਪਿਕ ਸਾਇੰਸ ਦਾ ਪੱਕਾ ਹੋਵੇ। ਮੈਂ ਆਪਣੀ ਟੀਮ ਨੂੰ ਵੀ ਕਹਿ ਰਿਹਾ ਕਿ ਆਪਾਂ ਇਸ ਤਰੀਕੇ ਨਾਲ ਸਾਇੰਸ ਦਾ ਹੋਵੇ ਤੇ এনवायरमेंट ਦਾ ਹੋਵੇ, ਕਿਉਂਕਿ ਸਾਇੰਸ ਤੇ এনवायरमेंट ਆਪਣੀ ਨਾਲ ਇਸੇ ਬਹਾਨੇ ਕਰੰਟ ਅਫੇਅਰਸ ਦੇ ਬਹਾਨੇ ਕਵਰ ਹੋ ਜੇ ਤੇ ਉਹ ਐਸੀ ਕਵਰ ਹੋਵੇ ਕਿ ਬਾਅਦ 'ਚ ਉਹਨਾਂ ਨੂੰ ਜਦੋਂ ਕੁਇਕ ਪੜਾਉਣਾ ਹੋਵੇ ਨਾ ਆਪਾਂ ਆਪਣੇ ਸਬਜੈਕਟ 'ਚ, ਤਾਂ ਅੱਧਿਓਂ ਜ਼ਿਆਦਾ ਤੁਹਾਨੂੰ ਪਤਾ ਲੱਗ ਜੇ ਕਿ ਉਹ ਅੱਧਿਓਂ ਜ਼ਿਆਦਾ ਚੀਜ਼ ਤਾਂ ਅਸੀਂ ਇਹਦੇ 'ਚ ਪੜ੍ਹੀ ਹੋਈ ਹੈ। ਤੁਹਾਨੂੰ ਕੀ ਲੱਗਦਾ ਕਿ ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਤੁਹਾਨੂੰ ਕਰੰਟ ਅਫੇਅਰਸ ਆਉਂਦੇ ਹੋਣਗੇ ਕਿ ਨਹੀਂ? ਮੈਨੂੰ ਪਤਾ ਕਿ ਕਰੰਟ ਅਫੇਅਰਸ ਤੁਸੀਂ ਆਪੇ ਕਰ ਲੈਣੇ ਆ, ਪਰ ਕਰੰਟ ਅਫੇਅਰਸ ਦੇ ਮਗਰ ਦਾ ਜਿਹੜਾ ਬੇਸ ਬਣਾਉਣਾ ਨਾ ਤੁਹਾਡਾ, ਉਹੀ ਸਭ ਤੋਂ ਵੱਧ ਜ਼ਰੂਰੀ ਹੈ। ਠੀਕ ਆ, ਖੈਰ ਲਾਸਟ 'ਚ ਆਪਾਂ ਇਹਨੂੰ ਜਾਂਦੇ ਹੋਏ ਕੰਪਾਈਲ ਕਰਦੇ ਹਾਂ। ਇਹਨਾਂ ਨੇ ਭਾਰਤ 'ਚ ਬੰਬੇ, ਜਿਹਨੂੰ ਆਪਾਂ ਬਸੀਨ ਐਂਡ ਸੈਲੇਸਟਾਈਸ, ਦਮਨ ਦੀਊ, ਗੁਜਰਾਤ, ਇੱਥੋਂ ਤੱਕ ਦੇ ਇਲਾਕੇ ਕੰਟਰੋਲ ਕਰ ਲਏ। ਕਨਾਨੌਰ, ਕੋਚੀਨ, ਕੈਲੀਕਟ, ਇਹ ਆ ਜੀ ਅੱਜ ਦੇ ਕੇਰਲਾ ਦੇ। ਸੋ ਇਹਨਾਂ ਨੇ ਕੇਰਲਾ ਤੱਕ ਵੀ ਆਪਣਾ ਕਬਜ਼ਾ ਕਰ ਲਿਆ। ਠੀਕ ਆ, ਸੋ ਇਹਨਾਂ ਨੇ ਇਸ ਤੋਂ ਬਾਅਦ, ਹਾਂ ਇਹ ਚੀਜ਼ ਬਹੁਤ ਇੰਪੋਰਟੈਂਟ ਆ ਕਿ ਇਹਨਾਂ ਨੇ ਈਸਟ ਵਾਲੇ ਪਾਸੇ ਚੇਨਈ 'ਚ ਸੈਂਟ ਥੋਮਸ, ਇਹੀ ਕਿਲਾ ਬਾਅਦ 'ਚ ਇਹਨਾਂ ਦਾ ਅੰਗਰੇਜ਼ਾਂ ਨੇ ਖੋਲ੍ਹਿਆ, ਤੇ ਇੱਕ ਨਾਗਾਪਟਨਮ ਤਾਮਿਲਨਾਡੂ 'ਚ ਅੱਜ ਦੇ, ਇਹ ਦੋ ਸ਼ਹਿਰ ਉੱਥੇ ਕਬਜ਼ੇ ਕਰ ਲਏ। ਤੇ ਸਭ ਤੋਂ ਇੰਪੋਰਟੈਂਟ 16ਵੀਂ ਸਦੀ ਦੇ ਐਂਡ ਤੱਕ ਜਾਂਦੇ ਜਾਂਦੇ, ਮਤਲਬ 1590 ਦੇ ਗੇੜ 'ਚ, ਹਜੇ ਅੰਗਰੇਜ਼ ਭਾਰਤ 'ਚ ਆਏ ਨਹੀਂ, ਅੰਗਰੇਜ਼ ਭਾਰਤ 'ਚ ਹੋਣਗੇ 1602 'ਚ, ਇਹਨਾਂ ਨੇ ਇੱਕ ਮਾੜੀ ਇੰਟੈਂਸ਼ਨ ਨਾਲ ਕੀ ਕਬਜ਼ੇ 'ਚ ਕਰ ਲਿਆ? ਹੁਗਲੀ ਤੇ ਇਹਨਾਂ ਦੀ ਇੰਟੈਂਸ਼ਨ ਚੰਗੀ ਨਹੀਂ ਸੀ। ਬਸ ਆਹ ਯਾਦ ਰੱਖਿਓ, ਕਈ ਗੱਲਾਂ ਮੈਂ ਬਾਹਲੀਆਂ ਫੋਕਸ ਕਰ ਰਿਹਾ ਨਾ ਕਿਉਂਕਿ ਇਹ ਪੇਪਰਾਂ ਦੇ ਵਿੱਚ ਆਈਆਂ ਵੀ ਹੋਈਆਂ ਹੈ ਤੇ ਇਹ ਆਉਂਦੀਆਂ ਵੀ ਰਹਿੰਦੀਆਂ ਹੈ। ਇਸ ਤੋਂ ਬਾਅਦ ਇਹ ਭਾਰਤ ਦੇ ਦੱਖਣ ਦੇ ਰਾਜਿਆਂ ਨਾਲ ਵੀ ਲੜੇ ਆ। ਦੱਖਣ ਦੇ ਛੋਟੇ ਮੋਟੇ ਰਾਜੇ, ਕਦੀ ਬਾਹਮਣੀਆਂ ਵਾਲਿਆਂ ਦੇ ਨਾਲ, ਬਾਹਮਣੀ ਤਾਂ ਚਲੋ ਉਦੋਂ ਸੀਗੇ ਨਹੀਂ, ਕਦੀ ਗੋਲਕੁੰਡਾ ਵਾਲਿਆਂ ਨਾਲ ਲੜ ਪਏ, ਕਦੀ ਅਹਿਮਦਨਗਰ ਵਾਲਿਆਂ ਨਾਲ, ਕਦੀ ਬੀਜਾਪੁਰ ਵਾਲਿਆਂ ਨਾਲ। ਉੱਪਰਲੇ ਪਾਸੇ ਥੋੜ੍ਹੀ ਬਹੁਤੀ ਲੜਾਈ ਇਹਨਾਂ ਦੀ ਮੁਗਲਾਂ ਨਾਲ ਵੀ ਹੋਈ ਹੈ। ਕਿਉਂ? ਹੁਣ ਤੱਕ ਭਾਰਤ 'ਚ ਮੁਗਲ ਆ ਚੁੱਕੇ ਆ। ਅੱਛਾ, ਯੂ ਮੀਨ ਟੂ ਸੇ ਕਿ ਇਹ ਸਿੱਧਾ ਸ਼ਾਹਜਹਾਨ ਨਾਲ ਲੜਿਆ? ਕਦੀ ਨਹੀਂ। ਸ਼ਾਹਜਹਾਨ ਦਾ ਕੋਈ ਨਾ ਕੋਈ ਗਵਰਨਰ ਤੇ ਹੋਊਗਾ ਸਾਊਥ ਇੰਡੀਆ 'ਚ, ਉਹਨਾਂ ਦੇ ਨਾਲ ਨਿੱਕ ਸੁੱਟ ਲੜਾਈ ਹੁੰਦੀ ਰਹੀ ਆ, ਮਰਾਠਿਆਂ ਨਾਲ, ਵਿਜੇਨਗਰ ਵਾਲਿਆਂ ਨਾਲ। ਸੋ ਇੱਥੋਂ ਤੱਕ ਜਾਂਦੇ ਜਾਂਦੇ ਆ ਸਮਝ ਆ ਗਈ। ਸੋ ਇੱਥੋਂ ਅੱਗੇ ਆਪਾਂ ਕੱਲ੍ਹ ਸਟਾਰਟ ਕਰਾਂਗੇ। ਠੀਕ ਆ, ਅੱਜ ਮੇਰੇ ਲੈਕਚਰ ਦਾ ਮੋਟਿਵ ਇਹ ਵੀ ਸੀਗਾ ਕਿ ਤਾਂ ਕਿ ਤੁਹਾਨੂੰ ਦੱਸਾਂ ਕਿ ਹਾਂ ਆਪਾਂ ਜੇ ਪ੍ਰੀ ਓਰੀਐਂਟਡ, ਜਿਹੜਾ ਕਿ ਮੈਂ ਉੱਪਰਲੇ ਪਾਸੇ ਬੈਚ 'ਚ ਪਾਇਆ ਵੀ ਆ, ਠੀਕ ਆ, ਉਹਨੂੰ ਮੈਂ ਸਕਿਪ ਵੀ ਕਰ ਦੂੰਗਾ ਮੇਨਸ ਵਾਲੇ 'ਚੋਂ, ਤੇ ਤੁਹਾਨੂੰ ਮੈਂ ਨਾਲ ਦੀ ਨਾਲ ਹੀ ਇਹਦੇ 'ਚ ਬੈਚ 'ਚ ਐਡ ਕਰਨ ਦਾ ਪ੍ਰੋਸੀਜਰ ਜਿਹੜਾ ਹੈ। ਤੇ ਤੁਸੀਂ ਜੇ ਮਾਡਰਨ ਹਿਸਟਰੀ ਰਿਵਾਈਜ਼ ਕਰਨੀ ਆ ਤੇ ਉੱਥੋਂ ਕਰੋ, ਅਦਰਵਾਈਜ਼ ਰਿਵਾਈਜ਼ ਕਰਨ ਦਾ ਕੋਈ ਬਹੁਤਾ ਮਤਲਬ ਬਣਦਾ ਨਹੀਂ ਆਪਾਂ ਨੂੰ। ਠੀਕ ਆ, ਹਾਂ ਆਪਣੀ ਮਾਡਰਨ ਹਿਸਟਰੀ ਉਹਦੇ 'ਚ ਖਤਮ ਹੋ ਗਈ ਆ, ਉਹਦੇ 'ਚ ਆਪਣਾ ਵੱਖਰਾ ਸਬਜੈਕਟ ਸ਼ੁਰੂ ਹੋ ਜਾਣਾ ਹੈ। ਇੱਥੇ ਮੇਨਸ ਦੇ ਅਕੋਰਡਿੰਗ ਆਪਣੀ ਉਹਦੀ ਪ੍ਰੋਪਰ ਰਿਵੀਜ਼ਨ ਵੀ ਹੋਊਗੀ ਤੇ ਨਾਲ ਆਪਣਾ ਸਬਜੈਕਟ ਮੇਨਸ ਦੇ ਐਂਗਲ ਤੋਂ ਕਵਰ ਹੋ ਜਾਊਗਾ। ਕਿਉਂਕਿ ਜਿਹੜੇ ਹੁਣ ਮੈਂ ਮੇਨਸ ਦੇ ਐਂਗਲ ਤੋਂ ਟੌਪਿਕ ਕਰਾਉਣੇ ਆ ਨਾ, ਇਹਨਾਂ 'ਚ ਫੈਕਟ ਵੀ ਵਿੱਚ ਹੀ ਕਵਰ ਕਰਾਉਣੇ ਆ ਤਾਂ ਕਿ ਕੋਈ ਚੀਜ਼ ਆਪਣੀ ਸਕਿਪ ਨਾ ਹੋਵੇ। ਅੱਜ ਵਾਸਤੇ ਇੰਨਾ ਹੀ ਬਹੁਤ ਆ।